ਆइए ਅਸੀਂ ਆਪਣੀ ਬਾਈਬਲ ਖੋਲਾਂਗੇ ਤੇ ਅਸੀਂ ਅੱਜ ਕੁਝ ਇਹੋ ਜਿਹੀਆਂ ਗੱਲਾਂ ਸਿੱਖਾਂਗੇ ਜਿਹੜੀਆਂ ਮੈਂ ਵਿਸ਼ਵਾਸ ਕਰਦਾ ਕਿ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ। ਔਰ ਪ੍ਰਭੂ ਦਾ ਜਿਹੜਾ ਵਚਨ ਕਹਿੰਦਾ ਹੈ, ਪ੍ਰਭੂ ਯਿਸੂ ਮਸੀਹ ਇਸ ਗੱਲ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟਡ ਹੈਗੇ ਕਿ ਹਰੇਕ ਕੋਈ ਵਿਸ਼ਵਾਸੀ ਇਸ ਗੱਲ ਵੱਲ ਬਹੁਤ ਗਹਿਰੇ ਤਰੀਕੇ ਨਾਲ ਧਿਆਨ ਦੇਵੇ, ਕਿਉਂਕਿ ਇਹ ਜਿਹੜੀਆਂ ਉਹ ਗੱਲਾਂ ਹੈਗੀਆਂ ਜਿਹੜੀਆਂ ਸਾਨੂੰ ਖੁਦਾ ਦੇ ਨਜ਼ਦੀਕ ਲੈ ਕੇ ਜਾਂਦੀਆਂ ਔਰ ਖੁਦਾ ਦੀ ਆਸ਼ੀਸ਼ ਜਿਹੜੀ ਕਿ ਸਾਡੇ ਜੀਵਨ ਦੇ ਵਿੱਚ ਬਰਕਰਾਰ ਰੱਖਦੀਆਂ। ਹਾਲੇਲੂਇਆ। ਜਿਹੜੇ ਮੇਰੇ ਭੈਣ ਭਰਾ ਨੇ ਵੀ ਹੈਗੇ, ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਤੁਸੀਂ ਵੀ ਆਪਣੀ ਬਾਈਬਲ ਖੋਲ ਸਕਦੇ ਹੋ। ਕੁਝ ਇਹੋ ਜਿਹੇ ਪਾਪ ਹੈਗੇ ਜਿਹੜੇ ਮਨੁੱਖ ਦੇ ਅੰਦਰ ਰਹਿੰਦੇ ਆ। ਇਹ ਉਹ ਵਾਲੇ ਪਾਪ ਹੈਗੇ ਆ ਜਿਹੜੇ ਖੁਦਾਵੰਦ ਚਾਹੁੰਦਾ ਕਿ ਅਸੀਂ ਇਹਨਾਂ ਪਾਪਾਂ ਨੂੰ ਛੱਡ ਕੇ ਤੇ ਅਸੀਂ ਖੁਦਾ ਦੀ ਆਵਾਜ਼ ਨੂੰ ਸੁਣੀਏ, ਉਸ ਵਚਨ ਨੂੰ ਪੂਰਾ ਕਰੀਏ। ਤੇ ਅੱਜ ਮੈਂ ਤੁਹਾਡੇ ਨਾਲ ਕੁਝ ਇਹੋ ਜਿਹੇ ਪਾਪਾਂ ਬਾਰੇ ਗੱਲ ਕਰੂੰਗਾ। ਕੁਝ ਇਹੋ ਜਿਹੇ ਪਾਪ ਆ ਜਿਹੜੇ ਹਮੇਸ਼ਾ ਬਾਰ-ਬਾਰ ਵੀ ਆਉਂਦੇ ਔਰ ਦਿਲ ਦੇ ਵਿੱਚ ਰਹਿੰਦੇ ਆ। ਹਾਲੇਲੂਇਆ। ਔਰ ਦੇਖਦੇ ਕਿ ਪ੍ਰਭੂ ਦਾ ਵਚਨ ਕੀ ਕਹਿੰਦਾ ਕਿ ਮਨ ਦੇ ਵਿੱਚ ਪ੍ਰਭੂ ਕਿੱਦਾਂ ਚੱਲਦਾ, ਕਿਉਂਕਿ ਵਚਨ ਦੱਸਦਾ ਹੈ ਕਿ ਯਹੋਵਾ ਮਨਾਂ ਨੂੰ ਕੀ ਕਰਦਾ ਹੈ? ਜਾਂਚਦਾ ਹੈ। ਉਹ ਜਾਂਚਦਾ ਹੈ। ਉਹ ਹਮੇਸ਼ਾ ਮਨਾਂ ਨੂੰ ਜਾਂਚਣ ਵਾਲਾ ਪਰਮੇਸ਼ਵਰ ਆ। ਉਹ ਤੁਹਾਡੇ ਸਰੀਰ ਦੇ ਨਾਲ ਉਹਨੂੰ ਕੋਈ ਮਤਲਬ ਨਹੀਂ ਹੈਗਾ ਕਿ ਤੁਹਾਡਾ ਸਰੀਰ ਕਾਲਾ ਆ ਜਾਂ ਗੋਰਾ ਆ, ਜਾਂ ਤੁਸੀਂ ਬਾਲ ਕਿੱਦਾਂ ਦੇ ਕੱਟੇ ਹੋਏ ਆ, ਜਾਂ ਤੁਸੀਂ ਮੁੱਛਾਂ ਚੰਗੇ ਰੱਖੀਆਂ ਆ, ਤੁਸੀਂ ਕਲੀਨ ਸ਼ੇਵ ਹੈਗੇ ਆ, ਜਾਂ ਤੁਸੀਂ ਲੰਬੇ ਬਾਲ ਰੱਖੇ, ਛੋਟੇ ਬਾਲ ਰੱਖੇ ਆ। ਹਾਲੇਲੂਇਆ। ਉਹਨੂੰ ਜ਼ਿਆਦਾ ਇੰਟਰਸਟ ਹੈਗਾ ਸਾਡੇ ਮਨ ਦੇ ਵਿੱਚ, ਕਿ ਸਾਡੇ ਮਨ ਦੇ ਵਿੱਚ ਅਸੀਂ ਕਿਹੜੀਆਂ ਗੱਲਾਂ ਨੂੰ ਅਸੀਂ ਰੱਖਦੇ ਹਾਂ। ਤੇ ਅੱਜ ਇਹੋ ਜਿਹੇ ਕੁਝ ਪਾਪ ਹੈ ਜਿਨ੍ਹਾਂ ਬਾਰੇ ਮੈਂ ਸਟੱਡੀ ਕੀਤਾ ਸੀਗਾ, ਤੇ ਖੁਦਾ ਨੇ ਇਹ ਬਹੁਤ ਵੱਡਾ ਇੱਕ ਟੌਪਿਕ ਆ। ਮਤਲਬ ਇਹ ਮੈਨੂੰ ਇੱਕ ਹਫ਼ਤੇ 'ਚ ਨਹੀਂ ਪੂਰਾ ਹੋਣਾ। ਇਹ ਸਾਨੂੰ ਇਹਦੇ ਲਈ ਸਾਨੂੰ ਹਫ਼ਤਾ ਹੋਰ ਵੀ ਚਾਹੀਦਾ। ਮੈਂ ਤਾਂ ਦੇਖਿਆ ਸੀ ਇਹਨੂੰ ਕੱਲ। ਤੇ ਅੱਜ ਅਸੀਂ ਇਹਦੇ ਕੁਝ ਅੰਸ਼ ਸਿੱਖਾਂਗੇ। ਅਸੀਂ ਖੋਲਾਂਗੇ ਨੀਤੀ ਵਚਨ ਜੀ, ਉਹਦੀ 4 ਅਧਿਆਏ, ਉਹਨੂੰ 23 ਆਇਤ ਪੜਾਂਗੇ ਅਸੀਂ। ਉਹਦੀ ਹਿੰਦੀ ਔਰ ਪੰਜਾਬੀ 'ਚ ਦੋਨਾਂ 'ਚ ਪੜਾਂਗੇ ਅਸੀਂ। ਆਪਣੇ ਮਨ ਦੀ ਵੱਡੀ ਚੌਕਸੀ ਕਰ, ਹਾਂ, ਕਿਉਂ ਜੋ ਜਿਉਣ ਦੀਆਂ ਧਾਰਾਂ ਉਸੇ ਤੋਂ ਨਿਕਲਦੀਆਂ ਹਨ। ਕਹਿੰਦੇ ਆਪਣੇ ਮਨ ਦੀ ਵੱਡੀ ਚੌਕਸੀ ਕਰ। ਚੌਕਸੀ ਮੀਨਸ ਕਿ ਵੀ ਹੈਵ ਟੂ ਵੈਰੀ ਕੇਅਰਫੁਲ। ਚੌਕਸੀ ਕਿੱਦਾਂ ਹੁੰਦੀ ਹੈ? ਚੌਕਸੀ ਮਤਲਬ ਅਸੀਂ ਬਿਲਕੁਲ ਚੌਕਸ ਰਹਿੰਦੇ ਹਾਂ, ਹਮੇਸ਼ਾ ਅਲਰਟ ਰਹਿੰਦੇ ਹਾਂ। ਅਲਰਟ ਚੌਕਸੀ ਅਸੀਂ ਕਰਦੇ ਹਾਂ ਕਿ ਜਿੱਦਾਂ ਕਿ ਚੌਂਕੀਦਾਰ ਨਹੀਂ ਚੌਕਸੀ ਕਰਦਾ ਹੁੰਦਾ ਕਿ ਚੋਰ ਨਾ ਕਿਤੇ ਆ ਜਾਵੇ। ਚੌਂਕੀਦਾਰ ਕੀ ਕਰਦਾ? ਚੌਕਸੀ ਕਰਦਾ ਹੈ। ਇਦਾਂ ਹੀ ਸਾਨੂੰ ਵੀ ਆਪਣੇ ਮਨ ਦੀ ਚੌਕਸੀ ਕਰਨੀ। ਅਸੀਂ ਧਿਆਨ ਦੇਣਾ ਹੈ ਕਿ ਕਿਤੇ ਮੇਰੇ ਮਨ ਦੇ ਵਿੱਚ ਕਿਹੜੀ ਕਿਹੜੀ ਗੱਲਾਂ ਹੈਗੀਆਂ। ਮੈਂ ਆਪਣੇ ਮਨ ਨੂੰ ਜਾਂਚਣਾ ਹੈ ਹਮੇਸ਼ਾ ਕਿ ਮੇਰਾ ਮਨ ਦੇ ਵਿੱਚ ਕਿਤੇ ਕੋਈ ਆ ਗੱਲ ਤਾਂ ਨਹੀਂ ਹੈਗੀ। ਅਸੀਂ ਦੇਖਾਂਗੇ ਅੱਜ ਹੁਣ ਜਾ ਕੇ ਇਹਦੇ ਬਾਰੇ। ਇਹਨੂੰ ਹਿੰਦੀ 'ਚ ਕਿੱਦਾਂ ਲਿਖਿਆ ਹੈ? हे मेरे पुत्र, सबसे अधिक अपने मन की रक्षा कर, क्योंकि जीवन के स्रोत उसी से ही फूटते हैं। प्रेज द लॉर्ड। कहते सब तो पहले तुसी रक्षा करनी, अपनी चौकसी करनी। कादी भला? सारे बोलिए तो देख के अपने मन दी रक्षा, मन दी रक्षा करनी। मन दी ਜਿਹੜਾ ਮਨ ਇੱਕ ਇਹੋ ਜਿਹੀ ਥਾਂ ਹੈ ਕਿ ਅਸੀਂ ਥੋੜੇ ਦਿਨ ਪਹਿਲੇ ਅਸੀਂ ਮਨ ਦੇ ਉੱਪਰ ਸੀ ਨਾ ਕੁਝ ਅਸੀਂ ਸਿੱਖਦੇ ਪਏ ਸੀਗੇ, ਤੇ ਉਸੇ ਹੀ ਵਚਨ ਦੇ ਉੱਪਰ ਮੈਨੂੰ ਖੁਦਾ ਨੇ ਮੇਰੇ ਨਾਲ ਗੱਲ ਕੀਤੀ ਕੱਲ। ਮਨ ਇੱਕ ਇਹੋ ਜਿਹੀ ਜਗ੍ਹਾ ਹੈਗੀ ਆ ਜਿੱਥੇ ਸਾਡੇ ਕੀ ਰਹਿੰਦੇ ਆ? ਵਿਚਾਰ ਜੀ, ਸਾਡੀਆਂ ਭਾਵਨਾਵਾਂ ਜਿਹੜੀਆਂ ਹੁੰਦੀਆਂ, ਸਾਡੀ ਭਾਵਨਾ ਰਹਿੰਦੀ ਉੱਥੇ, ਔਰ ਸਾਡੀਆਂ ਇੱਛਾ, ਔਰ ਸਾਡੇ ਰਹਿੰਦੀ ਕਿ ਸੰਕਲਪ ਸ਼ਕਤੀ। ਜਿੰਨਾ ਅਸੀਂ ਕੀ ਕਰਦੇ ਹਾਂ? ਅਸੀਂ ਫੈਸਲੇ ਕਰਦੇ ਹਾਂ। ਸੰਕਲਪ ਕੀ ਹੁੰਦਾ? ਮੈਂ ਸਵੇਰੇ ਉੱਠਿਆ, ਮੈਂ ਕਿੱਥੇ ਜਾਵਾਂ? ਸਭ ਤੋਂ ਪਹਿਲੇ ਨਹਾਉਣ ਵਾਸਤੇ। ਇੰਨੀ ਠੰਡ ਹੈਗੀ ਆ, ਠੰਡ ਪੈਂਦੀ ਵੀ ਬਹੁਤ ਜ਼ਿਆਦਾ। ਪਹਿਲਾ ਫੈਸਲਾ ਕਰਦੇ ਹਾਂ ਅਸੀਂ ਉੱਠ ਕੇ, ਮੈਂ ਧੰਨਵਾਦ ਕਰਕੇ ਮੈਂ ਕਿੱਥੇ ਜਾਣਾ? ਸਿੱਧੇ ਬਾਥਰੂਮ ਦੇ ਵਿੱਚ। ਇੰਨੀ ਠੰਡ ਆ, ਬਾਥਰੂਮ 'ਚ ਪੈਰ ਰੱਖਣ ਦਿਲ ਨਹੀਂ ਕਰਦਾ। ਕੀ ਹੈਗਾ? ਸੰਕਲਪ ਆ ਕਿ ਮੈਂ ਨਹਾਉਂਗਾ ਤੇ ਮੈਂ ਨਹਾਉਂਗੀ ਤੇ ਮੈਂ ਆਪਣੇ ਆਪ ਨੂੰ ਠੀਕ ਰੱਖਣਾ। ਦੂਜਾ ਫੈਸਲਾ ਅਸੀਂ ਕਰਦੇ ਹਾਂ ਫਿਰ ਕੁਝ ਖਾਣ ਦਾ, ਕਿ ਹੁਣ ਮੇਰੇ ਪੇਟ ਨੂੰ ਕੀ ਹੈਗੀ ਆ? ਭੁੱਖ ਲੱਗੀ ਤੇ ਮੈਨੂੰ ਕੁਝ ਚਾਹੀਦਾ ਹੁਣ ਖਾਣ ਵਾਸਤੇ। ਤੇ ਇਦਾਂ ਸਾਡੇ ਜੀਵਨ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕੀ ਕਰਦੇ? ਅਸੀਂ ਸੰਕਲਪ ਲੈਂਦੇ ਹਾਂ ਬਹੁਤ ਸਾਰੀਆਂ ਗੱਲਾਂ ਨੂੰ ਕਰਨ ਦਾ। ਅਸੀਂ ਫੈਸਲੇ ਕਰਦੇ ਹਾਂ, ਇੱਕ ਤੋਂ ਫੈਸਲਾ, ਦੂਜਾ ਫੈਸਲਾ, ਵੀ ਕੰਮ ਤੇ ਜਾਂਦੇ ਹਾਂ। ਮਤਲਬ ਇਹ ਜਿਹੜੀ ਪ੍ਰਕਿਰਿਆ ਹੈਗੀ ਆ, ਜਿਹੜਾ ਇਹ ਜਿਹੜਾ ਕੰਮ ਹੈਗਾ, ਕੀ ਕਰਦਾ ਰਹਿੰਦਾ? ਇਹ ਐਕਟ ਇਹ ਸਾਰਾ ਦਿਨ ਚੱਲਦਾ ਹੈ। ਲੇਕਿਨ ਅਸੀਂ ਕਦੀ ਇਹ ਧਿਆਨ ਨਹੀਂ ਦਿੰਦੇ ਕਿ ਹੋਰ ਗੱਲਾਂ ਜਿਹੜੀਆਂ ਹੈਗੀਆਂ, ਖੁਦਾ ਕਿਹੜੀਆਂ ਗੱਲਾਂ ਦੇ ਵਿੱਚ ਇੰਟਰਸਟਡ ਹੈਗਾ, ਖੁਦਾ ਨੂੰ ਕਿਹੜੀਆਂ ਗੱਲਾਂ 'ਚ ਇੰਟਰਸਟਡ ਹੈਗਾ। ਖੁਦਾ ਨੂੰ ਤੁਹਾਡੇ ਕੰਮ ਤੇ ਜਾਣਾ ਕੋਈ ਇੰਟਰਸਟ ਨਹੀਂ ਹੈਗਾ। ਖੁਦਾ ਨੂੰ ਤੁਹਾਨੂੰ ਨਹਾਉਣ ਨਾਲ ਕੋਈ ਇੰਟਰਸਟ ਨਹੀਂ ਹੈਗਾ। ਖੁਦਾ ਨੂੰ ਤੁਹਾਡੇ ਖਾਣ ਪੀਣ ਨਾਲ ਕੋਈ ਇੰਟਰਸਟ ਨਹੀਂ ਹੈਗਾ। ਕਿਉਂਕਿ ਜੇ ਸਾਡਾ ਮਨ ਵਿਗੜ ਜਾਵੇ ਤਾਂ ਅਸੀਂ ਬਾਈਬਲ ਦੇ ਅਨੁਸਾਰ ਅਸੀਂ ਖੁਦਾ ਤੱਕ ਕਦੀ ਵੀ ਪਹੁੰਚ ਨਹੀਂ ਸਕਦੇ, ਕਦੀ ਵੀ ਅਸੀਂ। ਔਰ ਵਚਨ ਦੱਸਦਾ ਖੁਦਾ ਤੁਹਾਡੇ ਬਹੁਤ ਨਜ਼ਦੀਕ ਵੀ ਹੈਗਾ, ਲੇਕਿਨ ਖੁਦਾ ਸਾਡੇ ਤੋਂ ਬਹੁਤ ਦੂਰ ਵੀ ਹੈਗਾ। ਜਦੋਂ ਅਸੀਂ ਆਪਣੀ ਬੁੱਧੀ ਦਾ ਇਸਤੇਮਾਲ ਕਰਦੇ ਹਾਂ ਜਾਂ ਅਸੀਂ ਆਪਣੇ ਮਨ ਨੂੰ ਰਕਸ਼ਾ ਨਹੀਂ ਕਰਦੇ, ਉਦੋਂ ਸਾਡੇ ਤੋਂ ਖੁਦਾ ਕਿੱਥੋਂ ਹੈਗਾ? ਫਿਰ ਖੁਦਾ ਸਾਡੇ ਤੋਂ ਬਹੁਤ ਦੂਰ ਹੋ ਜਾਂਦਾ ਹੈ, ਫਿਰ ਅਸੀਂ ਲੱਭ ਹੀ ਨਹੀਂ ਸਕਦੇ। ਲੇਕਿਨ ਜਿਹੜਾ ਕਿ ਮਨ ਦੀ ਰਕਸ਼ਾ ਕਰਦਾ ਹੈ, ਉਹਦੇ ਕੋਲ ਖੁਦਾ ਉਹਦੇ ਹਮੇਸ਼ਾ ਨਜ਼ਦੀਕ ਰਹਿੰਦਾ ਹੈ। ਹਾਲੇਲੂਇਆ। ਬਾਈਬਲ ਸਾਨੂੰ ਇਹ ਦੱਸਦੀ ਆ ਕਿ ਜੇ ਅਸੀਂ ਮਾਸ ਜਾਂ ਮੱਛੀ ਕੁਝ ਖਾਂਦੇ ਹਾਂ, ਉਹ ਸਾਨੂੰ ਅਸ਼ੁੱਧ ਨਹੀਂ ਕਰਦੀ ਹੈਗੀ, ਉਹ ਸਾਨੂੰ
ਅਸ਼ੁੱਧ ਨਹੀਂ ਕਰ, ਲੇਕਿਨ ਬਹੁਤ ਲੋਕ ਇਦਾਂ ਸੋਚਦੇ ਆ ਕਿ ਵੈਜੀਟੇਰੀਅਨ ਨੌਨ ਵੈਜੀਟੇਰੀਅਨ, ਜਿਹੜੇ ਨੌਨ ਵੈਜੀਟੇਰੀਅਨ ਲੋਕ ਹੈਗੇ ਆ ਜੀ, ਉਹ ਉਹਨਾਂ ਦੀ ਬੁੱਧੀ ਭ੍ਰਸ਼ਟ ਹੁੰਦੀ ਹੈ ਮਾਸ ਖਾਣ ਦੇ ਨਾਲ। ਲੇਕਿਨ ਮੈਂ ਤੁਹਾਨੂੰ ਅੱਜ ਪੜ੍ਹਾਊਂਗਾ, ਬਾਈਬਲ ਦੱਸਦੀ ਹੈ ਕਿ ਉਹਨਾਂ ਦੀ ਬੁੱਧੀ ਕਦੇ ਵੀ ਭ੍ਰਸ਼ਟ ਨਹੀਂ ਹੁੰਦੀ। ਆਈਏ ਅਸੀਂ ਪੜਾਂਗੇ, ਅਸੀਂ ਜਾਵਾਂਗੇ ਮਰਕੁਸ ਰਚਿਤ ਸੁਸਮਾਚਾਰ ਜੀ, ਮਰਕੁਸ ਉਹਦਾ ਦੀ 7 ਅਧਿਆਇ ਅੰਜੀਲ, ਖੋਲੀਏ। ਮਰਕੁਸ ਦੀ ਅੰਜੀਲ 7 ਅਧਿਆਇ, ਹਾਂਜੀ ਹਾਂਜੀ, ਉਹਦੀ ਤੁਸੀਂ 18 ਆਇਤ ਤੋਂ ਸ਼ੁਰੂ ਕਰੀਏ ਜੀ ਪੜ੍ਹਨਾ ਜੀ। ਤਾਂ ਉਸਨੇ ਉਹਨਾਂ ਨੂੰ ਕਿਹਾ, ਹਾਂ, ਭਲਾ ਤੁਸੀਂ ਵੀ ਅਜਿਹੇ ਨਿਰਬੁੱਧ ਹੋ ਕਿ ਤੁਸੀਂ ਨਹੀਂ ਸਮਝਦੇ ਭਈ ਜੋ ਕੁਝ ਬਾਹਰੋਂ ਮਨੁੱਖ ਵਿੱਚ ਜਾਂਦਾ ਹੈ ਸੋ ਉਹਨੂੰ ਪ੍ਰਿਸ਼ਟ ਨਹੀਂ ਕਰਦਾ, ਕਿਉਂਕਿ ਉਹ ਉਸ ਦੇ ਦਿਲ ਵਿੱਚ ਨਹੀਂ ਪਰ ਢਿੱਡ ਵਿੱਚ ਜਾਂਦਾ ਹੈ ਅਤੇ ਮੇਦਖਾਨੇ ਵਿੱਚ ਨਿਕਲ ਜਾਂਦਾ ਹੈ। ਇਹ ਕਹਿ ਕੇ ਉਹਨੇ ਸਾਰੇ ਭੋਜਨ ਸ਼ੁੱਧ ਠਹਿਰਾਏ। ਪ੍ਰੇਜ਼ ਦ ਲਾਰਡ। ਦੇਖੀਏ, ਇਸ ਗੱਲ ਨੂੰ ਅਸੀਂ ਇਸ ਗੱਲ ਦੀ ਕਨਫਰਮ ਕੀਤਾ। ਪ੍ਰਭੂ ਯਿਸੂ ਮਸੀਹ ਨੇ ਕਿਹਾ, ਕਹਿੰਦੇ ਕਿ ਜਿਹੜਾ ਵੀ ਤੁਸੀਂ ਕਹਿੰਦੇ ਤੁਸੀਂ ਐਨੀ ਤੁਹਾਡੀ ਬੁੱਧੀ ਕੰਮ ਨਹੀਂ ਕਰਦੀ ਕਿ ਤੁਸੀਂ ਇਸ ਗੱਲ ਨੂੰ ਸੋਚੋ ਕਿ ਜੋ ਕਿ ਤੁਸੀਂ ਖਾਂਦੇ ਆ ਮਾਸ ਮੱਛੀ ਜਾਂ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਫੂਡ ਖਾਂਦੇ ਆ, ਉਹ ਤੁਹਾਨੂੰ ਅਸ਼ੁੱਧ ਨਹੀਂ ਕਰਦੀ, ਕਿਉਂਕਿ ਕਹਿੰਦੇ ਉਹ ਤੁਹਾਡੇ ਪੇਟ 'ਚ ਜਾ ਕੇ ਤੇ ਮੈਦੇ ਖਾਣੇ ਰਾਹੀਂ, ਯਾਨੀ ਕਿ ਤੁਹਾਡੀ ਸੰਡਾਸ ਰਾਹੀਂ, ਪੋਟੀ ਰਾਹੀਂ ਕੀ ਕਰਦੀ ਉਹ ਚੀਜ਼, ਉਹ ਬਾਹਰ ਨਿਕਲ ਜਾਂਦੀ ਹੈ ਉਹ। ਠੀਕ ਹੈ, ਜਿਹੜੀ ਜੋ ਵੀ ਕੁਝ ਅਸੀਂ ਖਾਂਦੇ ਆ ਉਹ ਕੀ ਹੁੰਦਾ, ਉਹ ਜਦੋਂ ਅਸੀਂ ਖਾਂਦੇ ਆ ਤੇ ਸਾਡੇ ਖਾਣ ਦੇ ਨਾਲ ਪੇਟ 'ਚ ਜਾਂਦੀ ਆ, ਪੇਟ ਦੇ ਵਿੱਚ ਜਾ ਕੇ ਉਹ ਬਾਹਰ ਨਿਕਲ ਜਾਂਦੀ ਹੈ। ਔਰ ਵਚਨ ਦੱਸਦਾ ਕਿ ਪ੍ਰਭੂ ਨੇ ਫਿਰ ਸਾਰੀਆਂ ਮਤਲਬ ਕਿ ਹਰੇਕ ਫੂਡ ਨੂੰ ਕੀ ਕੀਤਾ, ਖੁਦਾ ਨੇ ਸ਼ੁੱਧ ਠਹਿਰਾਇਆ। ਲੇਕਿਨ ਬਾਈਬਲ ਇਹ ਨਹੀਂ ਕਹਿੰਦੀ ਕਿ ਤੁਸੀਂ ਸ਼ਰਾਬ ਪੀਓ, ਸਿਗਰਟਾਂ ਪੀਓ, ਵੀ ਉਹ ਵੀ ਤਾਂ ਪੇਟ 'ਚ ਜਾਂਦੀਆਂ ਨਾ। ਬਾਈਬਲ ਸ਼ਰਾਬ ਨੂੰ ਬਿਲਕੁਲ ਉਹਨੂੰ ਬਿਲਕੁਲ ਖੁਦਾ ਇਸ ਗੱਲ ਤੋਂ ਕਦੇ ਖੁਸ਼ ਨਹੀਂ ਹੁੰਦਾ, ਕਿਉਂਕਿ ਸ਼ਰਾਬ ਪੀਣ ਦੇ ਨਾਲ, ਕੋਈ ਵੀ ਤਰ੍ਹਾਂ ਦਾ ਨਸ਼ਾ ਕਰਨ ਦੇ ਨਾਲ ਬੁੱਧੀ ਜਿਹੜੀ ਕੀ ਹੁੰਦੀ ਹੈ, ਉਹ ਭ੍ਰਸ਼ਟ ਹੁੰਦੀ ਹੈ। ਉਹ ਭੈੜੇ ਵਿਚਾਰ ਤੁਹਾਡੇ ਜੀਵਨ 'ਚ ਪੈਦਾ ਹੁੰਦੇ ਆ। ਇਸ ਕਰਕੇ ਬਾਈਬਲ ਤੁਹਾਨੂੰ ਸ਼ਰਾਬ ਪੀਣ ਨੂੰ ਜਾਂ ਫਿਰ ਕਿਸੇ ਵੀ ਨਸ਼ੇ ਨੂੰ ਕਰਨ ਵਾਸਤੇ ਨਹੀਂ ਕਹਿੰਦੀ, ਲੇਕਿਨ ਇਹ ਗੱਲ ਕਰਦੇ ਵੀ ਤੇ ਖਾਣ ਦੀ। ਹਰੇਕ ਭੋਜਨ ਨੂੰ ਪ੍ਰਭੂ ਯਿਸੂ ਨੇ ਕੀ ਕੀਤਾ, ਉਹਨਾਂ ਨੇ ਫਿਰ ਸ਼ੁੱਧ ਠਹਿਰਾਤਾ। ਅੱਗੇ ਪੜਾਂਗੇ ਅਸੀਂ ਇਸ ਗੱਲ ਨੂੰ। ਸ਼ੁੱਧ ਠਹਿਰਾਏ। ਹਾਂ, ਫਿਰ ਉਹਨੇ ਆਖਿਆ, ਸੋ ਮਨੁੱਖ ਦੇ ਅੰਦਰੋਂ ਨਿਕਲਦਾ ਹੈ ਸੋਈ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ। ਦੇਖੀਏ, ਪ੍ਰਭੂ ਯਿਸੂ ਨੇ ਕਿਹਾ, ਕਹਿੰਦਾ ਕਿ ਜੋ ਕੁਝ ਮਨੁੱਖ ਦੇ ਅੰਦਰੋਂ ਨਿਕਲਦਾ ਹੈਗਾ ਉਹ ਇਨਸਾਨ ਨੂੰ ਅਸ਼ੁੱਧ ਕਰਦਾ, ਨਾ ਕਿ ਜੋ ਕੁਝ ਬਾਹਰੋਂ ਅੰਦਰ ਜਾਂਦਾ ਹੈ। ਹਾਲੇਲੂਇਆ। ਪਰਮੇਸ਼ਵਰ ਨੇ ਸਾਰੀਆਂ ਚੀਜ਼ਾਂ ਨੂੰ ਕੀ ਕੀਤਾ ਹੈ, ਪਹਿਲੀ ਗੱਲ ਤਾਂ ਉਹਨੇ ਸ਼ੁੱਧ ਠਹਿਰਾਇਆ। ਜਿਵੇਂ ਤੁਹਾਨੂੰ ਕਹਿੰਦਾ ਕਿ ਤੁਸੀਂ ਨੌਨ ਵੈਜੀਟੇਰੀਅਨ ਹੈਗੇ ਆ, ਅਸੀਂ ਵੈਜੀਟੇਰੀਅਨ ਆ, ਆਪਣੇ ਆਪ ਨੂੰ ਬਹੁਤ ਸ਼ੁੱਧ ਸਮਝਦੇ ਆ ਵੀ ਅਸੀਂ ਸ਼ਾਕਾਹਾਰੀ ਭੋਜਨ ਖਾਵਾਂਗੇ ਤਾਂ ਸਾਨੂੰ ਜੀ ਸਾਡੀ ਬੁੱਧੀ ਸ਼ੁੱਧ ਰਹੂਗੀ। ਨਹੀਂ, ਚਾਹੇ ਤੁਸੀਂ ਸ਼ਾਕਾਹਾਰੀ ਖਾਓ ਤੇ ਚਾਹੇ ਤੁਸੀਂ ਮਾਸਾਹਾਰੀ ਖਾਓ। ਵਚਨ ਦੱਸਦਾ ਪਿਆ ਕਿ ਹਰੇਕ ਗੱਲ ਜਿਹੜੀ ਤੁਹਾਡੇ ਅੰਦਰੋਂ ਬਾਹਰ ਨਿਕਲਦੀ ਆ ਉਹ ਤੁਹਾਨੂੰ ਸ਼ੁੱਧ ਕਰਦੀ ਆ, ਨਾ ਕਿ ਜਿਹੜੀ ਬਾਹਰੋਂ ਅੰਦਰ ਜਾਂਦੀ ਆ। ਜਿਹੜੀ ਬਾਹਰੋਂ ਅੰਦਰ ਜਾਂਦੀ ਆ ਉਹ ਕਿੱਥੋਂ ਵਾਪਸ ਨਿਕਲ ਜਾਂਦੀ, ਫਿਰ ਉਹ ਤੁਹਾਡੇ ਮੈਦੇ ਖਾਣੇ ਰਾਹੀਂ ਉਹ ਬਾਹਰ ਨਿਕਲ ਜਾਂਦੀ ਹੈ। ਤੁਹਾਨੂੰ ਮੇਰੀ ਗੱਲ ਸਮਝ ਆਈ? ਤੁਹਾਨੂੰ ਅਸੀਂ ਇਸ ਗੱਲ ਨੂੰ ਸਿੱਖਣਾ ਆ, ਜਿਸ ਗੱਲ ਨੂੰ ਇਹਦਾ ਮਤਲਬ ਕਿ ਜਿਹੜੇ ਮਾਸ ਜਾਂ ਅੰਡਾ ਖਾਣ ਨਾਲ ਇਨਸਾਨ ਕਦੀ ਵੀ ਅਸ਼ੁੱਧ ਨਹੀਂ ਹੋ ਸਕਦਾ। ਇਹ ਹੁਣ ਗੱਲ ਕਨਫਰਮ ਆ। ਤੁਸੀਂ ਖਾ ਵੀ ਸਕਦੇ ਆ, ਤੁਸੀਂ ਨਹੀਂ ਵੀ ਖਾ ਸਕਦੇ, ਹਰੇਕ ਦੀ ਆਪਣੀ ਇੱਛਾ ਦੇ ਉੱਪਰ ਡਿਪੈਂਡ ਕਰਦਾ। ਬਾਈਬਲ ਦੱਸਦੀ ਜੇ ਤੁਹਾਡਾ ਦਿਲ ਕਰਦਾ ਤੁਸੀਂ ਮਾਸ ਖਾਓ, ਜੇ ਨਹੀਂ ਕਰਦਾ ਤੇ ਤੁਸੀਂ ਕਹਿੰਦੇ ਸ਼ਾਕਾਹਾਰੀ ਤੁਸੀਂ ਰਹੋ। ਔਰ ਪ੍ਰਭੂ ਚਾਹੁੰਦੇ ਕਿ ਤੁਸੀਂ ਸ਼ਾਕਾਹਾਰੀ ਰਹੋ। ਤੁਹਾਨੂੰ ਬਾਈਬਲ 'ਚ ਵੀ ਗੱਲ ਲਿਖੀ ਹੈ ਕਿ ਤੁਸੀਂ ਮਾਸ ਨਾ ਹੀ ਖਾਓ। ਕਿਉਂ ਨਾ ਖਾਓ? ਕਿਉਂਕਿ ਮਾਸ ਦਾ ਜਿਹੜਾ ਗਲਣਾ ਉਹ ਬੜਾ ਟਾਈਮ ਲੱਗਦਾ ਮਾਸ ਨੂੰ ਗਲਣ ਵਿੱਚ। ਇਸ ਕਰਕੇ ਲੇਕਿਨ ਜਿਹੜੀਆਂ ਅਸੀਂ ਵੈਜੀਟੇਬਲਸ ਖਾਂਦੇ ਹਾਂ ਉਹ ਬਹੁਤ ਜਲਦੀ ਕੀ ਹੁੰਦੀਆਂ ਸਾਡੀ ਬੋਡੀ ਵਿੱਚ ਰਚ ਜਾਂਦੀਆਂ। ਆਹੀ ਖਾਲੀ ਕਾਰਨ ਹੈਗਾ ਇੱਕ। ਹੁਣ ਜੀਸਸ ਇੱਥੇ ਇੱਕ ਗੱਲ ਨੂੰ ਜਿਹੜਾ ਇੱਥੇ ਪੁਆਇੰਟ ਆਊਟ ਕਰ ਰਹੇ ਹੋ, ਕਹਿੰਦੇ ਕਿ ਮੈਂ ਇਸ ਗੱਲ ਨੂੰ ਦੇਖਦਾ ਪਿਆ ਕਿ ਤੁਹਾਡੇ ਅੰਦਰ ਜੋ ਚੀਜ਼ ਜਾਂਦੀ ਹੈ ਉਹ ਤੁਹਾਨੂੰ ਕੀ ਨਹੀਂ ਕਰਦੀ, ਉਹ ਅਸ਼ੁੱਧ ਨਹੀਂ ਕਰਦੀ, ਲੇਕਿਨ ਤੁਹਾਡੇ ਅੰਦਰੋਂ ਬਾਹਰ ਨਿਕਲਦੀ। ਦੇਖੀਏ ਇੱਥੇ ਸਾਈਕਲ ਹੈ ਕਿ ਇੱਕ ਚੀਜ਼ ਹੈਗੀ ਤੁਹਾਡੇ ਬਾਹਰੋਂ ਅੰਦਰ ਜਾਂਦੀ ਹੈ, ਔਰ ਦੂਜੀ ਕੀ ਅੰਦਰੋਂ ਬਾਹਰ ਆਉਂਦੀ ਹੈ। ਸਾਈਕਲ ਹੈ ਇਹ ਸਾਈਕਲ। ਪ੍ਰਭੂ ਨੂੰ ਜ਼ਿਆਦਾ ਜਿਹੜੀ ਕੰਸਰਨ ਹੈਗਾ ਉਹ ਤੁਹਾਡੇ ਅੰਦਰੋਂ ਬਾਹਰ ਦੇ ਵਿੱਚ ਆ, ਨਾ ਕਿ ਬਾਹਰੋਂ ਅੰਦਰ ਦੇ ਵਿੱਚ ਹੈਗਾ। ਹਾਲੇਲੂਇਆ। ਹੁਣ ਇੱਥੇ ਅਸੀਂ 13 ਤਰ੍ਹਾਂ ਦੀਆਂ ਗੱਲਾਂ ਪੜ੍ਹਨੀਆਂ। 13 ਤਰ੍ਹਾਂ ਦੇ ਪਾਪ ਹੈਗੇ ਇੱਥੇ। ਕਿੰਨੇ? 13। ਇੱਥੇ 13 ਟਾਈਪ ਦੇ ਜਿਹੜੇ ਸਿਨ ਹੈਗੇ ਆ, 13 ਤਰ੍ਹਾਂ ਦੇ ਪਾਪ ਹੈਗੇ ਜਿਹੜੇ ਅਸੀਂ ਪੜਾਂਗੇ ਹੁਣ, ਜਿਹੜੇ ਇਨਸਾਨ ਦੇ ਅੰਦਰ ਹੈਗੇ ਮਨ ਦੇ ਵਿੱਚ। ਪੜ੍ਹੀਏ ਜੀ ਅੱਗੇ। ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖਿਆਲ, ਹਰਾਮਕਾਰੀਆਂ, ਚੋਰੀਆਂ, ਖੂਨ, ਜਨਾਹਕਾਰੀਆਂ, ਲੋਭ, ਬਦੀਆਂ, ਛਲ, ਮਸਤੀ, ਬੁਰੀ ਨਜ਼ਰ, ਕੁਫਰ, ਅਹੰਕਾਰ, ਮੂਰਖਤਾ ਨਿਕਲਦੀ ਹਨ ਜੀ। ਪਹਿਲਾ ਜਿਹੜਾ ਪਾਪ ਹੈਗਾ ਉਹ ਪਾਪ ਕਿਹੜਾ ਹੈਗਾ? ਉਹ ਕਹਿੰਦਾ ਬੁਰੇ ਖਿਆਲ, ਈਵਲ ਥਾਟਸ ਜਿਹੜੇ ਹੈਗੇ ਆ ਉਹ ਸਾਡੇ ਕਿੱਥੋਂ ਨਿਕਲਦੇ ਭਲਾ? ਉਹ ਮਨ ਦੇ ਵਿੱਚ ਆ, ਸਾਡੇ ਮਨ ਦੇ ਵਿੱਚ।
ਹੁਣ ਇਹ ਜਿਹੜੇ ਪਾਪ ਅਸੀਂ ਪੜ੍ਹੇ, ਇਹ ਸਾਨੂੰ ਪਾਪ ਬਾਰੇ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਵੀ ਕਿੱਥੇ ਹੈਗੇ ਆ, ਕਿੱਥੇ ਲੱਭਣ ਦੀ ਲੋੜ ਨਹੀਂ ਹੈਗੀ ਕਿ ਤੁਹਾਡੇ ਕਿੱਥੇ ਹੈਗੇ ਇਹ ਦਿਲ ਦੇ ਵਿੱਚ ਹੀ ਹੈ, ਇਹ ਅੰਦਰ ਮਨ ਦੇ ਵਿੱਚ। ਇਹਨਾਂ ਦਾ ਜਿਹੜਾ ਜਗ੍ਹਾ ਹੈਗੀ ਰਹਿਣ ਦੀ, ਉਹ ਤੁਹਾਡਾ ਮਨ ਆ। ਹਾਲੇਲੂਇਆ। ਇਹ ਤੁਹਾਡੇ ਮਨ ਦੇ ਵਿੱਚ ਹੈਗੇ ਆ। ਤੁਹਾਨੂੰ ਆਪਣੇ ਮਨ ਦੇ ਵਿੱਚ ਝਾਕਣ ਦੀ ਲੋੜ ਆ ਕਿ ਮੇਰੇ ਮਨ ਦੇ ਵਿੱਚ ਮੈਂ ਝਾਕਣਾ ਵੀ ਇਹ ਕਿੱਥੇ ਕਿੱਥੇ ਹੈਗੇ, ਕਿਹੜੇ ਕਿਹੜੇ ਪਾਪ ਮੇਰੇ ਜੀਵਨ 'ਚ ਹੈਗੇ। ਉਹਨਾਂ 'ਚ ਪਹਿਲਾ ਪਾਪ ਜਿਹੜਾ ਹੈਗਾ ਆ ਉਹ ਹੈਗਾ ਆ ਬੁਰੇ ਬੁਰੇ ਖਿਆਲ। ਇਹਦਾ ਮਤਲਬ ਕਿ ਹਰੇਕ ਪਾਪ ਦੀ ਜਿਹੜੀ ਜੜ ਹੈਗੀ ਆ ਉਹ ਤੁਹਾਡਾ ਕੀ ਹੈਗਾ, ਉਹ ਖਿਆਲ, ਤੁਹਾਡਾ ਮਨ। ਤੁਹਾਡਾ ਮਨ ਆ ਜਿੱਥੇ ਉਹ ਜੜ ਉਹਨਾਂ ਦੀ ਉੱਥੇ ਹੈ। ਉੱਥੇ ਖੁਦਾ ਜਿਹੜਾ ਹੈਗਾ ਤੁਹਾਡੇ 'ਚ ਇੰਟਰਸਟਡ ਹੈਗਾ ਵੀ ਇੱਥੋਂ ਇਸ ਗੱਲ ਨੂੰ ਅਸੀਂ ਦੇਖਣਾ ਕਿ ਇਹ ਜਿਹੜੀ ਜਗ੍ਹਾ ਹੈਗੀ ਆ ਇਹਨੂੰ ਖਾਲੀ ਕਰਨ ਦੀ ਲੋੜ ਆ ਅੱਜ। ਹਾਲੇਲੂਇਆ। ਇਹ ਉਹ ਗੰਦਗੀ ਆ ਜਿਹੜੀ ਸਾਡੇ ਹਿਰਦੇ 'ਚ ਰਹਿੰਦੀ ਹੈ। ਜੇ ਤੁਸੀਂ ਹੱਥ ਧੋਤੇ ਬਿਨਾਂ ਖਾਣਾ ਖਾ ਲਓਗੇ, ਉਹ ਤੁਹਾਨੂੰ ਭ੍ਰਸ਼ਟ ਨਹੀਂ ਕਰਦੀ। ਜੇ ਤੁਸੀਂ ਬਿਨਾਂ ਮੂੰਹ ਧੋਤੇ ਤੁਸੀਂ ਖਾਣਾ ਖਾ ਲਓਗੇ, ਤੁਹਾਨੂੰ ਭ੍ਰਸ਼ਟ ਨਹੀਂ ਕਰੂਗਾ ਕਦੀ ਵੀ ਉਹ। ਜੇ ਤੁਸੀਂ ਬਿਨਾਂ ਨਹਾਤੇ ਹੋਏ ਤੁਸੀਂ ਪ੍ਰਾਰਥਨਾ ਕਰ ਲਓਗੇ, ਤੁਹਾਨੂੰ ਭ੍ਰਸ਼ਟ ਨਹੀਂ ਕਰੂਗੀ ਉਹ। ਲੇਕਿਨ ਜਿਹੜੇ ਤੁਹਾਡੇ ਅੰਦਰ ਗੱਲਾਂ ਹੈਗੀਆਂ, ਜਿਹੜੀ ਗੰਦਗੀ, ਉਹ ਇਨਸਾਨ ਨੂੰ ਭ੍ਰਸ਼ਟ ਕਰਦੀ। ਉਹਦੇ ਮਨ ਦੀਆਂ ਜਿਹੜੀਆਂ ਗੰਦੀਆਂ ਗੱਲਾਂ ਹੈਗੀਆਂ, ਉਹਨਾਂ 'ਚ ਪਹਿਲੀ ਗੰਦੀ ਗੱਲ ਹੈਗੀ ਆ ਬੁਰੇ ਬੁਰੇ ਵਿਚਾਰ। ਹਰੇਕ ਜਿਹੜਾ ਬਾਹਰੀ ਪਾਪ ਹੈਗਾ, ਜਿਹੜਾ ਕੰਮ ਕਰਦੇ ਆ, ਉਹਦਾ ਜਿਹੜਾ ਸੋਰਸ ਕੀ ਹੈਗਾ, ਉਹਦਾ ਸੋਰਸ ਹੈਗਾ ਤੁਹਾਡਾ ਮਨ। ਮਤਲਬ ਮੈਂ ਹੁਣ ਤੁਹਾਨੂੰ ਦੱਸਿਆ ਵੀ ਸੰਕਲਪ ਸ਼ਕਤੀ ਜਿਹੜੀ ਕਿੱਥੋਂ ਆਉਂਦੀ ਤੁਹਾਡੇ, ਉਹ ਮਨ ਵਿੱਚੋਂ ਆਉਂਦੀ ਹੈ। ਸੰਕਲਪ ਸ਼ਕਤੀ ਉਹ ਸ਼ਕਤੀ ਹੈ ਕਿ ਜੋ ਅਸੀਂ ਆਪਣੇ ਐਕਟ ਵਿੱਚ ਕਰਦੇ ਹਾਂ। ਸਾਡੇ ਦਿਲ 'ਚ ਖਿਆਲ ਆਇਆ, ਅਸੀਂ ਉਹਨੂੰ ਖਿਆਲ ਨੂੰ ਪੂਰਾ ਕੀਤਾ। ਕਿੱਦਾਂ ਅਸੀਂ ਇਹਨੂੰ ਦੇਖਾਂਗੇ, ਕਿਉਂਕਿ ਇੱਥੇ ਜਿਹੜੇ ਇਹ ਪਾਪ ਹੈਗੇ ਆ, ਇੰਗਲਿਸ਼ ਵਿੱਚ ਬੜਾ ਅੱਛਾ ਲਿਖਿਆ ਇਹਨੂੰ, ਲਿਖਿਆ ਈਵਲ ਥਾਟਸ। ਮੈਂ ਸ ਤਾਂ ਲਗਾਇਆ ਥਾਟਸ, ਕਿ ਇੱਕ ਥਾਟ ਹੈਗਾ ਤੇ ਕੀ ਹੈਗਾ ਥਾਟਸ। ਥਾਟ ਔਰ ਥਾਟਸ ਦੇ ਵਿੱਚ ਫਰਕ ਹੈ। ਵਿਚਾਰ ਔਰ ਕਿੰਨੇ ਵਿਚਾਰ, ਇੱਕ ਵਿਚਾਰ ਔਰ ਕਿੰਨੇ ਵਿਚਾਰ। ਥਾਟਸ ਦੇ ਵਿੱਚ ਆਂਦਾ ਹੈਗਾ ਉਹ ਪਲੂਰਲ ਹੈਗਾ ਆ। ਅੱਗੇ ਜਦੋਂ ਅਸੀਂ ਪੜ੍ਹਦੇ ਆ, ਬਾਕੀ ਗੱਲਾਂ ਪੜਾਂਗੇ, ਉਹ ਵੀ ਵਿੱਚ ਕੁਝ ਇਹੋ ਜਿਹੇ ਪਾਪ ਹੈਗੇ ਜਿਹੜੇ ਕੀ ਆਂਦੇ ਆ ਕਿੰਨਿਆਂ ਦੇ ਵਿੱਚ ਆ, ਕਿੰਨਿਆਂ ਦੇ ਵਿੱਚ, ਇੱਕ ਦੇ ਵਿੱਚ ਨਹੀਂ ਹੈ। ਉਹ ਜਿਹੜਾ ਇਹ ਵਾਲਾ ਪਾਪ ਹੈਗਾ ਆ ਥਾਟ ਵਾਲਾ, ਇੱਥੋਂ ਸ਼ੈਤਾਨ ਤੁਹਾਡੇ ਜੀਵਨ 'ਚ ਬਹੁਤ ਵੱਡੇ ਤਰੀਕੇ ਨਾਲ ਕੰਮ ਕਰਦਾ ਹੈ। ਉਹ ਤੁਹਾਨੂੰ ਖੁਦਾ ਤੋਂ ਹਮੇਸ਼ਾ ਪਰੇ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੁਣ ਮੈਂ ਤੁਹਾਨੂੰ ਦੱਸਾਂਗਾ, ਜਦੋਂ ਜਿਊਸ਼ ਹੁੰਦੇ ਸੀ, ਜਿਊਸ਼ ਦਾ ਉਹਨਾਂ ਦਾ ਇੱਕ ਟ੍ਰੈਡੀਸ਼ਨ ਸੀਗਾ ਕਿ ਉਹ ਕੀ ਕਰਦੇ ਸੀ, ਉਹ ਕੁਝ ਫੂਡ ਨੂੰ ਕਹਿੰਦੇ ਸੀ ਇਹਨੂੰ ਨਹੀਂ ਖਾਣਾ ਸੀ, ਵੀ ਆਪ ਜਿੱਦਾਂ ਸੂਰ ਨਹੀਂ ਖਾਣਾ, ਜਾਂ ਮੰਨ ਲਓ ਬੱਕਰਾ ਨਹੀਂ ਖਾਣਾ ਤੇ ਆਹ ਨਹੀਂ ਖਾਣਾ, ਇਦਾਂ ਦੇ ਉਹਨਾਂ ਦੇ ਕੁਝ ਇਹਨਾਂ ਦੇ ਫੂਡ ਬਣਾਏ ਸੀ ਉਹਨਾਂ ਨੇ ਕਿ ਅਸੀਂ ਇਹ ਫੂਡ ਨਹੀਂ ਖਾਣਾ ਹੈਗਾ। ਉਹ ਇਹ ਕਰਦੇ ਸੀ ਬਿਲੀਵ, ਜੇ ਅਸੀਂ ਇਹ ਫੂਡ ਖਾਵਾਂਗੇ ਇਹ ਸਾਨੂੰ ਖੁਦਾ ਤੋਂ ਕੀ ਕਰਦਾ, ਇਹ ਸਾਨੂੰ ਦੂਰ ਕਰਦਾ। ਇਹ ਜੇ ਅਸੀਂ ਇਦਾਂ ਦੇ ਫੂਡ ਖਾਵਾਂਗੇ ਤਾਂ ਖੁਦਾ ਇਸ ਗੱਲ ਤੋਂ ਹੈਪੀ ਨਹੀਂ ਹੈ। ਠੀਕ ਆ। ਔਰ ਇਦਾਂ ਦੀ ਗੱਲਾਂ ਬਾਈਬਲ ਦੱਸਦੀ ਹੈ ਕਿ ਇਦਾਂ ਦੀ ਗੱਲਾਂ ਖੁਦਾ ਤੋਂ ਤੁਹਾਨੂੰ ਦੂਰ ਕਰਦੀਆਂ ਜੇ ਤੁਸੀਂ ਇਦਾਂ ਦੀ ਸੋਚ ਰੱਖ ਕੇ ਚੱਲਦੇ ਪਏ ਜੀਵਨ ਦੇ ਵਿੱਚ, ਕਿ ਨਹੀਂ ਜੀ ਮੈਂ ਇਹ ਨਹੀਂ ਖਾਣਾ, ਨਹੀਂ ਜੀ ਮੈਂ ਇਦਾਂ ਨਹੀਂ ਕਰਨਾ। ਕਿਉਂਕਿ ਇਹਨਾਂ ਕੰਮਾਂ ਦੇ ਕਰਕੇ ਤਾਂ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦਿੱਤੀ ਹੈ ਕਿ ਸਾਨੂੰ ਪੁਰਾਣੇ ਵਹਿਮਾਂ ਦੇ ਵਿੱਚੋਂ, ਸਾਨੂੰ ਪੁਰਾਣੀ ਸੋਚ ਵਿੱਚੋਂ ਖੁਦਾ ਨੇ ਕੱਢ ਦਿੱਤਾ। ਜੇ ਅਸੀਂ ਹੱਲੇ ਵੀ ਖੁਦਾ ਵਿੱਚ ਆ ਕੇ ਵੀ ਜੇ ਅਸੀਂ ਉਹੀ ਪੁਰਾਣੀ ਗੱਲਾਂ ਰੱਖਾਂਗੇ ਤੇ ਖੁਦਾ ਇਸ ਗੱਲ ਤੋਂ ਕਦੇ ਵੀ ਤੁਹਾਡੇ ਤੋਂ ਖੁਸ਼ ਨਹੀਂ ਹੈ। ਹਾਲੇਲੂਇਆ। ਬੁਰੇ ਵਿਚਾਰ ਕਿੱਥੇ ਪੈਦਾ ਹੁੰਦੇ? ਸਾਡੇ ਮਨ ਦੇ ਵਿੱਚ। ਹੁਣ ਸਾਡੇ ਮੂੰਹ ਚੋਂ ਕੀ ਨਿਕਲਦਾ ਬੁਰੇ ਵਿਚਾਰਾਂ ਵਿੱਚ? ਅਸੀਂ ਥੋੜਾ ਜਿਹਾ ਅੱਜ ਦੇਖਾਂਗੇ ਉਸ ਗੱਲ ਨੂੰ। ਪਹਿਲੀ ਗੱਲ ਨਿਕਲਦੀ ਸਾਡੇ ਮੂੰਹ ਚੋਂ ਗਾਲਾਂ ਜਦੋਂ ਕੱਢਦੇ ਹਾਂ ਅਸੀਂ। ਜਦੋਂ ਅਸੀਂ ਗਾਲ ਕੱਢਦੇ ਹਾਂ ਉਹ ਸਾਡੇ ਮਨ ਦੇ ਵਿੱਚ ਉਹਨੇ ਜਗ੍ਹਾ ਧਰੀ ਹੋਈ ਹੈ, ਤਾਂ ਹੀ ਸਾਡੇ ਮੂੰਹ ਚੋਂ ਕੀ ਆਉਂਦੀ, ਗਾਲ ਬਾਹਰ ਆਉਂਦੀ ਹੈ। ਕਿਉਂਕਿ ਜਦੋਂ ਅਸੀਂ ਵਚਨ 'ਚ ਪੜ੍ਹਦੇ ਉੱਥੇ ਲਿਖਿਆ ਕਿ ਜੋ ਕੁਝ ਇਨਸਾਨ ਦੇ ਮੂੰਹ ਦੇ ਉੱਪਰ ਹੁੰਦਾ ਹੈ ਉਹ ਉਹਦੇ ਜੋ ਦਿਲ 'ਚ ਹੁੰਦਾ ਉਹੀ ਉਹਦੇ ਮੂੰਹ ਦੇ ਉੱਪਰ ਹੁੰਦਾ ਹੈ। ਪ੍ਰੇਜ਼ ਦ ਲਾਰਡ। ਜੇ ਅਸੀਂ ਗਾਲ ਕੱਢਦੇ ਹਾਂ ਤੇ ਗਾਲ ਪਹਿਲੇ ਸਾਡੇ ਦਿਲ ਦੇ ਵਿੱਚ ਹੈਗੀ ਤੇ ਫੇਰ ਅਸੀਂ ਕੱਢਦੇ ਬਾਹਰ, ਅਸੀਂ ਉਹਨੂੰ ਐਕਟ ਕਰਦੇ ਹਾਂ ਤੇ ਫੇਰ ਉਹ ਜਾ ਕੇ ਉਹ ਸਾਡਾ ਵਿਚਾਰ ਜਿਹੜਾ ਹੈਗਾ ਫਿਰ ਐਕਟ ਵਿੱਚ ਆਉਂਦਾ, ਐਕਟ ਵਿੱਚ। ਹਾਲੇਲੂਇਆ। ਜਿਹੜਾ ਸਾਡਾ ਐਕਟ ਹੈਗਾ, ਤੁਸੀਂ ਸਮਝਦੇ ਗੱਲ ਨੂੰ, ਸਾਡਾ ਐਕਟ ਜਿਹੜਾ ਹੈਗਾ, ਜਿਹੜਾ ਸਾਡਾ ਐਕਸ਼ਨ ਹੈਗਾ, ਜੋ ਅਸੀਂ ਬਿਹੇਵ ਕਰਦੇ ਹਾਂ ਉਹ ਪਹਿਲੇ ਸਾਡੇ ਬਾਈਬਲ ਦੱਸਦੀ ਕਿ ਸਾਡੇ ਮਨ ਦੇ ਵਿੱਚ ਉਹ ਹੈਗਾ ਆ, ਤਾਂ ਹੀ ਅਸੀਂ ਐਕਟ ਕਰਦੇ। ਜੇ ਮੈਂ ਗਾਲ ਨਹੀਂ ਕੱਢੂੰਗਾ ਤੇ ਮੇਰੇ ਮਨ ਦੇ ਵਿੱਚ ਗਾਲ ਨਹੀਂ ਹੈਗੀ। ਠੀਕ ਹੈ ਜੀ। ਇਹ ਉਹ ਬੁਰੇ ਵਿਚਾਰ ਹੈ, ਵਿਚਾਰ ਪੈਦਾ ਹੋਇਆ, ਵਿਚਾਰ ਪੈਦਾ ਕਿ ਮੈਂ ਇਹਨੂੰ ਦੱਸਾਂ। ਉਹ ਕਿੱਦਾਂ ਦੱਸਾਂ ਭਲਾ? ਐਕਟ ਕਰਕੇ। ਠੀਕ ਆ। ਫਿਰ ਜਦੋਂ ਅਸੀਂ ਗੰਦੇ ਗੰਦੇ ਜੋਕਸ ਅਸੀਂ ਬੋਲਦੇ ਹਾਂ, ਜੋਕਸ, ਜਦੋਂ ਅਸੀਂ ਗੰਦੇ ਗੰਦੇ ਚੁਟਕਲਿਆਂ ਤੇ ਹੱਸਦੇ ਹਾਂ ਤੇ ਜਾਂ ਅਸੀਂ ਗੰਦੇ ਚੁਟਕਲੇ ਬੋਲਦੇ ਹਾਂ, ਉਦੋਂ ਵੀ ਉਹ ਵਿਚਾਰ ਜਿਹੜੇ ਗੰਦਗੀ ਜਿਹੜੀ ਹੈਗੀ ਸਾਡੇ ਕਿੱਥੋਂ ਆਉਂਦੀ ਹੈ? ਉਹ ਦਿਲ ਵਿੱਚੋਂ ਆਉਂਦੀ ਹੈ। ਅੱਜ ਚਰਚਾਂ ਵਿੱਚ ਇਸ ਗੱਲ ਬਾਰੇ ਪ੍ਰੀਚ ਨਹੀਂ ਹੋ ਰਿਹਾ ਵੀ ਤੁਹਾਡੀ ਗੰਦਗੀ ਤੁਹਾਡੇ ਦਿਲ ਦੇ ਵਿੱਚ ਹੈਗੀ। ਅੱਜ ਚਰਚ ਵਿੱਚ ਪ੍ਰੀਚ ਹੋ ਰਿਹਾ ਕਿ ਤੁਹਾਡੇ ਅਕਾਊਂਟ ਵਿੱਚ ਐਨੇ ਪਾਉਂਡ ਆ ਰਹੇ ਆ। ਅਸੀਂ ਕੱਲ ਕਿਸੇ ਵੀਡੀਓ ਦੇਖੀ ਯੂਕੇ ਦੇ ਵਿੱਚ ਕਿ ਪਾਸਟਰ ਕਹਿੰਦਾ ਆਪਣੇ ਆਪ ਨੂੰ, ਤੇ ਬਾਈਬਲ ਦੇ ਸਾਹਮਣੇ ਮੈਂ ਤੁਹਾਨੂੰ ਬੰਦੇ ਨੂੰ ਬਿਲਕੁਲ ਹੀ ਰੱਦ ਕਰ ਦਿੱਤਾ, ਕਿਉਂਕਿ ਮੈਂ ਦੇਖਿਆ, ਕਿਉਂਕਿ ਮੈਂ ਬਾਈਬਲ ਨੂੰ ਜਾਣਦਾ ਹਾਂ। ਠੀਕ। ਉਹ ਕਹਿੰਦਾ ਮੈਂ ਪ੍ਰੇ ਕੀਤੀ ਤੇ ਉਹਦੇ ਅਕਾਊਂਟ ਦੇ ਵਿੱਚ 8 ਲੱਖ ਪਾਉਂਡ ਆਇਆ। 8 ਲੱਖ ਪਾਉਂਡ ਬਹੁਤ ਹੁੰਦਾ ਹੈ।
ਠੀਕ ਹੈ ਜੀ। ਕਦ ਨਾਲ ਆਇਆ ਮੈਨੂੰ ਨਹੀਂ ਪਤਾ ਲੱਗਾ ਵੀ ਕਿੱਥੋਂ ਆਇਆ ਜਾਂ ਆਇਆ ਕਿ ਨਹੀਂ ਆਇਆ, ਕਿਉਂਕਿ ਇਦਾਂ ਦੀ ਗੱਲਾਂ ਹੈਗੀਆਂ ਬਾਈਬਲ 'ਚ ਮੈਂ ਕਿਤੇ ਨਹੀਂ ਪੜ੍ਹੀਆਂ ਕਿ ਤੁਸੀਂ ਪ੍ਰਭੂ ਕੇ ਪ੍ਰਾਰਥਨਾ ਕਰੋ ਤੁਹਾਡੇ ਅਕਾਊਂਟ 'ਚ 8 ਲੱਖ ਪਾਉਂਡ ਆਊਗਾ ਤੇ ਜਾਂ 8 ਲੱਖ ਤੁਹਾਡੇ ਡਾਲਰ ਆਉਗੇ। ਠੀਕ ਹੈ ਨਾ। ਗੱਲ ਹੈਗੀ ਵੀ ਜੇ ਤੁਸੀਂ ਗੰਦਗੀ ਜਿਹੜਾ ਸਾਨੂੰ ਖੁਦਾ ਦੇ ਨਜ਼ਦੀਕ ਲੈ ਕੇ ਜਾਂਦੀ ਚੀਜ਼ ਉਹ ਕੀ ਹੈਗੀ ਹੈ, ਉਹ ਹੈਗਾ ਹੈ ਸਾਡੇ ਮਨ ਦੇ ਵਿਚਾਰ, ਸਾਡੇ ਮਨ ਦੀ ਸ਼ੁੱਧਤਾ, ਸਾਡੀ ਮਨ ਦੀ ਪਿਓਰਿਟੀ। ਹੁਣ ਇੱਥੇ ਜੇ ਅਸੀਂ ਗੰਦੇ ਜੋਕ ਸੇ ਅਸੀਂ ਹੱਸਦੇ ਹਾਂ, ਡਬਲ ਮੀਨਿੰਗ ਜੋਕ ਤੇ ਅਸੀਂ ਹੱਸਦੇ ਹਾਂ, ਉਹ ਸਾਡੇ ਵਿਚਾਰਾਂ ਨੂੰ ਸ਼ੁੱਧ ਨਹੀਂ ਕਰਦੀ ਵੀ ਚੀਜ਼, ਸਾਡੇ ਵਿਚਾਰਾਂ ਨੂੰ ਉਹ ਅਸ਼ੁੱਧਤਾ ਵੱਲ ਲੈ ਕੇ ਜਾ ਰਹੀ ਹੈ। ਠੀਕ ਹੈ ਜੀ। ਅਸੀਂ ਆਪਣੇ ਆਪ ਨੂੰ ਅਸੀਂ ਅੱਜ ਦੇਖਣਾ ਕਿ ਸਾਡੇ ਮਨ ਦੀ ਗੱਲ ਕਿੱਥੇ ਹੈਗੀ ਹੈ। ਲੜਾਈ ਕਰਨਾ ਵੀ ਤੁਹਾਡੇ ਮਨ ਦੇ ਵਿਚਾਰ ਹੈਗੇ, ਜਿਹੜੇ ਤੁਹਾਡੇ ਮਨ ਦੇ ਵਿੱਚ ਬੁਰਾ ਖਿਆਲ ਹੈ ਵੀ ਕਿ ਮੈਂ ਇਹਨਾਂ ਲੜਾਈ ਕਰਨੀ ਹੈ, ਕਿਉਂਕਿ ਖੁਦਾਵੰਦ ਕਦੀ ਵੀ ਲੜਾਈ ਕਲੇਸ਼ ਤੋਂ ਕਦੀ ਖੁਸ਼ ਨਹੀਂ ਹੁੰਦਾ। ਉਹ ਖੁਦਾ ਸ਼ਾਂਤੀ ਦਾ ਪਰਮੇਸ਼ਵਰ ਹੈ ਔਰ ਵਚਨ ਦੱਸਿਆ ਕਹਿੰਦਾ ਜਿੱਦਾਂ ਦੇ ਮੈਂ ਕੰਮ ਕਰਦਾ ਨਾ ਤੁਸੀਂ ਵੀ ਉੱਦਾਂ ਦੇ ਕੰਮ ਕਰੋਗੇ। ਜਿਸ ਘਰ ਦੇ ਵਿੱਚ ਲੜਾਈ ਝਗੜਾ ਹੈਗਾ ਆ, ਇਹਦਾ ਮਤਲਬ ਹੈਗਾ ਕਿ ਉੱਥੇ ਦੁਸ਼ਟ ਦਾ ਕੰਮ ਚੱਲ ਰਿਹਾ, ਉੱਥੇ ਪਵਿੱਤਰ ਆਤਮਾ ਕੰਮ ਨਹੀਂ ਹੈਗਾ। ਅਸੀਂ ਆਪਣੀ ਜਾਂਚ ਕਰਨੀ ਹੈ ਕਿ ਕਿਤੇ ਮੈਂ ਇੱਦਾਂ ਦੀ ਗੱਲ ਤਾਂ ਨਹੀਂ ਕਰਦਾ, ਮੈਂ ਕਿਤੇ ਕਿ ਮੈਂ ਜਿੱਦਾਂ ਦੀ ਗੱਲ ਕਰਦਾ ਪਿਆ ਜਾਂ ਕਰਦੀ ਪਈ ਤੇ ਮੇਰੇ ਅੰਦਰ ਦੁਸ਼ਟ ਆਤਮਾ ਕੰਮ ਕਰਦਾ ਪਿਆ, ਨਾ ਕਿ ਪਵਿੱਤਰ ਆਤਮਾ। ਪਵਿੱਤਰ ਆਤਮਾ ਮਤਲਬ ਕੀ ਹੈਗਾ? ਸ਼ਾਂਤੀ ਦਾ ਦੂਜਾ ਨਾਮ। ਇਹ ਉਹਦਾ ਫਲ ਆ, ਉਹਦਾ ਇਹ ਸ਼ਾਂਤੀ, ਧੀਰਜ, ਸੰਯਮ, ਇਹ ਉਹਦਾ ਫਲ ਆ। ਤੇ ਜੇ ਉਹ ਫਲ ਸਾਡੇ ਜੀਵਨ 'ਚ ਨਹੀਂ ਹੈਗਾ, ਅਸ਼ਾਂਤੀ ਹੈਗੀ ਹੈ ਜਾਂ ਸਾਡੇ 'ਚ ਕੰਟਰੋਲ ਹੈ ਨਹੀਂ, ਜਾਂ ਜੋ ਸਾਡੇ ਮਨ ਦੇ ਵਿਚਾਰ ਅਸੀਂ ਫਟਾਫਟ ਮੂੰਹ ਫਾੜ ਕੇ ਅਸੀਂ ਕਹਿ ਦਿੰਦੇ ਆ, ਇਹਦਾ ਮਤਲਬ ਕਿ ਸਾਡੇ ਦਿਲ ਦੇ ਵਿੱਚ ਦੁਸ਼ਟ ਆਤਮਾ ਕੰਮ ਕਰਦੀ ਪਈ ਆ। ਇਸ ਗੱਲ ਨੂੰ ਅਸੀਂ ਬਾਈਬਲ ਨਾਲ ਅਸੀਂ ਦੇਖਣਾ ਕਿ ਬਾਈਬਲ ਕੀ ਕਹਿੰਦੀ ਇਸ ਬਾਰੇ। ਠੀਕ ਹੈ ਜੀ। ਔਰ ਬੁਰੇ ਸ਼ਬਦਾਂ ਦਾ ਪ੍ਰਯੋਗ ਕਰਨਾ, ਬੁਰੇ ਸ਼ਬਦ, ਕਿਸੇ ਨੂੰ ਕਰਸ ਕਰਨਾ, ਜਾਂ ਤੇ ਨੱਦਾ ਹੋ ਜਾਵੇ, ਜਾਂ ਤੇ ਨੱਦਾ ਹੋ ਜਾਵੇ। ਕਈ ਵਾਰ ਅਸੀਂ ਕਰਸ ਕਰਦੇ ਹਾਂ ਆਪਣੇ ਬੁੱਲਾਂ ਦੇ ਉੱਪਰ। ਅਸੀਂ ਕਈ ਵਾਰੀ ਅਸੀਂ ਸੋਚਦੇ ਅਸੀਂ ਕੀ ਕਹਿੰਦੇ ਪਏ, ਔਰ ਵਚਨ ਦੱਸਦਾ ਹੈ ਕਿ ਕਹਿੰਦੇ ਹਰੇਕ ਬੁਰੀ ਗੱਲ ਦਾ ਇੱਕ ਦਿਨ ਕੀ ਹੋਣਾ ਹੈ? ਨਿਆਂ ਹੋਣਾ ਹੈ। ਅੱਛੀ ਗੱਲ ਦਾ ਨਿਆਂ ਨਹੀਂ ਹੋਣਾ, ਤੁਹਾਡੀ ਬੁਰੀਆਂ ਗੱਲਾਂ ਦਾ ਨਿਆਂ ਹੋਣਾ। ਬੁਰੀਆਂ ਗੱਲਾਂ ਕਹਿੰਦੇ ਜਿਹੜੇ ਬੁਰੇ ਸ਼ਬਦ ਤੁਸੀਂ ਮੂੰਹ ਚੋਂ ਕੱਢਦੇ ਆ, ਉਹਨਾਂ ਦਾ ਕੀ ਹੋਣਾ? ਇੱਕ ਦਿਨ ਉਹਨਾਂ ਦਾ ਨਿਆਂ ਹੋਣਾ ਆ। ਲੇਕਿਨ ਜੇ ਅਸੀਂ ਅੱਜ ਆਪਣੇ ਆਪ ਨੂੰ ਜਾਂਚ ਲਈਏ ਤੇ ਅਸੀਂ ਉਸ ਨਿਆਂ ਤੋਂ ਕੀ ਹੋ ਸਕਦੇ? ਅਸੀਂ ਬਚ ਸਕਦੇ ਹਾਂ ਅੱਜ, ਕਿਉਂਕਿ ਵਚਨ ਦੱਸਦਾ ਕਹਿੰਦਾ ਅੱਜ ਜਦੋਂ ਤੂੰ ਸੁਣਦਾ ਪਿਆ ਖੁਦਾ ਦਾ ਵਚਨ, ਤੂੰ ਅੱਜ ਇਸ ਗੱਲ ਨੂੰ ਮੰਨ ਕੇ ਤੇ ਤੂੰ ਕੀ ਕਰ? ਰਿਪੈਂਟ ਕਰ, ਤਾਂ ਕਿ ਤੂੰ ਬਚਾਇਆ ਜਾਵੇ। ਕਿਉਂਕਿ ਜਿਹੜੇ ਬੁਰੇ ਵਿਚਾਰ ਜਿਹੜੇ ਹੈਗੇ ਇਹ ਸਾਨੂੰ ਖੁਦਾ ਦੇ ਉਸ ਪਲਾਨ ਤੋਂ ਕੀ ਕਰਦੇ ਪਏ ਆ? ਇਹ ਦੂਰ ਕਰਦੇ। ਖੁਦਾ ਦਾ ਪਲਾਨ ਕੀ ਹੈਗਾ? ਖੁਦਾ ਦਾ ਪਲਾਨ ਹੈਗਾ ਕਿ ਹਰੇਕ ਕੋਈ ਇਨਸਾਨ ਬਚਾਇਆ ਜਾਵੇ ਔਰ ਸਵਰਗ ਦੇ ਵਿੱਚ ਉਹ ਖੁਦਾ ਦੇ ਨਾਲ ਆਪਣੇ ਨਾਲ ਰਵੇ। ਅਸੀਂ ਉਹਨੇ ਗੀਤ ਗਾਇਆ ਸੀ ਨਾ ਕਿ ਮੈਂ ਔਰ ਮੇਰਾ ਘਰਾਨਾ। ਅੱਜ ਸਾਨੂੰ ਲੋੜ ਹੈਗੀ ਕਿ ਅਸੀਂ ਆਪਣੀ ਚਿੰਤਾ ਪਹਿਲੇ ਕਰਨੀ ਹੈ ਕਿ ਮੈਂ ਕਿੱਦਾਂ ਬਚੂੰਗਾ। ਅਸੀਂ ਨਹੀਂ ਦੇਖਣਾ ਕਿ ਮੇਰੇ ਬੱਚੇ ਕਿੱਦਾਂ ਬਚੂਗੇ, ਮੇਰੀ ਵਾਈਫ ਕਿੱਦਾਂ ਬਚੂਗੀ। ਪਹਿਲੇ ਮੈਂ ਬਚੂੰਗਾ, ਕਿਉਂਕਿ ਵਚਨ 'ਚ ਲਿਖਿਆ ਹੈ ਤੂੰ ਬਚ ਤੇ ਫੇਰ ਮੈਂ ਤੇਰਾ ਘਰਾਨਾ ਬਚਾਊਂਗਾ। ਲੇਕਿਨ ਕਦੋਂ? ਜਦੋਂ ਤੂੰ ਬਚੂੰਗਾ ਪਹਿਲੇ। ਜੇ ਮੈਂ ਆਪ ਹੀ ਜੇ ਨੇਰੇ ਵਿੱਚ ਹੈਗਾ ਤੇ ਮੈਂ ਕਿਸੇ ਨੂੰ ਕਿੱਦਾਂ ਕਹਿ ਦੂੰਗਾ ਵੀ ਤੂੰ ਵੀ ਇੱਧਰ ਤੂੰ ਚੱਲ ਜੀ ਰੋਸ਼ਨੀ ਵਿੱਚ? ਨਹੀਂ, ਮੈਂ ਕਹਿ ਸਕਦਾ ਇਸ ਗੱਲ ਨੂੰ। ਹਾਲੇਲੂਇਆ। ਜਿਹੜਾ ਅਗਲਾ ਪਾਪ ਹੈਗਾ ਆ ਉਹ ਹੈਗਾ ਵਿਅਭਿਚਾਰ ਦਾ ਪਾਪ। ਵਿਅਭਿਚਾਰ ਮਤਲਬ ਕਿ ਫੋਰਨੀਕੇਸ਼ਨ, ਇਹਨੂੰ ਕਹਿ ਸਕਦੇ ਇੰਗਲਿਸ਼ ਦੇ ਵਿੱਚ ਅਸੀਂ ਫੋਰਨੀਕੇਸ਼ਨ। ਠੀਕ ਹੈ। ਅਡਲਟਰੀ ਦਾ ਜਿਹੜਾ ਪਾਪ ਹੈਗਾ ਇਹ ਦੁਨੀਆ 'ਚ ਬਹੁਤ ਜ਼ੋਰਾਂ ਨਾਲ ਕੰਮ ਕਰਦਾ ਪਿਆ ਹੈ। ਮੈਨੂੰ ਖੁਦਾ ਨੇ ਬੜਾ ਡੀਪਲੀ ਇਹਦੇ ਉੱਪਰ ਜਿਹੜਾ ਖੁਦਾ ਨੇ ਮੈਨੂੰ ਸਮਝ ਦਿੱਤੀ ਕੱਲ ਮੈਂ ਜਦੋਂ ਪੜ੍ਹਦਾ ਪਿਆ ਸੀ ਬਾਈਬਲ। ਇਹ ਇੱਕ ਇਹੋ ਜਿਹਾ ਪਾਪ ਹੈਗਾ ਜਿਹੜਾ ਖੁਦਾ ਦੀਆਂ 10 ਸਿਰਫ ਹੁਕਮ ਸੀ ਦਿੱਤੇ ਖੁਦਾ ਨੇ ਆਪਣੇ ਲੋਕਾਂ ਨੂੰ। ਉਹਨਾਂ ਵਿੱਚੋਂ ਇੱਕ ਹੁਕਮ ਇਹ ਵੀ ਸੀਗਾ ਕਿ ਤੂੰ ਵਿਅਭਿਚਾਰ ਨਾ ਕਰੀ, ਤੂੰ ਅਡਲਟਰੀ ਕਦੀ ਨਾ ਕਰੀ। ਅੱਜ ਮੈਂ ਕੱਲ ਅਸੀਂ ਇੱਕ ਨਿਊਜ਼ ਦੇਖੀ, ਇੰਡੀਆ ਦੇ ਵਿੱਚ 2 ਕਪਲ ਜਿਹੜੇ ਹੈਗੇ ਗੇ ਕਪਲ ਨੇ ਮੈਰਿਜ ਕਰਵਾਈ ਬੜੀ ਧੂਮਧਾਮ ਦੇ ਨਾਲ। ਬੜੀ ਧੂਮਧਾਮ ਨਾਲ ਮੈਰਿਜ ਹੋਈ, ਉਹਨਾਂ ਨੇ ਫੇਰੇ ਵੀ ਲਏ। ਉਹਨਾਂ ਨੇ ਦੋਨੇ ਕਹਿੰਦੇ ਗਏ ਆ ਅਸੀਂ, ਬੜੀ ਅੱਛੀ ਜੌਬ ਕਰਦੇ ਇੰਡੀਆ ਦੇ ਵਿੱਚ, ਉਹ ਕਲਕੱਤਾ ਦੇ ਵਿੱਚ। ਤੇ ਉਹਨਾਂ ਨੇ ਵਿਆਹ ਕੀਤਾ ਧੂਮਧਾਮ ਦੇ ਨਾਲ, ਮਹਿੰਦੀ ਲਗਾਈ ਉਹਨਾਂ ਨੇ ਬਕਾਇਦਾ, ਸਾਰਾ ਕੁਝ ਕੀਤਾ। ਉਹ ਕਹਿੰਦੇ ਹੁਣ ਇਹ ਨਹੀਂ ਪਤਾ ਸੀਗਾ ਵੀ ਦੁਲਹਨ ਕੌਣ ਹੈਗੀ ਦੋਨਾਂ 'ਚ, ਮੈਨੂੰ ਨਹੀਂ ਸਮਝ ਆਈ, ਜਾਂ ਫਿਰ ਆਦਮੀ ਕੌਣ ਸੀ, ਹੁਣ ਤੱਕ ਮੈਨੂੰ ਸਮਝ ਨਹੀਂ ਆਈ ਗੱਲ ਇਹ ਵਾਲੀ। ਠੀਕ ਹੈ। ਬਾਈਬਲ ਦੇ ਹਿਸਾਬ ਨਾਲ ਜਿਹੜਾ ਹੈਗਾ ਆ ਵਿਅਭਿਚਾਰ ਜਿਹੜਾ ਹੈਗਾ, ਚਾਹੇ ਉਹ ਤੁਸੀਂ ਬਿਨਾਂ ਪਤਨੀ ਦਾ ਕਰੋ, ਚਾਹੇ ਪਤਨੀ ਨਾਲ ਕਰੋ, ਚਾਹੇ ਤੁਸੀਂ ਕਿਸੇ ਔਰਤ ਨਾਲ ਕਰਦੇ ਆ, ਚਾਹੇ ਬੰਦੇ ਨਾਲ ਕਰਦੇ ਆ, ਉਹਦਾ ਪਾਪ ਉਹ ਸੇਮ ਹੀ ਗਿਣਿਆ ਜਾਂਦਾ ਬਾਈਬਲ ਦੇ ਵਿੱਚ। ਔਰ ਬਾਈਬਲ ਇਸ ਗੱਲ ਦੇ ਬਿਲਕੁਲ ਖਿਲਾਫ ਹੈਗੀ ਆ, ਸ਼ੁਰੂ ਤੋਂ ਖਿਲਾਫ ਆ ਔਰ ਹਮੇਸ਼ਾ ਉਹਨੇ ਖਿਲਾਫ ਰਹਿਣਾ। ਕਿਉਂਕਿ ਖੁਦਾ ਬੰਦੇ ਜਿਹੜੇ ਸਟੈਂਡਰਡ ਹੈਗੇ ਆ, ਜਿਹੜਾ ਖੁਦਾ ਨੇ ਆਦਮ ਔਰ ਹਵਾ ਬਣਾਈ ਸੀਗੀ, ਉਹਨੇ ਖੁਦਾ ਨੇ ਕੋਈ ਸੋਚ ਕੇ ਬਣਾਇਆ ਸੀਗਾ। ਇਹ ਨਹੀਂ ਹੈਗਾ ਵੀ ਉਹਨੇ ਆਦਮ ਕਿਉਂ ਨਹੀਂ ਬਣਾਤਾ ਫਿਰ ਉਸ ਵੇਲੇ, ਜਾਂ ਹਵਾ ਕਿਉਂ ਨਹੀਂ ਬਣਾਤੀ ਉਹਨੇ। ਅੱਜ ਇਸ ਗੱਲ ਦੇ ਉੱਪਰ ਲੋਕਾਂ ਨੇ, ਮੈਂ ਦੇਖਿਆ ਕੁਝ ਮਸੀਹ ਲੋਕਾਂ ਨੇ, ਮੈਂ ਦੇਖੇ ਕਮੈਂਟ ਉੱਥੇ ਕਹਿੰਦੇ ਹਾਂਜੀ, ਕਹਿੰਦੇ ਵੀ ਆਰ ਹੈਪੀ ਟੂ ਸੀ ਯੂ। ਇਹ ਕੁਝ ਕ੍ਰਿਸਚਨ ਲੋਕਾਂ ਨੇ ਉਹਨਾਂ ਨੂੰ ਕੀ ਕੀਤਾ, ਉਹਨਾਂ ਨੂੰ ਕਿਹਾ ਵੀ ਹਾਂ ਠੀਕ ਹੈ ਜੀ, ਆ ਗੱਲ ਸਹੀ ਆ, ਅਸੀਂ ਐਕਸੈਪਟ ਕਰਦੇ ਹਾਂ। ਤੇ ਮੈਨੂੰ ਬੜਾ ਸੋਚ ਪਿਆ, ਮੈਂ ਕਿਹਾ ਵੀ ਇਹ ਜਨਾਨੀ ਜਿਹੜੀ ਤੇ ਗੱਲ ਕਰਦੀ ਪਈ ਹੈ, ਇਹ ਮੈਂ ਕਿਹਾ ਕਹਿੰਦੀ ਖੁਦਾ ਦੀ ਹੈਗੀ, ਮੈਂ ਕਹਿੰਦੀ ਬਾਈਬਲ ਜਾਣਦੀ, ਲੇਕਿਨ ਇਹ ਖੁਦਾ ਦੇ ਜਿਹੜੇ ਖਿਲਾਫ ਖੜੀ ਹੋ ਕੇ ਸ਼ੈਤਾਨ ਦੀਆਂ ਗੱਲਾਂ ਨੂੰ ਯੈਸ ਕਰਦੀ ਪਈ ਆ। ਕਿਉਂਕਿ ਲੋਕ ਡਰਦੇ ਮਾਰੇ ਲੋਕੀ ਗੱਲ ਨਹੀਂ ਕਰਦੇ। ਜਿਹੜਾ ਇਹ ਪਾਪ ਹੈਗਾ ਆ ਅਡਲਟਰੀ, ਇਹ ਇੱਕ ਇਹੋ ਜਿਹਾ ਪਾਪ ਹੈਗਾ ਜਿਹੜਾ ਬਾਈਬਲ ਇਹਦੇ ਬਿਲਕੁਲ ਖਿਲਾਫ ਹੈਗੀ ਆ। ਔਰ ਇਹ ਪਾਪ ਅਸੀਂ ਕੀ ਕਰਦੇ ਹਾਂ, ਅਸੀਂ ਆਪਣੇ ਸਰੀਰ ਦੇ
ਵਿਰੋਧ 'ਚ ਕਰਦੇ ਆ, ਸਰੀਰ ਦੇ ਵਿਰੋਧ ਦੇ ਵਿੱਚ। ਇਹ ਉਹ ਪਾਪ ਆ ਜਿਹੜਾ ਬਾਈਬਲ ਦੱਸਦੀ, ਕਹਿੰਦੇ ਬਾਕੀ ਸਾਰੇ ਪਾਪ ਜਿੰਨੇ ਵੀ ਹੈਗੇ ਆ ਤੁਸੀਂ ਕਹਿੰਦੇ ਆਪਣੇ ਸਰੀਰ ਤੋਂ ਬਾਹਰ ਕਰਦੇ ਆ, ਬਾਹਰ ਲੋਕਾਂ ਨਾਲ ਕਰਦੇ, ਲੇਕਿਨ ਇਹ ਜਿਹੜਾ ਪਾਪ ਹੈਗਾ ਇਹ ਤੁਸੀਂ ਆਪਣੇ ਆਪ ਨਾਲ ਕਰਦੇ ਆ, ਆਪਣੀ ਬੋਡੀ ਨਾਲ ਕਰਦੇ ਆ। ਔਰ ਵਚਨ ਦੱਸਦਾ ਹੈ, ਕਹਿੰਦੇ ਤੁਹਾਡਾ ਜਿਹੜਾ ਬੋਡੀ ਹੈਗੀ ਉਹ ਕੀ ਹੈਗੀ, ਉਹ ਪਵਿੱਤਰ ਆਤਮਾ ਦਾ ਮੰਦਰ। ਇਹ ਇਹਨਾਂ ਨੂੰ ਪਤਾ ਕਿਹਾ ਜਾ ਰਿਹਾ, ਇਹ ਉਹ ਲੋਕ ਨੇ ਜਿਹੜੇ ਲੋਕ ਖੁਦਾ ਦੇ ਉਸ ਗੱਲ ਤੋਂ ਬਾਹਰ ਹੈਗੇ। ਇਹ ਉਹ ਲੋਕ ਆ ਜਿਹੜੇ ਕ੍ਰਿਸਚਨ ਹੈਗੇ ਲੋਕ, ਇਹ ਉਹ ਲੋਕ ਆ ਜਿਹੜੇ ਕ੍ਰਿਸਚਨ ਕਹਿੰਦੇ ਆਪਣੇ ਆਪ ਨੂੰ, ਜਿਹੜੇ ਕਹਿੰਦੇ ਅਸੀਂ ਪ੍ਰਭੂ ਨੂੰ ਜਾਣਦੇ ਆ, ਲੇਕਿਨ ਹੱਲੇ ਵੀ ਉਹਨਾਂ ਦਾ ਜੀਵਨ ਜਿਹੜਾ ਹੈਗਾ ਉਹ ਪਾਪ 'ਚ ਫਸਿਆ ਹੋਇਆ। ਉਹ ਲੋਕਾਂ ਬਾਰੇ ਗੱਲ ਕੀਤੀ ਜਾ ਰਹੀ ਹੈ। ਅੱਜ ਖੁਦਾਵੰਦ ਆਪਣੇ ਲੋਕਾਂ ਨਾਲ ਗੱਲ ਕਰਦਾ। ਖੁਦਾ ਨੂੰ ਦੂਜੇ ਲੋਕਾਂ ਨਾਲ ਕੋਈ ਮਤਲਬ ਨਹੀਂ ਹੈਗਾ, ਖੁਦਾ ਨੂੰ ਆਪਣੇ ਲੋਕਾਂ ਨਾਲ ਮਤਲਬ ਆ, ਕਿਉਂਕਿ ਅਸੀਂ ਲੋਕਾਂ ਨੇ ਬਪਤਿਸਮਾ ਲਿਆ ਖੁਦਾ ਦੇ ਨਾਮ ਦੇ ਵਿੱਚ। ਅਸੀਂ ਲੋਕਾਂ ਨੇ ਖੁਦਾ ਨੂੰ ਐਕਸੈਪਟ ਕੀਤਾ ਆਪਣੀ ਲਾਈਫ ਦੇ ਵਿੱਚ। ਇਹ ਉਹਨਾਂ ਲੋਕਾਂ ਬਾਰੇ ਗੱਲ ਕੀਤੀ ਜਾ ਰਹੀ ਹੈ। ਬਾਕੀ ਦੁਨੀਆ ਦਾ, ਕਿਉਂਕਿ ਵਚਨ ਦੱਸਦਾ ਕਹਿੰਦੇ ਦੁਨੀਆ ਦਾ ਰਾਜਾ ਹੈਗਾ ਤੇ ਉਹ ਦੁਨੀਆ ਵੀ ਉਹਦੀ ਬਾਕੀ, ਲੇਕਿਨ ਜਿਹੜੇ ਲੋਕਾਂ ਨੂੰ ਖੁਦਾ ਨੇ ਬਚਾਇਆ ਉਹਨਾਂ ਨਾਲ ਖੁਦਾ ਹਮੇਸ਼ਾ ਆਪਣੇ ਵਚਨ ਨਾਲ ਕੀ ਕਰਦਾ, ਉਹਨਾਂ ਨੂੰ ਹਮੇਸ਼ਾ ਵਾਰਨ ਕਰਦਾ ਕਿ ਤੁਸੀਂ ਇਹ ਕੰਮ ਨਾ ਕਰੋ। ਆਈਏ ਅਸੀਂ ਪੜਾਂਗੇ ਨੀਤੀ ਵਚਨ, ਪੜ੍ਹੀਏ ਜੀ 5 ਅਧਿਆਏ ਜੀ, ਉਹਦਾ 7 ਤੋਂ ਲੈ ਕੇ ਅਸੀਂ 23 ਆਇਤ ਪੜਾਂਗੇ ਅਸੀਂ, ਕਿਉਂਕਿ ਇਹ ਜਿਹੜੀ ਵਾਰਨਿੰਗ ਹੈਗੀ ਹੈ ਇਹ ਚਾਹੇ ਔਰਤ ਆ ਤੇ ਚਾਹੇ ਆਦਮੀ ਹੈ, ਇਹ ਦੋਨਾਂ ਵਾਸਤੇ ਵਾਰਨਿੰਗ ਹੈ ਬਲੀ, ਕਿਉਂਕਿ ਖੁਦਾ ਆਪਣੇ ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈ। ਇਹ ਇਦਾਂ ਦਾ ਪਾਪ ਹੈਗਾ ਹੈ ਜਿਹੜਾ ਪਰਮੇਸ਼ਵਰ ਇਹਨੂੰ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦਾ, ਕਦੀ ਵੀ ਨਹੀਂ ਬਰਦਾਸ਼ਤ ਕਰਦਾ। ਉਹਦੇ ਜਿਹੜੇ ਸਟੈਂਡਰਡਸ ਹੈਗੇ ਆ, ਜਿਹੜੀ ਉਹਦੀ ਸੋਚ ਹੈਗੀ ਉਹ ਇਹਨੂੰ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦੀ। ਜਿਹੜੇ ਲੋਕ ਇਸ ਗੱਲ 'ਚ ਹਾਮੀ ਭਰਦੇ ਆ ਉਹ ਖੁਦਾ ਦੇ ਖਿਲਾਫ ਕਰਦੇ ਆ, ਖੁਦਾ ਦੇ ਖਿਲਾਫ ਖੜੇ ਹੁੰਦੇ ਲੋਕ। ਉਹ ਕਿੱਥੇ ਭਲਾ ਕਰਦੇ ਪਤਾ ਹਾਮੀ, ਉਹ ਇੱਥੇ। ਔਰ ਅਸੀਂ ਇਹਨੂੰ ਕੰਡੈਮ ਕਰਦੇ, ਅਸੀਂ ਇਹਦਾ ਵਿਰੋਧ ਕਰਨਾ ਸੀ ਇਸ ਗੱਲ ਦਾ ਕਿ ਨਹੀਂ ਅਸੀਂ ਇਹਦਾ ਵਿਰੋਧ ਕਰਾਂਗੇ, ਕਿਉਂਕਿ ਸਾਡਾ ਪਰਮੇਸ਼ਵਰ ਇਸ ਗੱਲ ਦਾ ਕੀ ਕਰਦਾ ਹੈ, ਵਿਰੋਧ ਕਰਦਾ ਹੈ। ਅਸੀਂ ਵੀ ਉਹਦੇ ਨਾਲ ਖੜੇ ਹੁੰਦੇ ਹਾਂ ਇਸ ਪਾਪ ਦੇ ਖਿਲਾਫ, ਨਾ ਕਿ ਪਾਪੀ ਦੇ ਖਿਲਾਫ। ਹਾਂਜੀ ਪੜ੍ਹੀਏ ਜੀ ਇਹਨੂੰ 7 ਤੋਂ ਲੈ ਕੇ 23 ਆਇਤ ਤੱਕ ਪੜ੍ਹੀਏ। इसलिए अब हे मेरे पुत्रों, ਕਹਿੰਦਾ ਅਬ हे मेरे पुत्रों मेरी सुनो हाँ और मेरी बातों से मुंह ना मोड़ो। ਕਹਿੰਦੇ ਤੁਸੀਂ ਬਾਈਬਲ ਦੀ ਗੱਲਾਂ ਤੋਂ ਮੂੰਹ ਨਾ ਮੋੜੋ। ऐसी स्त्री से दूर रह हाँ और उसकी डेवरी के पास भी ना जाना। ਕਹਿੰਦਾ ਤੂੰ ਉਹਦੇ ਘਰ ਦੇ ਕੋਲ ਵੀ ਨਾ ਜਾਈਂ, ਉਹਦੇ ਤੋਂ ਪੈਰ ਵੀ ਰੱਖਣਾ ਉਸ ਜਗ੍ਹਾ ਦੇ ਉੱਪਰ। ਇਹ ਔਰਤ ਕਿਤੇ ਵੀ ਹੋ ਸਕਦੀ ਹੈ, ਇਹ ਔਰਤ ਤੁਹਾਡੇ ਕੰਮ ਤੇ ਵੀ ਹੋ ਸਕਦੀ ਹੈ, ਇਹ ਔਰਤ ਤੁਹਾਡੀ ਫਰੈਂਡ ਵੀ ਹੋ ਸਕਦੀ ਹੈ, ਇਹ ਔਰਤ ਤੁਹਾਡੀ ਫੈਮਿਲੀ ਵਿੱਚ ਵੀ ਹੋ ਸਕਦੀ ਹੈ। ठीक है जी, औरत कितने भी हो सकती है औरतें। कहीं ऐसा ना हो कि तू अपना यश औरों के हाथ और अपना जीवन क्रूर जन के वश में कर दे। देखिए कहते ये ना हो कि तू तेरा यश रहेगा, जेड़ा तेरी धन दौलत हैगी, जेड़ा तू कमाई करूंगा या जेड़ा तेरा जो तू अपना तेरी जी पावर हैगी वो भी तू किसी थर्ड जी जनानी है जिन्होंने तू नहीं जानता ओदे हथ में। और तू अपने अंतिम समय में जबकि तेरा शरीर शीर्ण हो जाए तब ये कहकर हाय मारने लगे। हाँ कहना जो तू बुढ़ा हो जाए ना कि तू ये समा जो है जवानी का जो तेरा टाइम है तू हुण ही अपने आप ठीक करना है। ये नहीं कि जो तू बुढ़ा हो जाए फिर कहें हाय मैं तो प्रभु तेरी गल नहीं सुनी पढ़ के मैंने शिक्षा से कैसा बैठ। देखिए कहना तू ये ना कि एंड दे विच कि मैं शिक्षा से कैसा हूं। लोग की करते हैं, कई लोग कहते हैं कि मेरा तो डैडी ना सारी उम्र का मतलब कि कदर कहते बस अंत में एंड च उन्होंने बैप्टिज्म ले लिया खुदा दे नाल ते कहंदे खुदा दे घर दे विच। मैं तुहानूं कहना वो बंदा खुदा दे घर च नहीं गया। क्यों नहीं गया? क्योंकि बाइबल दसदी इस गल ये नहीं कि बुढ़ापे दे विच नहीं सारी उम्र तुसीं पाप च रहो ते एंड च जो सारा कुछ तुसीं इंजॉय कर दुनिया दे उपर। क्योंकि वचन दसदा कि जेड़ा मेरे विच चलूगा उन्हें दुख उठाना पैना। जिन्हें दुख नहीं उठाया वो खुदा दे घर च नहीं जाऊगा कभी भी, उन्हें दुख झलना पैना है। दुखी इंसान जो है तां ही वचन कहता मैं तुहाडे हंझू पहुंचूंगा उत्थे जाके तुहाडे हंझू मैं साफ करूंगा उत्थे असीं रहांगे खुदा दे नाल। लेकिन कौन लोग जिन्हां ने जवानी दे विच अपने खुदा नूं करतार नूं याद रखिया उन्हां नूं। हालेलुया। मैंने शिक्षा से कैसा बैर किया और डांटने वाले का कैसा तिरस्कार किया। हाँ कहना मैं डांटने वाले मैंने पास्टर ने भी कहा तेनों तेरे भरावां ने कहा भी तू आ काम ना कर ना कर ना कर। बाइबल तेनों कहती तू ना कर लेकिन तू उन्हें की कीता तू बाइबल नाल वैर कीता। तू अपने लोगों नाल पास्टर नाल वैर कीता कि मैनूं क्यों कहंदा है मैनूं बार-बार ये मैनूं क्यों कहंदा सिगरटां ना पी, ये मैनूं क्यों कहंदा तू शराबां ना पी, क्यों कहंदा मैनूं तू व्यभिचार च ना जा, क्यों कहंदा भी मैनूं ये क्योंकि खुदा तैनूं प्यार करदा है। मैंने अपने गुरुओं की बातें ना मानी। कहता मैंने अपने गुरुओं की बातें ना मानी और अपने सिखाने वाले की ओर ध्यान ना लगाया। देखिए कहना जिन्हें मैंने सिखाते सी मैं उन्होंने में ध्यान नहीं दिता, बस मैं सुनिया तो सुन के चर्च चो आके मैं उन्होंने कामों च लगा रहा। ये व्यभिचार के खिलाफ बहुत बड़ी चेतावनी है जी। मैं सभा और मंडली के बीच में प्राय बुराइयों में जा पड़ा। हाँ तू अपने ही कुंड से पानी और अपने ही कुएं के सोते का जल पिया करना। कहते तू अपने कुंड का तू अपनी वाइफ नाल प्यार करना है। जे तुसी एक दूजे नाल इकट्ठे होने तुसी अपनी वाइफ नाल इकट्ठे होना है। तेरे शरीर से संबंध है वो तेरी वाइफ नाल होने चाहिए है, क्योंकि तुसी शरीर दे विच भी एक हैगे तुसी आत्मा च भी तुसी एक हैगे। ये बाइबल दी जिहड़ी हैगी ये आशीष है खुदा दी दित्ती हुई कि तू अपनी पत्नी नाल प्यार कर दूजी नाल नहीं।
क्या तेरे सोतों का पानी सड़क में और तेरे जल की धारा चौकों में बह जाने पाए? ਹਾਂ ਕਹਿੰਦੇ ਤੂੰ ਸੋਚ ਕੇ ਦੇਖ ਕਿ ਜਿਹੜਾ ਤੂੰ ਪਿਆਰ ਕਰਦਾ, ਜਿਹੜੇ ਤੈਨੂੰ ਖੁਦਾ ਨੇ ਤੈਨੂੰ ਸ਼ਕਤੀ ਦਿੱਤੀ ਹੈ, ਉਹ ਸ਼ਕਤੀ ਤੂੰ ਕਿਸੇ ਹੋਰ ਨੂੰ ਦੇਣਾ ਚਾਹਨਾ ਜਿਹਦੇ ਨਾਲ ਤੇਰਾ ਕੋਈ ਸੰਬੰਧ ਨਹੀਂ ਹੈਗਾ। या केवल तेरे ही लिए रहे हाँ। और तेरे संग औरों के लिए ना हो। ਹਾਂ तेरा सोता धन्य रहे हाँ। और अपनी जवानी की पत्नी के साथ आनंदित रहे। ਸੀ ਕਹਿੰਦਾ ਤੂੰ ਆਪਣੀ ਜਵਾਨੀ ਦੀ ਪਤਨੀ ਨਾਲ ਕੀ ਕਰ, ਤੂੰ ਉਹਨਾਂ ਆਨੰदित ਰਹਿ। ਅੱਗੇ प्रिय हिरणी या सुंदर सांभरनी के समान उसके स्तन हाँ। सर्वदा तुझे संतुष्ट करें और उसी का प्रेम नित्य तुझे आकर्षित करता है। ਪ੍ਰੇਜ਼ ਦ ਲਾਰਡ। ਦੇਖੀ ਕਿੰਨੀ ਪਿਆਰੀ ਗੱਲ ਹੈ ਕਿ ਬਾਈਬਲ ਦਾ ਖੁਦਾ ਤੁਹਾਨੂੰ ਕਿਸ ਲੈਵਲ ਦਾ ਤੁਹਾਨੂੰ ਪਿਆਰ ਕਰਦਾ ਨਾ। ਉਹ ਕਹਿੰਦਾ ਤੂੰ ਉਹਦੇ ਸਤਨ ਨੂੰ ਦੇਖ, ਹਨਾ, ਤਾਂ ਕਿ ਉਹ ਜਿਹੜੀ ਉਹਦੀ ਉਹ ਜਿਹੜਾ ਉਹਦਾ ਪਿਆਰ ਹੈਗਾ ਤੈਨੂੰ ਉਹਦੇ ਵੱਲ ਤੈਨੂੰ ਆਕਰਸ਼ਣ ਚ ਤੂੰ ਉਹਦੇ ਰਵੇਂ, ਨਾ ਕਿ ਕਿਸੇ ਹੋਰ ਔਰਤ ਨੂੰ ਦੇਖ ਕੇ ਤੇਰਾ ਦਿਲ ਉਹਦੇ ਉੱਪਰ ਆਵੇ ਕਿ ਹਾਂ ਨਹੀਂ ਆਹ ਉਹਦੇ ਨਾਲੋਂ ਜ਼ਿਆਦਾ ਸੋਹਣੀ ਹੈ, ਹਨਾ, ਆਹ ਉਹਦੇ ਨਾਲੋਂ ਜ਼ਿਆਦਾ ਅੱਛੀ ਲੱਗਦੀ ਮੈਨੂੰ। हे मेरे पुत्र, तू अपरिचित स्त्री पर क्यों मोहित हो ਹਾਂ ਕਹਿੰਦਾ ਤੂੰ ਕਿਉਂ ਮੋਹਿਤ ਹੋਵੇਂ ਕਿਸੇ ਹੋਰ ਇਸਤਰੀ ਉੱਪਰ, और पराई को क्यों छाती से लगाए? ਕਿਉਂ ਤੂੰ ਉਹਨੂੰ ਜੱਫੀ ਪਾਵੇਂ, ਕਿਉਂ ਉਹਨੂੰ ਹੱਕ ਕਰੇ ਕਿ ਨਹੀਂ ਆ ਮੈਂ ਤੈਨੂੰ ਕੰਫਰਟ ਦੇਣਾ ਹੈ, ਹਨਾ। क्योंकि मनुष्य के मार्ग यहोवा की दृष्टि से छिपे नहीं। ਪ੍ਰੇਜ਼ ਦ ਲਾਰਡ। ਕਹਿੰਦਾ ਕਿਉਂਕਿ ਪਰਮੇਸ਼ਵਰ ਜਿਹੜਾ ਹੈਗਾ ਨਾ ਉਹ ਸਾਰਿਆਂ ਪਰ ਕੀ ਕਰਦਾ ਹੈ, ਉਹਦੀਆਂ ਅੱਖਾਂ ਰਹਿੰਦੀਆਂ ਆ। ਕਿਹਦੇ ਉੱਪਰ ਭਲਾ? ਇਹ ਆਪਣੇ ਲੋਕਾਂ ਨਾਲ ਗੱਲ ਕਰ ਰਿਹਾ ਹੈ, ਦੂਜਿਆਂ ਨਾਲ ਉਹਨੂੰ ਕੋਈ ਇੰਟਰਸਟ ਨਹੀਂ ਹੈਗਾ। ਜਿਹੜੇ ਲੋਕ ਉਹਦੇ ਹੈਗੇ ਆ, ਜੇ ਲੋਕਾਂ ਨੇ ਖੁਦਾ ਨੂੰ ਆਪਣਾ ਮੁਕਤੀਦਾਤਾ ਮੰਨਿਆ ਹੈ, ਇਹ ਉਹ ਲੋਕਾਂ ਨਾਲ ਗੱਲ ਕਰ ਰਿਹਾ ਹੈ। ਅੱਗੇ ਪੜ੍ਹ। और वह उसके सब मार्गों पर ध्यान करता है। ਕਹਿੰਦਾ ਉਹਦੇ ਰਸਤਿਆਂ ਨੂੰ ਦੇਖਦਾ, ਰਸਤਿਆਂ ਨੂੰ ਖੁਦਾ ਕਿ ਕਿੱਧਰ ਨੂੰ ਜਾਂਦਾ ਪਿਆ ਇਹ। ਜੇ ਅਸੀਂ ਸੋਚਦੇ ਕਿ ਅਸੀਂ ਪਾਪ ਕਰਦੇ ਪਏ ਤੇ ਅਸੀਂ ਖੁਦਾ ਨਹੀਂ ਜਾਣਦਾ, ਖੁਦਾ ਦਾ ਵਚਨ ਦੱਸਦਾ ਹੈ ਕਿ ਖੁਦਾ ਕਹਿੰਦਾ ਮੈਂ ਤੇਰੇ ਸਾਰਿਆਂ ਰਸਤਿਆਂ ਨੂੰ ਜਾਣਦਾ ਜਿੱਧਰ ਨੂੰ ਤੂੰ ਜਾਣਾ ਪਿਆ। ਇਹ ਨਾ ਸੋਚੇ ਕਿ ਕੱਲ ਨੂੰ, ਲੇਕਿਨ ਕਹਿੰਦਾ ਤੂੰ ਕਹਿਣਾ ਤੂੰ ਪਛਤਾਣਾ ਹੈ ਕੱਲ ਨੂੰ ਕਿ ਖੁਦਾ ਮੈਂ ਕਿੱਦਾਂ ਦਾ ਬੈਰ ਰੱਖਿਆ ਬੁਢਾਪੇ ਦੇ ਵਿੱਚ। ਤੂੰ ਕਹਿਣਾ ਕਿ ਪ੍ਰਭੂ ਮੈਨੂੰ ਮਾਫ ਕਰ, ਲੇਕਿਨ ਪ੍ਰਭੂ ਕਹਿੰਦੇ ਉਸ ਟਾਈਮ ਜਿਹੜਾ ਹੈਗਾ ਸਮਾਂ ਤੇਰੇ ਕੋਲ ਨਹੀਂ ਹੋਣਾ ਹੈਗਾ। दुष्ट अपने ही अधर्म के कामों से फंसेगा और अपने ही पाप के बंधनों में बंधा रहेगा। ਪ੍ਰੇਜ਼ ਦ ਲਾਰਡ। ਇਹ ਪਾਪ ਦਾ ਬੰਧਨ ਹੈ ਵਿਭਾਚਾਰ ਦਾ। ਇਹ ਅਸੀਂ ਇਸ ਗੱਲ ਨੂੰ ਦੇਖ ਸਕਦੇ ਹਾਂ ਕੀ ਹੈਗਾ ਇਹ बंधन। ਇਹ ਬੰਧਨ ਆ। ਇਹ ਬੰਧਨ ਜਿਹੜਾ ਹੈਗਾ ਆ, ਸਾਨੂੰ ਖੁਦਾ ਇਸ ਬੰਧਨ ਤੋਂ ਆਜ਼ਾਦ ਕਰਨਾ ਚਾਹੁੰਦਾ। ਜੇ ਅੱਜ ਸਾਨੂੰ ਲੱਗਦਾ ਕਿ ਮੇਰਾ ਜੀਵਨ ਇਦਾਂ ਦਾ ਨਹੀਂ ਹੈਗਾ, ਤੇ ਤੁਸੀਂ ਖੁਦਾ ਅੱਗੇ ਤੁਸੀਂ ਦੁਆ ਕਰੋ ਕਿ ਖੁਦਾ ਮੇਰੇ ਇਸ ਬੰਧਨ ਵਿੱਚੋਂ ਕੱਢੋ। ਤੁਸੀਂ ਆਪਣਾ ਪਾਪ ਆਪਣੇ ਪਾਸਟਰ ਅੱਗੇ ਮੰਨੋ, ਉਹਨਾਂ ਗੱਲ ਕਰੋ ਜਾ ਕੇ ਕਿ ਮੇਰੇ ਜੀਵਨ 'ਚ ਆਹ ਸਮੱਸਿਆ ਚੱਲਦੀ ਪਈ ਪਾਸਟਰ ਜੀ, ਕਿ ਤੁਸੀਂ ਮੇਰੀ ਦੁਆ ਕਰੋ। ਕਿਉਂਕਿ ਵਚਨ ਦੱਸਦਾ ਹੈ, ਯਾਕੂਬ ਦਾ ਖਤ ਤੁਸੀਂ ਪੜ੍ਹਦੇ ਆ, ਉਹ 'ਚ ਲਿਖਿਆ ਹੈ ਕਿ ਜੇ ਕੋਈ ਆਪਣਾ ਪਾਪ ਕਿਸੇ ਅੱਗੇ ਮੰਨ ਲਵੇ ਤੇ ਜੇ ਉਹ ਪਾਸਟਰ ਜਾਂ ਉਹ ਭਰਾ ਉਹਦੇ ਵਾਸਤੇ ਦੁਆ ਕਰ ਦੇਵੇ ਤੇ ਉਹ ਪਾਪ ਖੁਦਾ ਮਾਫ ਕਰ ਸਕਦਾ ਹੈ। ਔਰ ਇਦਾਂ ਦੇ ਬਹੁਤ ਪਾਪ ਹੈਗੇ ਜਿਨ੍ਹਾਂ ਦਾ ਜਿਹੜਾ ਦੰਡ ਹੈਗਾ ਉਹ ਮ੍ਰਿਤੂ ਨਹੀਂ ਹੈਗਾ, ਖੁਦਾ ਤੁਹਾਨੂੰ ਬਚਾ ਸਕਦਾ। ਲੇਕਿਨ ਕਈ ਇਦਾਂ ਦੇ ਪਾਪ ਹੈਗੇ, ਪੌਲਸ ਦੱਸਦਾ ਕਹਿੰਦੇ ਜਿਨ੍ਹਾਂ ਦਾ ਦੰਡ ਮ੍ਰਿਤੂ ਦੇ ਯੋਗ ਆ, ਉਹਦੇ ਲਈ ਕਹਿੰਦੇ ਮੈਂ ਕੁਝ ਨਹੀਂ ਕਹੂੰਗਾ ਤੁਹਾਨੂੰ। ਠੀਕ ਹੈ ਜੀ। ਇਹ ਦੁਨੀਆ ਦੇ ਵਿੱਚ ਇਦਾਂ ਦਾ ਪਾਪ ਹੈਗਾ ਜਿਹੜਾ ਇਹ ਬਹੁਤ ਘਰਾਂ ਨੂੰ ਇਹਨੇ ਖਰਾਬ ਕੀਤਾ। ਬੱਚਿਆਂ ਤੱਕ ਨੂੰ ਅਸਰ ਹੋਇਆ ਪਿਆ ਇਸ ਗੱਲ ਦਾ। ਬੱਚੇ ਜਿਹੜੇ ਹੈਗੇ ਉਹ ਖਰਾਬ ਹੋ ਰਹੇ ਆ, ਲੇਕਿਨ ਪਰਮੇਸ਼ਵਰ ਆਪਣੇ ਲੋਕਾਂ ਨੂੰ ਕੀ ਕਰਦਾ ਹੈ, ਉਹ ਬਚਾਉਣਾ ਚਾਹੁੰਦਾ ਹੈ। ਕਿਉਂਕਿ ਪਿਓਰਿਟੀ ਜਿਹੜੀ ਹੈਗੀ ਹੈ, ਖੁਦਾਵੰਦ ਤੁਹਾਡੇ ਮਨ ਦੀ ਪਿਓਰਿਟੀ ਦੇਖਦਾ ਕਿ ਤੁਹਾਡਾ ਮਨ ਪਿਓਰ ਹੋਣਾ ਚਾਹੀਦਾ ਹੈ। वह शिक्षा प्राप्त किए बिना मर जाएगा और अपनी ही मूर्खता के कारण भटकता रहेगा। ਦੇਖਿਓ ਕਹਿੰਦੇ ਸਿੱਖਿਆ ਪ੍ਰਾਪਤ ਕੀਏ ਬਿਨਾਂ ਹੀ ਉਹਨੇ ਕੀ ਕਰਨਾ, ਉਹਨੇ ਇੱਕ ਦਿਨ ਮਰ ਜਾਣਾ। ਉਹਨੇ ਬਾਈਬਲ ਦੀ ਸਿੱਖਿਆ ਨਹੀਂ ਮਿਲਣੀ ਫਿਰ ਉਹਨੂੰ, ਕਿਉਂਕਿ ਉਹਨੇ ਸਿੱਖਿਆ ਨੂੰ ਕੀ ਕੀਤਾ, ਸਿੱਖਿਆ ਨਾਲ ਉਹਨੇ ਬੈਰ ਕੀਤਾ। ਉਹਨੇ ਸਿੱਖਿਆ ਨੂੰ ਰੱਦ ਕੀਤਾ, ਉਹਨੇ ਖੁਦਾ ਦੀਆਂ ਟੀਚਿੰਗਸ ਨੂੰ ਰੱਦ ਕੀਤਾ। ਉਹਨੇ ਉਸ ਜਿਹੜੇ ਜੀਵਨ ਦਾ ਜਿਹੜੀ ਬੁੱਕ ਹੈਗੀ ਆ, ਕਿਉਂਕਿ ਬਾਈਬਲ ਜੀਵਨ ਦੀ ਪੁਸਤਕ ਹੈ, ਇਹ ਸਾਨੂੰ ਕੀ ਕਹਿੰਦੀ ਹੈ, ਇਹ ਸਾਨੂੰ ਇਹ ਜੀਵਨ ਦਿੰਦੀ ਹੈ। ਹਾਲੇਲੂਇਆ। ਕਿਉਂਕਿ ਗੋਡ ਜਿਹੜਾ ਹੈਗਾ ਆ, ਪ੍ਰਭੂ ਜਿਹੜਾ ਹੈਗਾ ਆ, ਉਹਦੀ ਵਿਲ ਹੈਗੀ ਇਹ ਕਿ ਸਾਨੂੰ ਕੀ ਦੇਵੇ, ਉਹ ਸਾਨੂੰ ਇੱਕ ਚੋਖੀ ਲਾਈਫ ਦੇਵੇ। ਮੈਂ ਤੁਹਾਨੂੰ ਇੱਕ ਟੱਚ ਕਰਾਉਂਗਾ ਵਰਸੇ ਦੇ ਉੱਪਰ। ਅਸੀਂ ਪੜਾਂਗੇ ਯੋਹੰਨਾ ਰਚਿਤ ਸੁਸਮਾਚਾਰ। ਅਸੀਂ ਉਹਦੀ 10 ਤੇ ਅਸੀਂ ਉਹਦੀ 10 ਆਇਤ ਪੜਾਂਗੇ। ਚੋਰ ਨਹੀਂ ਆਉਂਦਾ ਪਰ ਇਸ ਲਈ ਜੋ ਚੁਰਾਵੇ ਔਰ ਵੱਡੇ ਅਤੇ ਨਾਸ ਕਰੇ। ਮੈਂ ਇਸ ਲਈ ਆਇਆ ਭਈ ਉਹਨਾਂ ਨੂੰ ਜਿਉਣ ਮਿਲੇ, ਸਗੋਂ ਚੋਖਾ ਮਿਲੇ। ਪ੍ਰੇਜ਼ ਦ ਲਾਰਡ। ਕਹਿੰਦੇ ਚੋਰ ਆਂਦਾ ਹੈਗਾ ਆ ਤੁਹਾਨੂੰ ਨਾਸ਼ ਕਰਨ ਵਾਸਤੇ, ਔਰ ਪ੍ਰਭੂ ਯਿਸੂ ਮਸੀਹ ਕਹਿੰਦੇ ਮੈਂ ਤਾਂ ਆਇਆ ਕਿ ਤੁਹਾਨੂੰ ਮੈਂ ਜੀਵਨ ਦੇਵਾਂ, ਕਿ ਤੁਸੀਂ ਆਪਣੇ ਮਨ ਦੀ ਰਾਖੀ ਕਰ। ਤੇਰੇ ਮਨ ਦੇ ਵਿੱਚ ਕੀ ਹੈਗਾ, ਜਦੋਂ ਮਨ ਦੀ ਰਾਖੀ ਕਰੂੰਗਾ ਤੇ ਤੂੰ ਜੀਵਨ ਲਊਂਗਾ। ਲੇਕਿਨ ਜੇ ਤੂੰ ਚੋਰ ਜਿਹੜਾ ਤੇਰੇ ਜੀਵਨ 'ਚ ਆਇਆ ਬੜਿਆ ਹੋਇਆ, ਤੇਰੇ ਦਿਲ ਦੇ ਵਿੱਚ ਉਹਨੇ ਇਹੋ ਜਿਹੇ ਭਾਵ ਰੱਖੇ ਹੋਏ ਆ, ਤੇ ਉਹ ਤੈਨੂੰ ਨਾਸ਼ ਵੱਲ ਲੈ ਕੇ ਜਾਣਗੇ ਇੱਕ ਦਿਨ। ਅਸੀਂ ਹੁਣੀ ਪੜਿਆ ਵਿਆਭਿਆਚਾਰ ਦਾ ਜਿਹੜਾ ਅੰਤ ਹੈਗਾ ਉਹ ਨਾਸ਼ ਹੈਗਾ। ਕਹਿੰਦੇ ਉਹਨੇ ਸਿੱਖਿਆ ਤੋਂ ਕੀ ਹੋਣਾ, ਉਹਨੇ ਬਿਨਾਂ ਸਿੱਖਿਆ ਤੋਂ ਮਰ ਜਾਣਾ ਉਹਨੇ। ਦੇਖੀਏ, ਔਰ ਉਹਨੇ ਜਦੋਂ ਮਰ ਜਾਣਾ ਤੇ ਉਹਨੇ ਕਿੱਥੇ ਪਹੁੰਚਣਾ, ਬਾਅਦ ਚੋਂ ਨਰਕ ਦੀ ਉਸ ਭੈੜੇ ਕੁੰਡ 'ਚ ਪਹੁੰਚਣਾ, ਕਿਉਂਕਿ ਨਿਆਂ ਦਾ ਦਿਨ ਉਹਦੇ ਲਈ ਹੈਗਾ ਆ। ਲੇਕਿਨ ਜੇ ਲੋਕਾਂ ਨੇ ਆਪਣੇ ਵਸਤਰ ਸਾਫ਼ ਕੀਤੇ ਮੇਮਨੇ ਦੇ ਲਹੂ ਦੇ ਨਾਲ, ਉਹਨਾਂ ਦੇ ਉੱਪਰ ਨਿਆਂ ਦਾ ਕੋਈ ਵੀ ਦੰਡ ਨਹੀਂ ਹੋਊਗਾ, ਉਹਨਾਂ ਦਾ ਨਿਆਂ ਨਹੀਂ ਹੋਣਾ। ਉਹਨਾਂ ਨੂੰ ਬਿਨਾਂ ਨਿਆਂ ਦੇ ਖੁਦਾ ਨੇ ਸੋਚ ਲੈ ਕੇ ਜਾਣਾ ਹੈ। ਅੱਗੇ ਜਦੋਂ ਅਸੀਂ ਪੜ੍ਹਦੇ ਹਾਂ
ਕਿਉਂਕਿ ਅਸੀਂ ਹੁਣੇ ਦੇਖਿਆ ਕਿ ਖੁਦਾ ਹਰੇਕ ਦੇ ਰਸਤਿਆਂ ਨੂੰ ਜਾਣਦਾ ਹੈ ਜਿਹੜੇ ਉਹਦੇ ਲੋਕ ਹੈਗੇ ਆ। ਖੁਦਾ ਟਾਈਮ ਤੇ ਆਪਣੇ ਲੋਕਾਂ ਨਾਲ ਗੱਲ ਕਰਦਾ ਆ ਰਿਹਾ, ਟਾਈਮ ਤੇ ਲੋਕਾਂ ਨੂੰ ਬਚਾਉਂਦਾ। ਇਜ਼ਰਾਈਲ ਨੂੰ ਖੁਦਾ ਨੇ ਬਹੁਤ ਵਾਰੀ ਬਚਾਇਆ। ਇਜ਼ਰਾਈਲ ਨੇ ਪਾਪ ਕੀਤਾ, ਇਜ਼ਰਾਈਲ ਨੂੰ ਫੇਰ ਖੁਦਾ ਨੇ ਬਚਾਇਆ। ਇਜ਼ਰਾਈਲ ਨੇ ਪਾਪ ਕੀਤਾ, ਇਜ਼ਰਾਈਲ ਨੂੰ ਫੇਰ ਖੁਦਾ ਨੇ ਬਚਾਇਆ। ਅੱਜ ਅਸੀਂ ਵੀ ਕੀ ਹੈਗੇ, ਅਸੀਂ ਵੀ ਇਜ਼ਰਾਈਲ ਹਾਂ, ਕਿਉਂਕਿ ਖੁਦਾ ਸਾਡੇ ਵਿੱਚ ਇੰਟਰਸਟ ਰੱਖਦਾ ਕਿ ਸਾਨੂੰ ਬਚਾਉਣਾ ਚਾਹੁੰਦਾ। ਖੁਦਾ ਹਰੇਕ ਉਸ ਪਾਪ ਤੋਂ ਜਿਹੜਾ ਸਾਨੂੰ ਖੁਦਾ ਦੇ ਜਿਹੜਾ ਉਸ ਪ੍ਰੇਮ ਤੋਂ ਕੀ ਕਰਦਾ, ਉਹ ਦੂਰ ਕਰਨ ਦੀ ਕੋਸ਼ਿਸ਼ ਕਰਦਾ। ਅਗਲਾ ਜਿਹੜਾ ਪਾਪ ਹੈਗਾ ਉਹ ਕੀ ਹੈਗਾ, ਉਹ ਹੈਗਾ ਚੋਰੀ। ਜਦੋਂ ਅਸੀਂ ਵਾਪਸ ਪੜ੍ਹਦੇ ਹਾਂ ਵਿਭਾਚਾਰ ਤੋਂ ਬਾਅਦ ਚ ਇੱਕ ਪਾਪ ਆਉਂਦਾ ਚੋਰੀ ਦਾ। ਚੋਰੀ ਦੇ ਉੱਪਰ ਬਹੁਤ ਸਾਰੀ ਗੱਲਾਂ ਹੈਗੀਆਂ। ਚੋਰੀ ਕੀ ਹੈਗੀ ਹੈ, ਜਿਹੜੀ ਮੇਰੀ ਸਮਝ ਵਿੱਚ ਆਈ ਉਹ ਚੋਰੀ ਇਹ ਹੈ ਕਿ ਵੀ ਚੋਰੀ ਵੀ ਐਂਡ ਦੇ ਵਿੱਚ ਤੁਹਾਨੂੰ ਕੀ ਕਰਦੀ ਹੈ, ਚੋਰੀ ਵੀ ਤੁਹਾਨੂੰ ਖੁਦਾ ਦੇ ਪ੍ਰੇਮ ਤੋਂ ਦੂਰ ਕਰਦੀ ਹੈ। ਚੋਰੀ ਕਾਦੀ ਚੋਰੀ, ਚੋਰੀ ਦੇ ਵਿੱਚ ਬਹੁਤ ਗੱਲਾਂ ਆਉਂਦੀਆਂ। ਜਿਹੜੀ ਚੋਰੀ ਦੇ ਬਾਰੇ ਮੈਂ ਜਦੋਂ ਪੜ੍ਹਿਆ ਸੀਗਾ ਤੇ ਮੈਂ ਇੱਦਾਂ ਪੜ੍ਹਿਆ ਕਿ ਯਹੂਦਾ ਇਸਕਰੀਓਤੀ ਜਿਹੜਾ ਸੀਗਾ ਉਹਨੇ ਵੀ ਕੀ ਕੀਤਾ ਸੀ, ਉਹਨੇ ਖੁਦਾ ਦੇ ਪੈਸੇ ਦੇ ਵਿੱਚ ਚੋਰੀ ਕੀਤੀ ਸੀ। ਸ਼ਾਇਦ ਤੁਹਾਨੂੰ ਯਾਦ ਨਹੀਂ ਉਹਨਾਂ ਨੂੰ ਪਤਾ, ਖੁਦਾ ਨੇ ਉਹਨੂੰ ਬਣਾਇਆ ਸੀ ਆਪਣਾ ਖਜ਼ਾਨਚੀ। ਤੁਹਾਨੂੰ ਪਤਾ ਇਸ ਗੱਲ ਦਾ, ਖੁਦਾ ਦੀ ਇੱਕ ਥੈਲੀ ਸੀਗੀ ਪੈਸਿਆਂ ਦੀ, ਉਹ ਹਮੇਸ਼ਾ ਘੁੰਮਦੀ ਸੀ ਯਹੂਦਾ ਦੇ ਕੋਲ। ਖੁਦਾ ਨੂੰ ਦਿੱਤੇ ਸੀ, ਕਹਿੰਦੇ ਤੂੰ ਰੱਖ, ਤੂੰ ਹੀ ਕਹਿੰਦੇ ਖਰਚਾ ਕਰਨਾ ਹੈ, ਤੂੰ ਹੀ ਸਭ ਕੁਝ ਕਰਨਾ ਹੈ। ਤੇ ਉਹਦੇ ਮਨ ਦੇ ਵਿੱਚ ਇੱਕ ਦਿਨ ਕੀ ਹੋਇਆ, ਉਹਨੇ ਵਿੱਚ 30 ਸਿੱਕੇ ਕੀ ਕੀਤੇ, ਉਹਨੇ ਚੋਰੀ ਕੀਤੀ। ਉਹਨੇ ਕੁਝ ਖਾ ਲਿਆ, ਪਤਾ ਨਹੀਂ ਉਹਨੂੰ ਕੀ ਕੀਤਾ। ਉਹਨੇ 30 ਸਿੱਕਿਆਂ ਦੀ ਚੋਰੀ ਕੀਤੀ। ਤੁਹਾਨੂੰ ਪਤਾ ਉਹ 30 ਜਿਹੜੇ ਸਿੱਕੇ ਸੀਗੇ ਉਹਨੂੰ ਕਿੰਨੀ ਵੱਡੀ ਭਰਪਾਈ ਕਰਨੀ ਪਈ। ਉਹ 30 ਸਿੱਕਿਆਂ ਪਿੱਛੇ ਉਹਨੇ ਐਂਡ ਵਿੱਚ ਕੀ ਕੀਤਾ, ਉਹਨੇ ਆਪਣੀ ਆਤਮ ਹੱਤਿਆ ਕਰ ਲਈ ਸੀ ਉਹਨੇ। ਔਰ ਕਹਿੰਦੇ ਏਦਾਂ ਦੱਸਿਆ, ਕਹਿੰਦੇ ਉਹਦਾ ਢਿੱਡ ਫੱਟ ਕੇ ਉਹਦੀਆਂ ਅੰਤੜੀਆਂ ਬਾਹਰ ਆ ਗਈਆਂ ਸੀ। ਏਦਾਂ ਹੋਇਆ ਸੀ ਉਹਦੇ ਨਾਲ, ਯਹੂਦਾ ਨਾਲ। ਕਿਉਂਕਿ ਉਹਨੇ ਉਹਨਾਂ 30 ਸਿੱਕਿਆਂ ਦੇ ਬਦਲੇ ਉਹਨੇ ਯਿਸੂ ਮਸੀਹ ਨੂੰ ਫੜਵਾਤਾ ਸੀਗਾ। ਬਾਅਦ ਚ ਉਹਨੇ ਉਹੀ 30 ਸਿੱਕੇ ਪੂਰੇ ਕਰਨੇ ਦੀ ਵਜ੍ਹਾ ਨਾਲ ਕਹਿੰਦਾ ਕਿ ਮੈਂ 30 ਸਿੱਕੇ ਪੂਰੇ ਕਰ ਦੇਵਾਂ ਵੀ ਇਹਨਾਂ ਨੂੰ ਪਤਾ ਨਾ ਲੱਗੇ। ਲੇਕਿਨ ਉਹਨੂੰ ਉਹ ਚੋਰੀ ਬਹੁਤ ਭਾਰੀ ਪਈ ਸੀ, ਉਹਨੂੰ ਚੋਰੀ। ਅੱਜ ਅਸੀਂ ਜਦੋਂ ਆਪਣੇ ਦਿਲ ਵਿੱਚ ਸੋਚਦੇ ਹਾਂ ਕਿ ਅਸੀਂ ਥੋੜ੍ਹਾ ਕਿ ਚੋਰ, ਲੇਕਿਨ ਸਾਡੇ ਜੀਵਨ ਵਿੱਚ ਵੀ, ਸਾਡੇ ਦਿਲ ਵਿੱਚ ਚੋਰੀ ਕਰਨ ਦੀ ਭਾਵਨਾ ਆਉਂਦੀ ਹੈ। ਖਾਲੀ ਚੋਰੀ ਪੈਸੇ ਦੀ ਨਹੀਂ ਹੈਗੀ, ਚੋਰੀ ਹੈਗੀ ਜਦੋਂ ਤੁਸੀਂ ਖੁਦਾ ਦਾ ਸਮਾਂ, ਜਦੋਂ ਤੁਸੀਂ ਕੀ ਕਰਦੇ ਆ, ਤੁਸੀਂ ਚੁਰਾਉਂਦੇ ਆ। ਕਿਉਂਕਿ ਖੁਦਾ ਨੇ ਸਾਨੂੰ ਸਮਾਂ ਦਿੱਤਾ ਹੈ, ਖੁਦਾ ਨੇ ਸਾਨੂੰ ਸਮਾਂ ਦਿੱਤਾ। ਅਸੀਂ ਉਸ ਸਮੇਂ ਦੀ ਕੀ ਕਰਦੇ ਹਾਂ, ਅਸੀਂ ਉਹਦੀ ਚੋਰੀ ਕਰਦੇ। ਜੇ ਅਸੀਂ ਅੱਜ ਖੁਦਾ ਨੂੰ ਸਮਾਂ ਨਹੀਂ ਦੇਵਾਂਗੇ ਤੇ ਮੇਰੇ ਭੈਣ ਭਰਾਵੋ, ਅਸੀਂ ਵੀ ਯਹੂਦਾ ਵਾਂਗ ਖੁਦਾ ਦੇ ਉਸ ਪ੍ਰੇਮ ਤੋਂ ਕੀ ਹੋ ਜਾਵਾਂਗੇ, ਅਸੀਂ ਦੂਰ ਹੋ ਸਕਦੇ ਹਾਂ। ਇਹ ਬਹੁਤ ਖਤਰਾ ਹੈ ਇਸ ਗੱਲ ਦਾ। ਆਪਣੇ ਸਮੇਂ ਨੂੰ ਦੇਖੀਏ ਕਿ ਤੁਸੀਂ ਸਮਾਂ ਕਿਹਨੂੰ ਦਿੰਦੇ ਹੋ। ਤੁਸੀਂ ਸਮੇਂ ਦੀ ਚੋਰੀ ਕਰਦੇ ਆ। ਉਹ ਚੋਰੀ ਕਰਦੇ ਕਿ ਤੁਸੀਂ ਕਹਿੰਦੇ ਨਹੀਂ ਖੁਦਾ ਬਾਅਦ ਵਿੱਚ, ਪਹਿਲੇ ਤਾਂ ਮੈਂ ਆਪਣੇ ਕੰਮ ਪੂਰੇ ਕਰ ਲਵਾਂ, ਪਹਿਲੇ ਮੈਨੂੰ ਆਪਣੇ ਕੰਮ ਪੂਰੇ ਦੀ ਲੋੜ ਹੈ। ਲੇਕਿਨ ਵਚਨ ਦੱਸਦਾ ਹੈ ਕਿ ਇਹ ਦੁਨੀਆ ਦੇ ਕੰਮ ਨਾ ਤਾਂ ਕਦੀ ਖਤਮ ਹੋਏ ਆ ਤੇ ਨਾ ਕਦੀ ਖਤਮ ਹੋਣੇ ਆ। ਔਰ ਹਜ ਦਾ ਇੱਕ ਸਮਾਂ ਆ, ਪ੍ਰਾਰਥਨਾ ਕਰਨ ਦਾ ਇੱਕ ਟਾਈਮ ਹੈਗਾ, ਕੰਮ ਕਰਨ ਦਾ ਇੱਕ ਟਾਈਮ ਆ, ਹਜ ਦਾ ਇੱਕ ਸਮਾਂ ਆ। ਅਸੀਂ ਉਹਨੂੰ ਸਮੇਂ ਨੂੰ ਅਸੀਂ ਜਦੋਂ ਇਸਤੇਮਾਲ ਕਰਦੇ ਹਾਂ ਤੇ ਫਿਰ ਅਸੀਂ ਕੀ ਕਰਦੇ ਹਾਂ, ਅਸੀਂ ਖੁਦਾ ਦੀ ਉਸ ਚੋਰੀ ਤੋਂ ਅਸੀਂ ਬਚ ਕੇ। ਫਿਰ ਲੋਕੀ ਚੋਰੀ ਕਰਦੇ ਹੈਗੇ ਖੁਦਾ ਦੇ ਦੁਸ਼ਮਣ ਦੀ। ਜਿਹੜਾ ਤੁਸੀਂ ਪੈਸਾ ਕਮਾਉਂਦੇ ਆ, ਖੁਦਾ ਤੁਹਾਨੂੰ ਉਹਦੇ ਉੱਪਰ ਬਰਕਤ ਦਿੰਦਾ। ਅਸੀਂ ਚੋਰੀ ਕਰਦੇ ਜਦੋਂ ਅਸੀਂ ਬੀਜ ਨਹੀਂ ਬੋਨੇ, ਅਸੀਂ ਚਾਹੇ, ਕਿਉਂਕਿ ਪੈਸੇ ਨਾਲ ਵੀ ਬੀਜ ਬੋ ਹੁੰਦਾ। ਜਦੋਂ ਤੁਸੀਂ ਖੁਦਾ ਦੇ ਕੰਮ ਦੇ ਵਿੱਚ ਜਦੋਂ ਤੁਸੀਂ ਮਦਦ ਕਰਦੇ ਆ ਲੋਕਾਂ ਦੀ, ਤਾਂ ਉਹ ਤੁਸੀਂ ਕੀ ਕਰਦੇ, ਤੁਸੀਂ ਉਹ ਬੀਜ ਬੋਨੇ। ਜਦੋਂ ਤੁਸੀਂ ਉੱਥੋਂ ਚੋਰੀ ਕਰਦੇ ਹੋ ਤਾਂ ਉਹ ਵੀ ਖੁਦਾ ਜਿਹੜਾ ਹੈਗਾ ਉਹ ਵੀ ਇਸ ਗੱਲ ਤੋਂ ਹੈਪੀ ਨਹੀਂ ਹੈਗਾ। ਲੇਕਿਨ ਖੁਦਾ ਮੋਰ ਇੰਟਰਸਟ ਹੈਗਾ ਕਿ ਤੁਹਾਡੇ ਦਿਲ ਦੀ ਗੱਲਾਂ ਦੇ ਵਿੱਚ। ਚੋਰੀ ਹੈਗੀ, ਚੋਰੀ ਕਈ ਤਰ੍ਹਾਂ ਦੀ ਚੋਰੀ ਹੈਗੀ। ਚੋਰੀ ਤੁਸੀਂ ਕਰਦੇ ਆਪਣੇ ਪੀਸ ਦੀ। ਜਦੋਂ ਅਸੀਂ ਖੁਦਾ ਨਾਲ ਨਹੀਂ, ਜਦੋਂ ਅਸੀਂ ਆਪਣਾ ਰਿਸ਼ਤਾ ਰੱਖਦੇ ਹਾਂ ਤੇ ਅਸੀਂ ਕੀ ਕਰਦੇ ਹਾਂ, ਅਸੀਂ ਉਹਦੀ ਚੋਰੀ ਕਰਦੇ ਹਾਂ। ਥੈਲੀ ਦੇ ਵਿੱਚ ਜਿਹੜੇ ਪੈਸੇ ਪੂਰੇ ਕਰਨ ਕਰਕੇ ਉਹਨੂੰ ਆਤਮ ਹੱਤਿਆ ਕਰਨੀ ਪਈ, ਉਹਨੂੰ ਮੌਤ ਤੱਕ ਜਾਣਾ ਪਿਆ ਉਹਨੂੰ। ਓਕੇ, ਮਨ ਹੀ ਇਹੋ ਜਿਹੀ ਜਗ੍ਹਾ ਹੈਗੀ ਆ ਜਿਹਦੇ ਵਿੱਚ ਸਾਡਾ ਭਵਿੱਖ ਨਿਰਭਰ ਕਰਦਾ। ਸਾਡਾ ਭਵਿੱਖ ਆਉਣ ਵਾਲਾ ਸਮਾਂ ਉਹ ਸਾਡੇ ਕਿੱਥੇ ਕਰਦਾ ਡਿਪੈਂਡ। ਉਹ ਤੁਹਾਡੇ ਮਨ 'ਚ ਅੱਜ ਕੀ ਹੈਗਾ ਹੈ, ਉਹ ਤੁਹਾਨੂੰ ਕੱਲ ਦਾ ਭਵਿੱਖ ਤੁਹਾਨੂੰ ਜਿਹੜਾ ਹੈਗਾ ਆ ਉਹ ਤੁਹਾਨੂੰ ਲੈ ਕੇ ਜਾਊਗਾ ਉਸ ਗੱਲ ਵੱਲ। ਕਿਉਂਕਿ ਜਦੋਂ ਯਹੂਦਾ ਨੇ ਚੋਰੀ ਕੀਤੀ ਸੀਗੀ ਤੇ ਉਹਦਾ ਭਵਿੱਖ ਕੀ ਨਿਕਲਿਆ, ਦੇਖੀ ਉਹਨੇ ਚੋਰੀ ਕੀਤੀ, ਉਹਦਾ ਭਵਿੱਖ ਕੀ ਹੋਇਆ, ਉਹਨੂੰ ਮੌਤ ਦਾ ਸਾਹਮਣਾ ਕਰਨਾ ਪਿਆ। ਅਗਲਾ ਜਦੋਂ ਗੱਲ ਅਸੀਂ ਪੜ੍ਹਦੇ ਹਾਂ ਉਹ ਗੱਲ ਹੈਗੀ ਆ ਖੂਨ, ਕਤਲ ਕਰਨਾ, ਹੱਤਿਆ। ਪ੍ਰਭੂ ਦੇ 10ਵੀਂ ਆਗਿਆ ਵਿੱਚ ਇੱਕ ਇਹ ਵੀ ਆਗਿਆ ਸੀਗੀ ਕਿ ਤੂੰ ਖੂਨ ਨਾ ਕਰੀ, ਔਰ ਚੋਰੀ ਵੀ ਇੱਕ ਆਗਿਆ ਸੀ ਕਿ ਤੂੰ ਚੋਰੀ ਨਾ ਕਰੀ। ਅਸੀਂ ਪੜਾਂਗੇ ਮਤੀ ਰਚੀ ਸੁਸਮਾਚਾਰ, ਮੈਂ ਤੁਹਾਨੂੰ ਟੱਚ ਕਰਾਉਂਗਾ। ਅਸੀਂ ਇਹਦੀ 5 ਅਧਿਆਏ ਖੋਲਾਂਗੇ। ਮਤੀ 5, ਹਾਂਜੀ, ਮਤੀ ਦੀ ਅੰਜੀਲ 5 ਅਧਿਆਏ ਉਹਦੀ ਤੁਸੀਂ 21 ਔਰ 22 ਆਇਤ ਪੜਾਂਗੇ ਅਸੀਂ ਉਹਦੀ। ਤੁਸੀਂ ਸੁਣਿਆ ਹੈ ਹਾਂ, ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ ਤੂੰ ਖੂਨ ਨਾ ਕਰ, ਹਾਂ, ਅਤੇ ਜੋ ਕੋਈ ਖੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰਕੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਦੇਖੀਏ ਇਹ ਬਹੁਤ ਹੀ ਬੜਾ ਹੀ ਗਹਿਰਾ ਟੌਪਿਕ ਹੈਗਾ ਹੈ, ਹੱਤਿਆ। ਕਹਿੰਦੇ ਜਦੋਂ ਪੁਰਾਣੇ ਸਮੇਂ 'ਚ ਪ੍ਰਭੂ ਕਹਿੰਦੇ ਮੈਂ ਲੋਕਾਂ ਨੂੰ ਕਿਹਾ ਕਿ ਤੁਸੀਂ ਹੱਤਿਆ ਨਾ ਕਰਿਓ, ਨਹੀਂ ਤਾਂ ਤੁਹਾਨੂੰ ਕੋਰਟ ਵਿੱਚ ਤੁਹਾਨੂੰ
ਪਹੁੰਚਣਾ ਪਊਗਾ, ਤੁਹਾਨੂੰ ਅਦਾਲਤ ਦੇਖਣੀ ਪੈਣੀ ਹੈ। ਲੇਕਿਨ ਇੱਥੇ ਜਦੋਂ ਤੁਸੀਂ ਨਵਾਂ ਨੇਮ ਪੜ੍ਹਦੇ ਪਏ, ਨਵੇਂ ਨੇਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ, ਪਰ ਜਿਹੜਾ ਕਹੇ ਮੂਰਖ ਉਹ ਅਗਨ ਦੇ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ। ਦੇਖੀਏ, ਉਹ ਕਹਿੰਦੇ ਨਰਕ ਦੀ ਅੱਗ ਦੇ ਵਿੱਚ ਜਾਣਾ ਉਹਨੇ, ਜਿਹੜਾ ਕੋਈ ਕਿਸੇ ਨੂੰ ਮੂਰਖ ਕਹਿੰਦਾ ਹੈ। ਕਿਉਂਕਿ ਜਦੋਂ ਅਸੀਂ ਮੂਰਖ ਕਹਿੰਦੇ ਕਿਸੇ ਨੂੰ ਵੀ, ਜਿਹੜਾ ਤੁਹਾਡਾ ਮਸੀਹ ਭਰਾ ਦੀ ਗੱਲ ਕਰ ਰਹੇ ਸੀ ਇੱਥੇ, ਜੇ ਉਹਨੂੰ ਕਹਿੰਦੇ ਕਿ ਨਹੀਂ ਮੂਰਖ, ਇਹਨੂੰ ਨਹੀਂ ਪਤਾ ਹੈਗਾ, ਅਸੀਂ ਖੁਦਾ ਦਾ ਦੰਡ ਉਹਦੇ ਉੱਪਰ ਲੈ ਕੇ ਆਨੇ ਆ, ਕਿਉਂਕਿ ਵਚਨ ਦੱਸਦਾ ਹੈ ਕਿ ਖੁਦਾ ਦੁਸ਼ਟ ਨੂੰ ਵੀ ਬਚਾਉਣਾ ਚਾਹੁੰਦਾ ਹੈ। ਅਸੀਂ ਆਪਣੇ ਮੂੰਹ ਨੂੰ ਕਦੀ ਇਸਤੇਮਾਲ ਨਹੀਂ ਕਰਨਾ ਇਸ ਗੱਲ ਵਾਸਤੇ, ਕਿਉਂਕਿ ਹਰੇਕ ਦੇ ਲਈ ਖੁਦਾ ਦਾ ਇੱਕ ਪਲਾਨ ਹੈਗਾ ਹੈ। ਚਾਹੇ ਤੁਹਾਡੀ ਭੈਣ ਹੈ, ਚਾਹੇ ਉਹ ਪ੍ਰਭੂ ਨੂੰ ਜਾਣਦੀ ਚੰਗੀ ਤਰ੍ਹਾਂ ਨਹੀਂ ਜਾਣਦੀ, ਚਾਹੇ ਉਹਦਾ ਜੀਵਨ ਅੱਛਾ ਨਹੀਂ ਹੈਗਾ ਪ੍ਰਾਰਥਨਾ, ਲੇਕਿਨ ਅਸੀਂ ਕੀ ਕਹਿਣਾ, ਅਸੀਂ ਉਹਦੇ ਵਾਸਤੇ ਅਸੀਂ ਉਹ ਸ਼ਬਦ ਇਸਤੇਮਾਲ ਕਰਨੇ ਆ ਕਿ ਜਿਹਦੇ ਨਾਲ ਖੁਦਾ ਦੀ ਦਇਆ ਉਹਦੇ ਪਰ ਹਮੇਸ਼ਾ ਬਣੀ ਰਵੇ, ਉਹਦੀ ਦਇਆ ਆਵੇ। ਵਚਨ 'ਚ ਲਿਖਿਆ ਹੈ ਕਿ ਤੁਸੀਂ ਜਿਹੜੇ ਲੋਕ ਨਾ ਤੁਹਾਡੇ ਭਰਾ ਭੈਣ ਨਿਰਬਲ ਹੈਗੇ, ਤੁਸੀਂ ਕੀ ਕਰੋ ਉਹਨਾਂ ਵਾਸਤੇ? ਤੁਸੀਂ ਕਹਿੰਦੇ ਪ੍ਰਾਰਥਨਾ ਕਰੋ ਉਹਨਾਂ ਵਾਸਤੇ। ਜਿਹੜੇ ਲੋਕ ਨਿਰਬਲ ਹੈਗੇ, ਉਹ ਨਿਰਬਲ ਕਿੱਥੇ ਹੈਗੇ ਭਲਾ? ਆਤਮਿਕਤਾ ਦੇ ਵਿੱਚ ਨਿਰਬਲ ਆ, ਸਰੀਰਕ ਤੌਰ ਤੇ ਨਹੀਂ। ਉਹਨਾਂ ਦੀ ਜਿਹੜੀ ਵੀਕਨੈਸ ਹੈਗੀ, ਉਹ ਵੀਕਨੈਸ ਕਿੱਥੇ ਹੈਗੀ ਭਲਾ? ਉਹ ਅੰਦਰ ਆ ਵੀਕਨੈਸ, ਉਹਨਾਂ ਦੇ ਮਨ ਦੀ ਗੱਲ ਆ। ਹੁਣ ਇੱਥੇ ਜਦੋਂ ਅਸੀਂ ਗੱਲ ਪੜ੍ਹਦੇ ਪਏ ਮਰਡਰ ਬਾਰੇ, ਕਤਲ ਜਿਹੜੇ ਹੈਗੇ ਆ, ਇੱਕ ਤਾਂ ਕਤਲ ਅਸੀਂ ਕਰਦੇ ਹਾਂ ਕਿ ਦੁਨੀਆ ਦੇ ਉੱਪਰ, ਪਰ ਇੱਥੇ ਬਾਈਬਲ ਦੱਸਦੀ ਵੀ ਕਹਿੰਦੇ ਜੇ ਤੁਸੀਂ ਕਿਸੇ ਨੂੰ ਨਾ ਕਹੋਗੇ ਕਿ ਹੇ ਮੂਰਖ, ਤੇ ਤੂੰ ਕਹਿੰਦੇ ਨਰਕ ਦੀ ਅੱਗ ਜਿਹੜੀ ਅੱਗ ਹੈਗੀ, ਤੂੰ ਉਹਦੇ ਯੋਗ ਦੰਡ ਪਾਉਂਗਾ ਕਿਦਾਂ। ਹੁਣ ਇਹ ਕਿੱਦਾਂ ਦੀ ਪਤਾ, ਇਹ ਗੱਲ ਕਿੱਦਾਂ, ਇਹ ਮੈਨੂੰ ਗੱਲ ਕਿੱਦਾਂ ਸਮਝ ਆਈ? ਮੈਨੂੰ ਜੋ ਗੱਲ ਸਮਝਾਈ ਪਵਿੱਤਰ ਆਤਮਾ ਜੀ ਨੇ, ਉਹ ਇਦਾਂ ਸਮਝਾਈ ਕਿ ਜਦੋਂ ਕਈ ਵਾਰੀ ਅਸੀਂ ਕੁਝ ਲੋਕਾਂ ਨਾਲ ਸਾਡੇ ਅੱਛੇ ਨਹੀਂ ਹੁੰਦੇ ਰਿਸ਼ਤੇ, ਫਿਰ ਸਾਡੇ ਦਿਲ 'ਚ ਇੱਕ ਭਾਵਨਾ ਪੈਦਾ ਹੁੰਦੀ ਹੈ। ਦੇਖਿਓ, ਬੜੀ ਜ਼ਬਰਦਸਤ ਭਾਵਨਾ ਪੈਦਾ ਹੁੰਦੀ ਹੈ। ਅਸੀਂ ਇਹ ਸੋਚਦੇ ਹਾਂ, ਖਿਆਲ ਆ, ਆਂਟੀ ਦੇਖੋ ਇੱਧਰ ਮੇਰੇ ਵੱਲ, ਉਹ ਖਿਆਲ ਪਤਾ ਕੀ ਆਉਂਦਾ ਹੈ ਕਿ ਕਾਸ਼ ਇਹ ਭੈਣ ਜਾਂ ਭਰਾ ਕੀ ਹੋ ਜਵੇ, ਇਹ ਮਰ ਜਵੇ। ਇਹ ਖਿਆਲ ਆਉਂਦਾ ਹੈ, ਇਹ ਸ਼ੈਤਾਨ ਤੁਹਾਡੇ ਮਨ 'ਚ ਖਿਆਲ ਪਾਉਂਦਾ। ਇੱਕ ਖਿਆਲ ਆਉਂਦਾ ਕਿ ਕਾਸ਼ ਇਹ ਬੰਦਾ ਨਾ ਹੀ ਹੋਵੇ, ਇੱਕ ਖਿਆਲ ਲੈ ਕੇ ਆਉਂਦਾ ਹੈ ਸਾਡੇ ਮਨ 'ਚ ਸ਼ੈਤਾਨ। ਇਹ ਉਹ ਭਾਵਨਾ ਬਾਰੇ ਗੱਲ ਕੀਤੀ ਜਾ ਰਹੀ ਹੈ ਕਿ ਕਾਸ਼ ਇਹ ਨਾ ਹੀ ਹੁੰਦਾ ਹੈ। ਦੱਸੋ ਤੁਸੀਂ ਇਸ ਗੱਲ ਐਗਰੀ ਕਰਦੇ ਨਹੀਂ ਕਰਦੇ? ਦੱਸੋ ਕਿ ਇਹ ਖਿਆਲ ਆਉਂਦਾ ਕਿ ਯਾਰ ਇਹ ਕਾਸ਼ ਮੈਂ ਇਹਦਾ ਸ਼ਕਲ ਦੇਖਾ ਹੀ ਨਾ ਇਹਦੀ, ਹੈ ਨਾ, ਇਹ ਮਾਰੀ ਜਾਵੇ। ਇਹ ਅੱਛਾ ਹੁੰਦਾ ਕਿ ਇਹ ਨਾ ਮਰ ਜਾਂਦਾ। ਇੱਕ ਖਿਆਲ ਤੁਹਾਡੇ ਦਿਲ 'ਚ ਆਉਂਦਾ ਆ, ਤੁਸੀਂ ਮੂੰਹ ਤੇ ਤਾਂ ਨਹੀਂ ਕਹਿੰਦੇ, ਲੇਕਿਨ ਤੁਹਾਡੇ ਇੱਥੇ ਆਉਂਦਾ ਖਿਆਲ। ਤੇ ਇਹ ਉਹ ਖਿਆਲ ਬਾਰੇ ਪ੍ਰਭੂ ਗੱਲ ਕਰ ਰਿਹਾ, ਕਹਿੰਦੇ ਜੇ ਤੂੰ ਕ੍ਰੋਧ ਵਿੱਚ, ਇੰਨੀ ਗੱਲ ਕਹਿ ਦਵੀਂ ਉਹਨੂੰ ਕਿ ਜਾ, ਇਹ ਉਹ ਵਾਲਾ ਕ੍ਰੋਧ ਦੀ ਗੱਲ ਕਰ ਰਿਹਾ ਕਿ ਉਹ ਕ੍ਰੋਧ ਜਿਹੜਾ ਤੁਹਾਡੇ ਅੰਦਰ ਇੱਕ ਭਾਵਨਾ ਪੈਦਾ ਕਰਦਾ ਕਿ ਕਾਸ਼ ਮਰ ਜਵੇ। ਇਸ ਭਾਵਨਾ ਵਾਸਤੇ ਖੁਦਾ ਕਹਿੰਦਾ ਕਿ ਜੇ ਤੂੰ ਇਦਾਂ ਦੀ ਗੱਲ ਸੋਚਦਾ ਆਪਣੇ ਦਿਲ ਦੇ ਵਿੱਚ, ਤੇ ਕਹਿੰਦੇ ਤੂੰ ਇੱਕਦਮ ਕਿੱਥੇ ਖੜਾ ਹੋਊਗਾ? ਤੂੰ ਅਦਾਲਤ 'ਚ, ਨਿਆਂ ਦੇ ਸਿੰਘਾਸਨ ਖੜਾ ਹੋਊਗਾ, ਔਰ ਤੂੰ ਨਰਕ ਦੀ ਅੱਗ ਦੇਖੂਗਾ ਤੂੰ। ਇਸ ਕਰਕੇ ਸਾਨੂੰ ਬਹੁਤ ਚੌਕਸ ਰਹਿਣਾ ਹੈ। ਅਸੀਂ ਪਹਿਲੇ ਪੜ੍ਹਿਆ ਨੀਤੀ ਵਿੱਚ ਕਿ ਤੂੰ ਚੌਕਸ ਰੱਖ, ਆਪਣੇ ਮਨ ਦੀ ਚੌਕਸੀ ਕਰ, ਕਿਉਂਕਿ ਕਹਿੰਦੇ ਜੀਵਨ ਦੀਆਂ ਨਦੀਆਂ ਉੱਥੋਂ ਵਹਿੰਦੀਆਂ। ਤੇ ਜਿਵੇਂ ਸਭ ਕੁਝ ਕਰ ਲਿਆ, ਸਭ ਕੁਝ ਕਰਕੇ ਵੀ ਜੇ ਫਿਰ ਵੀ ਅਸੀਂ ਨਰਕ 'ਚ ਚਲੇ ਗਏ ਸੀ, ਤੇ ਮੇਰੇ ਖਿਆਲ ਨਾਲ ਸਭ ਇਸ ਤੋਂ ਵੱਡੀ ਦੁੱਖਦਾਈ ਗੱਲ ਕੋਈ ਨਹੀਂ ਹੋਣੀ। ਔਰ ਅਸੀਂ ਇਸ ਨਾ ਤਾਂ ਅਸੀਂ ਇਸ ਪੂਰੀ ਦੁਨੀਆ ਤੇ ਕੀਤਾ ਇੰਜੋਏ, ਤੇ ਨਾ ਅਸੀਂ ਉੱਥੇ ਪਹੁੰਚੇ, ਨਾ ਅਸੀਂ ਇੱਥੋਂ ਦੇ ਰਹੇ, ਤੇ ਨਾ ਅਸੀਂ ਉੱਥੋਂ ਦੇ ਰਹੇ। ਇਸ ਕਰਕੇ ਅਸੀਂ ਆਪਣੇ ਦਿਲ ਦੀ ਚੌਕਸੀ ਕਰਨੀ ਹੈ ਕਿ ਮੇਰੇ ਮਨ 'ਚ ਜੇ ਦੇਖ ਪ੍ਰਭੂ, ਜੇ ਤੈਨੂੰ ਖਿਆਲ ਲੱਗਦਾ ਮੈਂ ਮਾਫੀ ਤੱਕ ਮੰਗਦਾ ਹਾਂ, ਤੇ ਮੈਂ ਮਾਫੀ ਮੰਗਦੀ ਹਾਂ ਕਿ ਜੇ ਮੈਂ ਕਿਸੇ ਲਈ ਵੀ ਇੱਦਾਂ ਦੀ ਗੱਲ ਮੇਰੇ ਮਨ 'ਚ ਆਈ ਹੋਵੇ। ਸ਼ੈਤਾਨ ਪਾਉਂਦਾ ਗੱਲ ਇਹ ਵਾਲੀ, ਉਹ ਸਾਡੇ ਮਨ ਦੇ ਕ੍ਰੋਧ ਹੈਗਾ, ਜਿਹੜਾ ਕ੍ਰੋਧ ਵਿੱਚ ਅਸੀਂ ਜਦੋਂ ਕਹਿੰਦੇ ਆ, ਅਸੀਂ ਕਹਿੰਦੇ ਜਾ ਮਰ ਜਾ। ਕਈ ਵਾਰ ਅਸੀਂ ਮੂੰਹ ਨਾਲ ਵੀ ਕਹਿੰਦੇ ਆ ਲੋਕਾਂ ਨੂੰ, ਅਸੀਂ ਗਾਲਾਂ 'ਚ ਕਹਿੰਦੇ ਆ ਜਾ ਮਰ ਜਾ, ਹੈ ਨਾ, ਤੂੰ ਮਰ ਜਾਵੇਂ, ਤੇਰੇ ਘਰ ਦੇ ਮਰ ਜਾ, ਨਾ ਹੋ ਜਾਵੇ। ਸਾਨੂੰ ਆਪਣੇ ਸ਼ਬਦਾਂ ਨੂੰ ਬਹੁਤ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ। ਸਾਡੇ ਮੂੰਹ ਦੇ ਸ਼ਬਦਾਂ ਵਿੱਚ ਪਤਾ ਕੀ ਹੈਗਾ? ਜੀਵਨ ਵੀ ਹੈਗਾ ਔਰ ਮੌਤ ਵੀ ਹੈਗੀ। ਕਿਉਂਕਿ ਵਚਨ 'ਚ ਲਿਖਿਆ ਕਿ ਜੇ ਕੋਈ ਪ੍ਰਭੂ ਦਾ ਜਨ ਆਪਣੇ ਮੂੰਹ ਤੋਂ ਕੁਝ ਕਹਿ ਦੂਗਾ ਨਾ, ਉਹ ਹੋ ਵੀ ਸਕਦਾ ਹੈ, ਲੇਕਿਨ ਤੁਹਾਨੂੰ ਵੀ ਉਹਦੀ ਭੁਗਤਾਨ ਕਰਨਾ ਪੈਣਾ ਇੱਕ ਦਿਨ। ਕਿਉਂਕਿ ਜਿਹੜੀ ਅਨੋਇੰਟਿੰਗ ਹੈਗੀ ਆ, ਪਵਿੱਤਰ ਆਤਮਾ ਦੀ ਅਨੋਇੰਟਿੰਗ ਨਾਲ ਕੁਝ ਵੀ ਹੋ ਸਕਦਾ ਹੈ। ਇਹ ਅਨੋਇੰਟਿੰਗ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਸ਼ਬਦਾਂ ਨੂੰ ਕਿੱਦਾਂ ਇਸਤੇਮਾਲ ਕਰਦੇ ਸ਼ਬਦਾਂ ਨੂੰ। ਹਾਲੇਲੂਇਆ। ਜਿਹੜਾ ਪ੍ਰੇਫੁਲ ਬੰਦਾ ਹੋਊਗਾ ਨਾ, ਜੇ ਕਿਸੇ ਕੁਝ ਕਹਿ ਦੂਗਾ ਨਾ, ਉਹ ਉਸ ਟਾਈਮ ਹੋ ਜਾਣਾ, ਕਿਉਂਕਿ ਖੁਦਾ ਦੇ ਵਚਨ ਦੇ ਹਿਸਾਬ ਨਾਲ ਉਹਦੀ ਅਨੋਇੰਟਿੰਗ ਦੇ ਕਰਕੇ ਹੁੰਦਾ। ਇੱਥੇ ਅਸੀਂ ਇਸ ਗੱਲ ਨੂੰ ਬੜਾ ਧਿਆਨ ਨਾਲ ਦੇਖਣਾ। ਔਰ ਜਿਹੜੇ ਕੁਝ ਇਦਾਂ ਦੇ ਕਤਲ ਵੀ ਹੈਗੇ ਆ, ਕੁਝ ਇਦਾਂ ਦੇ ਵੀ ਜਿਹੜੇ ਖੂਨ ਬਾਰੇ ਬਾਈਬਲ ਦੱਸਦੀ ਹੈ। ਜਦੋਂ ਅਸੀਂ ਨੀਤੀ ਵਿੱਚ ਪੜ੍ਹਦੇ ਉਸ ਲਿਖਿਆ, ਕਹਿੰਦੇ ਤੂੰ ਬੁਰੇ ਸੰਗਤੀ ਕਦੇ ਨਹੀਂ ਕਰਨੀ, ਕਿਉਂਕਿ ਉਹ ਕਹਿੰਦੇ ਕਿ ਸਾਡਾ ਸਾਂਝਾ ਬਟੂਆ ਹੋਵੇ, ਆਓ ਅਸੀਂ ਕਤਲ ਕਰੀ ਜਾ ਕੇ ਕਿਸੇ ਦਾ। ਜਿੱਦਾਂ ਮੂਸੇ ਨੂੰ ਮਾਰ ਦਿੱਤਾ ਗੈਂਗ ਦੇ ਵਿੱਚ, ਹੋਰ ਇਦਾਂ ਦੇ ਕਈ ਲੋਕਾਂ ਨੂੰ ਮਾਰਤਾ। ਕੱਲ ਜਾਪਾਨ ਦੇ ਮਿਨਿਸਟਰ ਨੂੰ ਮਾਰਤਾ ਗੋਲੀ, ਤਾਂ ਤੁਹਾਨੂੰ ਸ਼ਾਇਦ ਪਤਾ ਹੋਣਾ ਕਿ ਨਹੀਂ ਪਤਾ।
ਠੀਕ ਹੈ ਜੀ। ਇਦਾਂ ਬਹੁਤ ਲੋਕਾਂ ਨੂੰ ਲੋਕ ਕੀ ਕਰਦੇ ਆ, ਗੋਲੀਬਾਜ਼ੀ ਮਾਰਦੇ ਆ, ਇਦਾਂ ਕਤਲ ਕਰ ਦਿੰਦੇ। ਇਹ ਉਹ ਲੋਕਾਂ ਬਾਰੇ ਦੱਸਦੀ ਬਾਈਬਲ ਕਿ ਤੁਸੀਂ ਇਹੋ ਜਿਹੇ ਲੋਕਾਂ ਦੀ ਸੰਗਤੀ ਕਦੀ ਨਹੀਂ ਕਰਨੀ ਜਿੱਥੇ ਇਦਾਂ ਦੀ ਪਲੈਨਿੰਗ ਚੱਲਦੀ ਹੋਵੇ, ਜਿੱਥੇ ਇਦਾਂ ਦਾ ਗਰੁੱਪ ਹੋਵੇ। ਤੁਸੀਂ ਇਦਾਂ ਸਭਾ 'ਚ ਨਹੀਂ ਬਹਿਣਾ, ਕਿਉਂਕਿ ਵਚਨ ਦੱਸਦਾ, ਕਹਿੰਦਾ ਮੈਂ ਜਿਹੜੀਆਂ ਬੁਰਾਈਆਂ ਦੀ ਸਭਾ ਦੇ ਨਾਲੋਂ ਅਸੀਂ ਖੁਦਾ ਦੇ ਲੋਕਾਂ ਨਾਲ ਅਸੀਂ ਸੰਗਤੀ ਕਰਨੀ ਹੈ। ਪ੍ਰੇਜ਼ ਦ ਲਾਰਡ। ਔਰ ਕੁਝ ਇਦਾਂ ਦੇ ਪਾਪ ਵੀ ਹੈਗੇ ਆ ਜਿਹੜੇ ਕੁਝ ਇਦਾਂ ਦੇ ਕਤਲ ਵੀ ਹੈਗੇ ਆ ਜਿਹੜੇ ਅਸੀਂ ਅੱਜ ਕੱਲ ਇਹ ਜਿਹੜਾ ਸ਼ੈਤਾਨ ਆ ਉਹਨੂੰ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਉਹਨੇ ਕਾਨੂੰਨ ਬਣਾ ਵੀ ਦਿੱਤਾ ਸ਼ੈਤਾਨ ਨੇ। ਉਹ ਹੈਗਾ ਗਰਭਪਾਤ। ਕੀ ਹੈਗਾ ਭਲਾ ਉਹ? ਗਰਭਪਾਤ, ਅਬੋਰਸ਼ਨ। ਅਬੋਰਸ਼ਨ ਦਾ ਜਿਹੜਾ ਹੈਗਾ ਕਤਲ, ਅਬੋਰਸ਼ਨ ਇੱਕ ਕਤਲ ਦੇ ਬਰਾਬਰ ਆ। ਇਸ ਗੱਲ ਬਾਰੇ ਕਾਨੂੰਨ ਬਣਾਏ ਜਾ ਰਹੇ ਇੱਥੇ। ਸ਼ਾਇਦ ਤੁਸੀਂ ਦੇਖਿਆ, ਤੁਸੀਂ ਇੱਥੇ ਅੱਜ ਕੱਲ ਬੋਰਡ ਲੱਗੇ ਹੋਏ ਆ, ਗਰਲਸ ਲਿਖਿਆ ਆਂਦਾ ਬੋਰਡ ਤੇ, ਦੇਖਿਆ ਲਾਲ ਲਾਲ ਜਿਹੇ। ਉਹ ਕੀ ਹੈਗਾ? ਉਹ ਹੈਗਾ ਫੈਮਿਨਿਜ਼ਮ। ਉਹ ਫੈਮਿਨਿਜ਼ਮ ਬਾਰੇ ਸ਼ੈਤਾਨ ਉਹਨੂੰ ਇਸਤੇਮਾਲ ਕਰਦਾ ਪਿਆ ਹੈ। ਉਹ ਕਹਿੰਦਾ ਕਿ ਤੁਸੀਂ ਔਰਤਾਂ ਦੇ ਮਨ 'ਚ ਖਿਆਲ ਪਾਤਾ ਉਹਨੇ ਕਿ ਮੇਰੀ ਬੋਡੀ ਹੈ, ਮੇਰੀ ਬੋਡੀ ਤੇ ਮੈਂ ਜੋ ਮਰਜ਼ੀ ਕਰਾਂ, ਮੇਰਾ ਰਾਈਟ ਹੈ ਮੇਰੀ ਬੋਡੀ ਉੱਪਰ। ਜਦ ਕਿ ਖੁਦਾ ਕਹਿੰਦਾ ਤੇਰੀ ਬੋਡੀ ਉੱਪਰ ਕੋਈ ਹੱਕ ਨਹੀਂ ਹੈਗਾ, ਤੇਰੇ ਹਸਬੈਂਡ ਦਾ ਹੱਕ ਹੈ ਤੇਰੀ ਬੋਡੀ ਉੱਪਰ। ਇਹ ਵਚਨ ਦੀ ਗੱਲ ਤੁਹਾਨੂੰ ਮੈਂ ਦੱਸੀ ਹੈ, ਠੀਕ ਹੈ ਨਾ। ਔਰ ਜਿਹੜਾ ਉਹ ਕਹਿੰਦੇ ਕਿ ਮੈਂ ਬੱਚੇ ਨੂੰ ਅਬੋਰਟ ਕਰਾਵਾਂ ਚਾਹੇ ਨਾ ਕਰਾਵਾਂ, ਕਹਿੰਦੇ ਇਹਦਾ ਕਾਨੂੰਨ ਬਣਾ। ਅਮਰੀਕਾ 'ਚ ਉੱਥੇ ਬੜਾ ਦੰਗਾ ਹੋਇਆ, ਇੱਥੇ ਵੀ ਦੰਗਾ ਹੋਇਆ ਆਸਟ੍ਰੇਲੀਆ ਵਿੱਚ। ਔਰ ਇਸ ਗੱਲ ਨੂੰ ਬਣਾਇਆ ਜਾ ਰਿਹਾ ਨਹੀਂ ਜੀ ਕਿ ਔਰਤ ਨੂੰ ਇਹ ਆਜ਼ਾਦੀ ਦਿੱਤੀ ਜਾਵੇ ਕਿ ਤਾਂ ਕਿ ਉਹ ਅਬੋਰਸ਼ਨ ਕਰ ਲਵੇ, ਜਿੰਨਾ ਮਰਜ਼ੀ ਅਬੋਰਸ਼ਨ ਕਰ ਲਵੇ। ਕਿਉਂਕਿ ਜਦੋਂ ਖੁਦਾਵੰਦ ਕਿਸੇ ਦੇ ਪੇਟ 'ਚ ਬੀਜ ਪਾਉਂਦਾ ਆ, ਪਹਿਲਾ ਆਵਰ ਜਿਹੜਾ ਹੈਗਾ, ਪਹਿਲਾ ਘੰਟਾ ਉਹਨੂੰ ਕਹਿੰਦਾ ਹੈ, ਪਹਿਲਾ ਮਿੰਟ ਕਹਿ ਲਓ ਤੁਸੀਂ, ਉਸੇ ਵੇਲੇ ਉਹਦੇ ਵਿੱਚ ਰੂਹ ਆ ਜਾਂਦੀ ਹੈ ਉਸੇ ਵੇਲੇ। ਔਰ ਖੁਦਾ ਦਾ ਪਲਾਨ ਉਹਦੇ ਜੀਵਨ 'ਚ ਇਦਾਂ ਹੁੰਦਾ ਕਿ ਆਹ ਪਲਾਨ ਹੈ ਇਹਦਾ, ਧਰਤੀ ਪਰ ਜਾ ਕੇ ਨਹੀਂ ਇਹ ਕਰਨਾ। ਹੋ ਸਕਦਾ ਉਹਨੇ ਕੋਈ ਪਾਸਟਰ ਬਣਨਾ ਹੋਵੇ, ਹੋ ਸਕਦਾ ਉਹਨੇ ਕੋਈ ਖੁਦਾ ਦਾ ਵੱਡਾ ਜਨ ਬਣਨਾ ਹੋਵੇ, ਹੋ ਸਕਦਾ ਉਹਨੇ ਪਤਾ ਨਹੀਂ ਕੋਈ ਮਿਨਿਸਟਰ ਬਣਨਾ ਹੋਵੇ, ਯੂ ਨੈਵਰ ਨੋ। ਲੇਕਿਨ ਜਦੋਂ ਵੀ ਕੋਈ ਔਰਤ ਗਰਭਪਾਤ ਕਰਦੀ ਹੈ ਜਾਂ ਅਬੋਰਸ਼ਨ ਕਰਦੀ ਹੈ, ਉਹ ਕਤਲ ਦੇ ਬਰਾਬਰ ਆ, ਉਹ ਕਤਲ ਆ ਉਹ। ਔਰ ਉਹਦੀ ਸਜ਼ਾ ਕੀ ਹੈਗੀ? ਅਸੀਂ ਹੁਣੇ ਪੜਿਆ, ਨਰਕ ਦੀ ਭੈੜੀ ਅੱਗ ਦੇ ਵਿੱਚ ਉਹਨੂੰ ਜਲਣਾ ਪੈਣਾ ਇੱਕ ਦਿਨ। ਇਸ ਕਰਕੇ ਅਸੀਂ ਇਸ ਗੱਲ ਨੂੰ ਦੇਖਣਾ ਹੈ ਕਿ ਜਿਹੜੇ ਕਤਲ ਹੈਗਾ ਆ, ਇਹ ਕਤਲ ਖਾਲੀ ਇਹ ਨਹੀਂ ਹੈਗਾ ਵੀ ਕਈ ਕਹਿੰਦੇ ਕਿ ਨਹੀਂ ਜੀ ਮੈਂ ਦਵਾਈ ਖਾ ਲਈ, ਉਹ ਤਾਂ ਹਾਲੇ ਤਾਂ ਇੱਕ ਦਿਨ ਦਾ ਬੇਬੀ ਸੀਗਾ। ਇੱਕ ਦਿਨ ਦਾ ਬੇਬੀ ਨਹੀਂ ਸੀਗਾ, ਖੁਦਾ ਦਾ ਆਤਮਾ ਉਹਦੇ ਵਿੱਚ ਸੀ। ਜਦੋਂ ਦੀਨਾ ਕਰਨ ਜਿਹਨੂੰ ਇੱਕ ਜਗ੍ਹਾ ਤੇ ਲੈ ਕੇ ਗਏ ਖੁਦਾਵੰਦ, ਤੇ ਉਹ ਜਗ੍ਹਾ ਇਦਾਂ ਸੀ ਜਿੱਥੇ ਸਾਰੇ ਛੋਟੇ ਛੋਟੇ ਬੱਚੇ ਆ, ਛੋਟੇ ਛੋਟੇ ਬੱਚੇ, ਕਿੰਨੇ ਹੀ ਬੱਚੇ ਆ, ਛੋਟੇ ਛੋਟੇ ਬੱਚੇ ਇਦਾਂ ਉਹਨਾਂ ਨੂੰ ਪਾਲਦੇ ਆ। ਤੁਹਾਨੂੰ ਪਤਾ ਇਸ ਗੱਲ ਦਾ? ਲੇਕਿਨ ਉਹ ਪੁੱਛਿਆ, ਉਹਨੇ ਕਹਿੰਦਾ ਪ੍ਰਭੂ ਜੀ ਆਹ ਕਿਹੜੀ ਜਗ੍ਹਾ ਹੈ? ਕਹਿੰਦੇ ਇਹ ਉਹ ਬੱਚੇ ਆ ਜਿਹੜੇ ਆਪਣੀ ਜਿਹਨਾਂ ਨੂੰ ਮੌਤ ਦਿੱਤੀ ਗਈ ਧਰਤੀ ਉੱਪਰ। ਕਈਆਂ ਨੇ ਸੁੱਟ ਦਿੱਤਾ ਏਦਾਂ ਹੀ ਚਾਕੂੜੀਆਂ ਨੂੰ, ਤੇ ਕਈ ਆਪਣਾ ਜਿਹੜੇ ਮਾਵਾਂ ਨੇ ਕੀ ਕੀਤਾ, ਉਹਨਾਂ ਨੇ ਅਬੋਰਟ ਕਰ ਦਿੱਤੇ ਬੱਚੇ। ਇਹ ਉਹ ਬੱਚੇ ਆ ਜਿਹੜੇ ਹੈਵਨ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਪ੍ਰਭੂ ਉਹਨਾਂ ਦੀ ਮੁਕਤੀ ਕਿੱਦਾਂ ਹੋਊਗੀ। ਦੱਸੋ, ਕਿਉਂਕਿ ਬਚਨ ਦੱਸਦਾ ਕਿ ਬਿਨਾਂ ਪ੍ਰਭੂ ਯਿਸੂ ਮਸੀਹ ਦੇ ਮੁਕਤੀ ਨਹੀਂ ਹੈਗੀ। ਤੇ ਜਿਹੜੇ ਬੱਚੇ ਅਬੋਰਟ ਕੀਤੇ ਜਾਂਦੇ ਆ, ਉਹਨਾਂ ਦਾ ਜੀਵਨ ਹੁੰਦਾ, ਉਹਨਾਂ ਦੇ ਵਿੱਚ ਲਾਈਫ ਹੈਗੀ ਉਹਨਾਂ ਦੇ ਵਿੱਚ। ਇਹ ਨਹੀਂ ਕਿ ਲਾਈਫ ਨਹੀਂ ਹੈਗੀ ਉਹਨਾਂ ਦੇ ਵਿੱਚ। ਅਸੀਂ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਕਿ ਇਹ ਜਿਹੜਾ ਪਾਪ ਹੈ, ਜਿਹੜੇ ਇਹ ਹੱਤਿਆ ਹੈਗੀ ਆ, ਇਹ ਵੀ ਇੱਕ ਬਹੁਤ ਵੱਡਾ ਪਾਪ ਹੈ ਇਹ। ਔਰ ਇਹ ਕਿੱਥੇ ਪੈਦਾ ਹੁੰਦਾ ਹੈ? ਇਹ ਫੇਰ ਉਸੇ ਅਸੀਂ ਗੱਲ ਤੇ ਨਹੀਂ, ਇਹ ਕਿੱਥੇ ਹੈਗਾ? ਇਹ ਮਨ ਦੇ ਵਿੱਚ ਆ। ਕਈ ਲੋਕ ਕਹਿੰਦੇ ਕਿ ਨਹੀਂ ਮੇਰੇ ਬੱਚੇ 3 ਹੋ ਗਏ 4 ਹੋ ਗਏ, ਮੈਂ ਬੱਚਾ ਨਹੀਂ ਕਰਨਾ ਹੋਰ ਨਾ। ਜੇ ਤੂੰ ਕੀਤਾ ਤੇ ਤੈਨੂੰ ਉਹ ਰੱਖਣਾ ਪੈਣਾ ਆ। ਮੈਂ ਤੁਹਾਨੂੰ ਆਪਣੀ ਗਵਾਹੀ ਦੱਸਦਾ, ਆਪਣੀ ਗਵਾਹੀ ਹੈ ਮੇਰੀ ਇਹ। ਜਦੋਂ ਮੇਰੇ ਇਸ ਬੇਟੇ ਨੇ ਹੋਣਾ ਸੀਗਾ ਤੇ ਅਸੀਂ ਕਿਹਾ, ਹਲੇ ਮੇਰੀ ਬੇਟੀ ਛੋਟੀ ਸੀਗੀ ਬਹੁਤ ਹੀ, ਨਾਲ ਹੀ ਫਿਰ ਜਦੋਂ ਫਿਰ ਪ੍ਰੈਗਨੈਂਟ ਹੋ ਗਈ ਨਾ, ਫਿਰ ਅਸੀਂ ਆਪਣੇ ਪਾਸਟਰ ਨੂੰ ਪੁੱਛਿਆ, ਮੈਂ ਕਿਹਾ ਪਾਸਟਰ ਵੀ ਅਸੀਂ ਕੀ ਕਰੀਏ ਵੀ ਇਹ ਜਦੋਂ ਸਾਨੂੰ ਪਤਾ ਲੱਗਾ ਵੀ ਇਹਨੇ ਫਿਰ ਕਨਸੀਵ ਕਰ ਲਿਆ। ਤੇ ਸਾਡੇ ਪਾਸਟਰ ਨੇ ਸਾਨੂੰ ਕਿਹਾ ਵੀ ਤੁਸੀਂ ਦੱਸੋ ਵੀ ਤੁਸੀਂ ਕੀ ਚਾਹੁੰਦੇ ਆ। ਅਸੀਂ ਕਿਹਾ ਵੀ ਅਸੀਂ ਤਾਂ ਖੁਦਾ ਦਾ ਵਚਨ ਚਾਹੁੰਦੇ, ਵੀ ਖੁਦਾ ਦਾ ਵਚਨ ਨੂੰ ਕਿੱਦਾਂ ਪੂਰਾ ਕਰੀਏ। ਅਸੀਂ ਇੰਡੀਆ ਦੇ ਵਿੱਚ 3 ਬੱਚੇ ਪਾਲਣੇ ਬਹੁਤ ਔਖੇ ਆ, ਇੰਡੀਆ 'ਚ ਸਾਰੇ ਪਾਸੇ ਔਖੇ ਆ। ਤੇ ਜਦੋਂ ਅਸੀਂ ਖੁਦਾ ਨੂੰ ਜਦੋਂ ਪਾਸਟਰ ਨੇ ਪੁੱਛਿਆ, ਕਹਿੰਦੇ ਕਿ ਦੇਖੋ ਵਚਨ ਤਾਂ ਕਹਿੰਦਾ ਕਿ ਜੇ ਤੁਸੀਂ ਕਤਲ ਕਰੋਗੇ ਇਦਾਂ ਦਾ, ਤੇ ਉਹਦਾ ਜਿਹੜੀ ਹੈਗੀ ਉਹ ਸਜ਼ਾ ਹੈ ਉਹਦੀ ਇੱਕ, ਠੀਕ ਆ। ਤੇ ਇਹ ਗੱਲ ਕਰਨ ਤੋਂ ਪਹਿਲੇ ਇਹਨੇ ਮੈਨੂੰ ਕਿਹਾ ਵੀ ਨਹੀਂ, ਕਹਿੰਦੇ ਮੈਂ ਬੱਚਾ ਨਹੀਂ ਮੈਂ ਰੱਖ ਸਕਦੀ। ਮੈਂ ਤੁਹਾਨੂੰ ਸੱਚਾਈ ਦੱਸਦਾ, ਸੱਚਾਈ ਹੈ। ਤੇ ਇਹਨੇ ਜਿੱਦਾਂ ਹੀ ਇਹਨੂੰ ਮੈਂ ਦਵਾਈ ਲੈ ਕੇ ਦਿੱਤੀ, ਮੈਂ ਦਵਾਈ ਲੈ ਕੇ ਇਹਨੂੰ ਉਦੋਂ, ਕਿਉਂਕਿ ਮੈਨੂੰ ਪਤਾ ਨਹੀਂ ਸੀ ਵਚਨ। ਮੈਂ ਕਹਿੰਦੀ ਅਸੀਂ ਨਹੀਂ, ਮੈਂ ਕਿਹਾ ਬੱਚਾ, ਕਿਉਂਕਿ ਮੇਰੀ ਫਾਈਨੈਂਸ਼ੀਅਲ ਵੀ ਮੇਰੇ ਹਾਲਾਤ ਠੀਕ ਨਹੀਂ ਸੀਗੇ। ਅਸੀਂ ਮਸੀਹ ਅਸੀਂ ਨਵੇਂ ਸੀਗੇ, ਹਲੇ ਵੀ ਐਡੇ ਜ਼ਿਆਦਾ ਨਹੀਂ ਸੀਗੇ। ਛੋਟੀ ਬੇਟੀ ਵੀ 6 ਮਹੀਨੇ ਦੀ ਸੀ। ਛੋਟੀ ਬੇਟੀ 6 ਮਹੀਨੇ ਦੀ ਸੀਗੀ। ਤੇ ਜਦੋਂ ਇਹਨੇ ਮੈਂ ਦਵਾਈ ਲੈ ਕੇ ਦਿੱਤੀ, ਤੇ ਮੈਂ ਕਿਹਾ ਦਵਾਈ ਤੂੰ ਖਾ ਲਵੀਂ। ਜਿੱਦਾਂ ਮੈਂ ਤੁਹਾਨੂੰ ਦੱਸਿਆ ਹੁਣ ਕਿ ਕਈ ਵਾਰੀ ਸੋਚਦੇ ਕਿ ਅਸੀਂ ਗਰਭਪਾਤ ਕਰ ਦਈਏ ਨਾ। ਅੱਛਾ ਜੀ। ਤੇ ਜਦੋਂ ਇਹ ਦਵਾਈ ਖਾਣ ਲੱਗੀ, ਤੇ ਅਸੀਂ ਨਾ ਹਰੇਕ ਮਾਰਨਿੰਗ ਦੇ ਵਿੱਚ 6 ਵਜੇ ਸਾਡੇ ਘਰ 'ਚ ਆਉਂਦਾ ਸੀ ਪ੍ਰੋਗਰਾਮ ਜੋਇਸ ਮੇਰ ਦਾ, ਤੇ ਉਹਦਾ ਨਾਮ ਹੈਗਾ ਆ ਐਵਰੀਡੇ ਲਾਈਫ। ਇੱਕ ਬਹੁਤ ਅੱਛਾ ਪ੍ਰੋਗਰਾਮ ਕਰਦੀ ਸੀਗੀ ਉਹ, ਐਵਰੀਡੇ ਆਉਂਦਾ ਸੀ 6 ਵਜੇ ਸਵੇਰੇ। ਜਿੱਦਾਂ ਹੀ ਗੋਲੀ ਖਾਣ ਲੱਗੀ ਇਹ ਵਾਲੀ, ਇੱਕ ਇਹ ਜਿੱਦਾਂ ਰੋਜ਼ ਉੱਠ ਕੇ ਅਸੀਂ ਦੇਖਦੇ ਨੇ ਸੀ ਉਹ ਵਾਲਾ ਪ੍ਰੋਗਰਾਮ ਨੂੰ। ਇਹਨੇ ਜਦੋਂ ਦੇਖਿਆ ਪ੍ਰੋਗਰਾਮ, ਤੇ ਉਸੇ ਲੇਡੀ ਨੇ ਇਸੇ ਗੱਲ ਦੇ ਉੱਪਰ ਉਹਨੇ ਪ੍ਰੀਚ ਕੀਤਾ ਉਸ ਵੇਲੇ।
ਹਾਲੇਲੂਇਆ। ਮੈਂ ਖਾਣੀ ਸੀ ਦਵਾਈ, ਪਹਿਲਾਂ ਮੈਂ ਕਿਹਾ ਮੈਂ ਪ੍ਰਾਰਥਨਾ ਕਰ ਲਵਾਂ, ਵਚਨ ਸੁਣ ਲਵਾਂ ਪਹਿਲਾਂ। ਤੇ ਜਦੋਂ ਮੈਂ ਉਹ ਸੁਣਿਆ ਤੇ ਉਹ ਇਹੀ ਗੱਲ ਤੇ ਪੀਸ਼ ਕਰ ਰਹੇ ਸੀਗੇ ਕਿ ਇੱਕ ਜਦੋਂ ਬੱਚਾ ਤਾਂ ਮਾਂ ਦੇ ਗਰਭ ਚ ਆਂਦਾ ਉਹ ਜਿੰਦਾ ਹੁੰਦਾ ਹੈ, ਜ਼ਿੰਦਾ ਹੁੰਦਾ, ਉਹਦੇ ਵਿੱਚ ਰੂਹ ਹੁੰਦੀ ਹੈ। ਪ੍ਰੇਜ਼ ਦ ਤੇ ਉਹਨਾਂ ਨੇ ਵੀ ਆਹੀ ਵਚਨ ਸ਼ੇਅਰ ਕੀਤਾ ਜੋ ਅਮਨ ਜੀ ਕਰਦੇ ਪਏ ਆ, ਤੇ ਉਹ ਕਹਿੰਦੇ ਸੀ ਕਿ ਇੱਕ ਮਰਡਰ ਦੇ ਬਰਾਬਰ ਹੁੰਦਾ ਹੈ। ਹਾਂ। ਤੇ ਮੈਂ ਉਹ ਦਵਾਈ ਖਾਣੀ ਸੀ, ਕੋਲ ਪਈ ਸੀ, ਮੇਰੇ ਪਾਣੀ ਵੀ ਪਿਆ ਸੀਗਾ, ਤੇ ਮੈਂ ਫੈਸਲਾ ਮੈਂ ਕਿਹਾ ਨਹੀਂ ਇਹ ਸਹੀ ਨਹੀਂ ਹੈਗਾ। ਤੇ ਮੈਂ ਇੱਕ ਕੰਮ ਤੇ ਗਏ ਹੋਏ ਸੀ, ਮੈਂ ਇਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਅਮਨ ਜੀ ਮੈਂ ਨਹੀਂ ਦਵਾਈ ਖਾਣੀ, ਕਿਉਂਕਿ ਮੈਂ ਕਿਹਾ ਮੈਂ ਖੁਦਾ ਦਾ ਕਲਾਮ ਹੁਣੀ ਸੁਣਿਆ ਵੀ ਪ੍ਰਭੂ ਦੇ ਵਚਨ 'ਚ ਇੱਦਾਂ ਲਿਖਿਆ ਹੈ। ਫਿਰ ਅਸੀਂ ਪਾਸਟਰ ਜੀ ਨੂੰ ਫੋਨ ਕੀਤਾ, ਉਹਨਾਂ ਨੇ ਵੀ ਇਹੀ ਗੱਲ ਕਹੀ ਜਿਹਨਾਂ ਨੇ ਕਹੀ, ਕਹਿੰਦੇ ਹੋ ਸਕਦਾ ਉਸ ਬੱਚੇ ਨੇ ਕੋਈ ਪਾਸਵਾਨ ਬਣਨਾ ਹੋਵੇ, ਕੋਈ ਭਵਿਸ਼ਯਵਕਤਾ ਬਣਨਾ ਹੋਵੇ, ਕੋਈ ਖੁਦਾ ਦਾ ਦਾਸ ਹੋਵੇ, ਪਰਮੇਸ਼ਰ ਨੇ ਕੋਈ ਕੰਮ ਲੈਣਾ ਹੋਵੇ, ਤੁਸੀਂ ਕਹਿੰਦੇ ਇਸ ਬੱਚੇ ਨੂੰ ਜੇ ਗਰਭ 'ਚ ਮਾਰੋਗੇ ਤਾਂ ਬਹੁਤ ਵੱਡਾ ਪਾਪ ਕਰੋਗੇ। ਤੇ ਮੈਂ ਉਸੇ ਵੇਲੇ ਉਹ ਦਵਾਈ ਸੁੱਟ ਦਿੱਤੀ, ਅਮਨ ਜੀ ਨੂੰ ਫੋਨ ਕੀਤਾ, ਮੈਂ ਕਿਹਾ ਆਪਾਂ ਇਸ ਬੱਚੇ ਨੂੰ ਕਨਸੀਵ ਜਿਹੜਾ ਹੋਇਆ ਇਹਨੂੰ ਆਪਾਂ ਕੈਰੀ ਕਰਨਾ, ਕਿਉਂਕਿ ਇਹ ਖੁਦਾ ਦੇ ਵੱਲੋਂ ਆਇਆ। ਬੱਚਾ ਤੁਹਾਡੇ ਵਿੱਚ ਬੈਠਾ ਅੱਜ। ਹਾਲੇਲੂਇਆ, ਪ੍ਰੇਜ਼ ਹਾਲੇਲੂਇਆ। ਕਿਉਂਕਿ ਖੁਦਾ ਆਪਣੇ ਲੋਕਾਂ ਨੂੰ ਪਿਆਰਾ ਬੱਚਾ ਹੈ, ਕਿਉਂਕਿ ਖੁਦਾ ਆਪਣੇ ਲੋਕਾਂ ਨੂੰ ਕੀ ਕਰਦਾ ਹੈ, ਉਹ ਬਚਾਉਂਦਾ ਆ, ਆਪਣੇ ਲੋਕਾਂ ਨੂੰ ਬਚਾਉਂਦਾ ਖੁਦਾ, ਜਿਹੜੇ ਉੱਤੇ ਭਰੋਸਾ ਰੱਖਦੇ ਆ। ਤੇ ਸਾਨੂੰ ਖੁਦਾ ਨੇ ਬਚਾਇਆ, ਸਾਨੂੰ ਪਵਿੱਤਰ ਆਤਮਾ ਨੇ ਬਚਾਇਆ ਕਿ ਇਸ ਪਾਪ ਤੋਂ ਕਰਨ ਤੋਂ, ਲੇਕਿਨ ਸਾਡੀ ਸਜ਼ਾ ਵੀ ਫੇਰ ਦੀ ਹੋਣੀ ਸੀਗੀ। ਖੁਦਾ ਕਿਸੇ ਨੂੰ ਬਖਸ਼ਦਾ, ਜਿਹੜਾ ਬੰਦਾ ਸਜ਼ਾ ਜਿਹੜਾ ਬੰਦਾ ਪਾਪ ਕਰਦਾ ਹੈ, ਪਾਪ ਦਾ ਜਿਹੜੇ ਉਹਦਾ ਰਿਜ਼ਲਟ ਹੈਗਾ ਉਹ ਕੀ ਹੈਗਾ, ਉਹ ਮੌਤ ਹੈਗੀ ਆ, ਉਹਦੀ ਮਜ਼ਦੂਰੀ ਮੌਤ ਹੀ ਆ ਅੱਜ। ਹਾਲੇਲੂਇਆ। ਇਸ ਕਰਕੇ ਜਿਹੜਾ ਇਹ ਪਾਪ ਹੈਗਾ, ਇਹ ਪਾਪ ਖੁਦਾ ਕਦੀ ਵੀ ਬਖਸ਼ੂਗਾ ਨਹੀਂ। ਤੇ ਅੱਜ ਦੁਨੀਆ ਦੇ ਵਿੱਚ ਇਹਨੂੰ ਕਾਨੂੰਨ ਬਣਾਇਆ ਜਾ ਰਿਹਾ, ਤੁਸੀਂ ਵੀ ਦੇਖੋਗੇ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਕਿ ਮੇਰੀ ਬਾਡੀ ਮੇਰਾ ਰਾਈਟ, ਮੇਰੀ ਬਾਡੀ, ਆਹੀ ਉੱਥੇ ਕਰਦੇ ਪਏ, ਗਰਲ ਟੂ ਗਰਲ, ਬॉय ਟੂ ਬॉय। ਠੀਕ ਹੈ ਜੀ। ਇੱਦਾਂ ਦੇ ਜਿਹੜੇ ਪਾਪ ਹੈਗੇ ਸ਼ੈਤਾਨ ਕਿਉਂ ਲੈ ਕੇ ਆ ਰਿਹਾ, ਤੁਹਾਨੂੰ ਪਤਾ ਇਸ ਗੱਲ ਦਾ? ਕਿਉਂਕਿ ਯੀਸ਼ੂ ਮਸੀਹ ਦਾ ਆਗਮਨ ਬਹੁਤ ਨਜ਼ਦੀਕ ਆ। ਇਸ ਕਰਕੇ ਅਬੋਰਸ਼ਨ ਜਿਹੜਾ ਹੈਗਾ ਆ, ਅਸੀਂ ਹੁਣੇ ਦੇਖਿਆ ਕਿ ਅਸੀਂ ਇਹ ਉਹ ਪਾਪ ਹੈਗਾ ਆ ਜਿਹੜਾ ਖੁਦਾ ਦੇ ਬਿਲਕੁਲ ਖਿਲਾਫ ਹੈਗਾ, ਕਤਲ ਹੈਗਾ ਇਹ ਵੀ ਇੱਕ ਹੋਰ ਹੱਤਿਆ ਹੈਗੀ ਆ। ਅੱਜ ਮੈਂ ਉਹਦੇ ਬਾਰੇ ਤੁਹਾਨੂੰ ਪੜਾਉਂਗਾ। ਇੱਕ ਹੋਰ ਹੱਤਿਆ ਹੈਗੀ, ਅਸੀਂ ਪੜਾਂਗੇ ਪਹਿਲਾ ਯੋਹਨਾ 3 ਉਹਦੇ 15 ਉਹਦੀ 15 ਬਾਰ ਤੁਹਾਨੂੰ ਮੈਂ ਵਚਨ ਪੜਾਉਂਗਾ। ਬਸ ਮੇਰਾ 10 ਵਚਨ ਰਹਿ ਗਿਆ ਹੋਰ, ਤੇ ਬਾਕੀ ਅਸੀਂ ਅਗਲੇ ਹਫਤੇ ਕੰਟੀਨਿਊ ਕਰਾਂਗੇ। ਅਤੇ ਤੁਸੀਂ ਜਾਣਦੇ ਹੋ ਭਾਈ ਕਿਸੇ ਖੂਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ। ਦੇਖੀਏ ਬਾਈਬਲ ਸਾਨੂੰ ਇਸ ਗੱਲ ਨੂੰ ਕਨਫਰਮ ਕਰਦੀ ਹੈ, ਕਿਸੇ ਖੂਨੀ ਦੇ ਵਿੱਚ ਸਦੀਪਕ ਜੀਵਨ ਕਦੇ ਨਹੀਂ ਮਿਲਣਾ ਉਹਨੂੰ। ਸਦੀਪਕ ਜੀਵਨ ਮੀਨਸ ਦ ਹੈਵਨਲੀ ਲਾਈਫ, ਉਹ ਸਵਰਗ ਜਿੱਥੇ ਪ੍ਰਭੂ ਯੀਸ਼ੂ ਮਸੀਹ ਰਹਿੰਦੇ ਆ, ਉਹ ਸਵਰਗ ਜਿੱਥੇ ਖੁਦਾਵੰਦ ਯਹੋਵਾ ਰਹਿੰਦਾ ਆ, ਉਹ ਸਵਰਗ ਜਿੱਥੇ ਸਾਰੇ ਸਵਰਗਦੂਤ ਰਹਿੰਦੇ ਆ, ਉਹ ਸਵਰਗ ਜਿੱਥੇ ਖੁਦਾ ਦੇ ਲੋਕ ਜਾ ਕੇ ਰਹਿੰਦੇ ਆ, ਉਹ ਸਵਰਗ। ਉਸ ਤੇ ਉਹਦੇ ਵਿੱਚ ਕਿਸੇ ਖੂਨੀ ਨੂੰ ਕਹਿੰਦੇ ਜੀਵਨ ਕਦੀ ਨਹੀਂ ਮਿਲੂਗਾ ਉਹਨੂੰ, ਕਿਉਂਕਿ ਜਿਹੜਾ ਕੋਈ ਧਰਤੀ ਤੇ ਕਤਲ ਕਰਦਾ ਉਹ ਤਾਂ ਹੈਗਾ, ਲੇਕਿਨ ਇੱਕ ਹੋਰ ਹੱਤਿਆ ਹੈਗੀ, ਉਹ ਹੈਗੀ ਆ ਆਤਮਿਕ ਹੱਤਿਆ, ਜੋ ਮਸੀਹ ਆਪਣੇ ਖਿਲਾਫ ਕਰਦਾ ਹੈ, ਆਤਮਿਕ ਹੱਤਿਆ ਕਰਦਾ ਹੈ ਉਹ। ਇਹ ਹੈਗੀ ਆ ਦੂਜੀ ਮੌਤ। ਇੱਕ ਤਾਂ ਹੈਗੀ ਸਰੀਰਕ ਮੌਤ, ਇੱਕ ਹੈਗੀ ਆਤਮਿਕ ਹੱਤਿਆ। ਜਦੋਂ ਇਨਸਾਨ ਕੋਈ ਕਰਦਾ ਹੈ ਆਤਮਿਕ ਹੱਤਿਆ, ਮਤਲਬ ਕੀ ਹੈ ਕਿ ਜਦੋਂ ਤੁਸੀਂ ਪ੍ਰਾਰਥਨਾ ਨਹੀਂ ਕਰਦੇ, ਤੁਸੀਂ ਹੌਲੀ ਕੀ ਹੁੰਦਾ, ਤੁਹਾਡੇ ਇੱਕ ਆਸ-ਪਾਸ ਤੁਹਾਡੇ ਇੱਕ ਇਦਾਂ ਦੀ ਪਰਤ ਪੈਦਾ ਹੋਣੀ ਸ਼ੁਰੂ ਹੋ ਜਾਂਦੀ, ਇਦਾਂ ਦੀ ਪਰਤ ਬਣਨੀ ਸ਼ੁਰੂ ਹੋ ਜਾਂਦੀ ਹੈ, ਤੁਹਾਡੇ ਚਾਰੋਂ ਪਾਸੇ ਬੰਦ ਹੀ ਰਹਿੰਦੀ ਹੌਲੀ ਜਦੋਂ ਪ੍ਰਾਰਥਨਾ ਨਹੀਂ ਕਰਦੇ। ਉਹ ਪਰਤ ਕਾਹਦੀ ਹੁੰਦੀ ਹੈ ਫਿਰ? ਇਹ ਦੁਨੀਆ ਦੀਆਂ ਗੱਲਾਂ, ਇਹ ਦੁਨੀਆ ਦੀਆਂ ਰੀਤ, ਉਹਨਾਂ ਦੇ ਰਿਵਾਜ, ਆ ਦੁਨੀਆ ਦੀਆਂ ਪੈਸਾ, ਉਹਦੀ ਚੱਕਾ ਚੌਂਦ, ਆ ਦੁਨੀਆ ਇਦਾਂ ਹੌਲੀ ਉਹ ਪਰਤ ਬਣਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰਦੇ, ਜਦੋਂ ਅਸੀਂ ਵਚਨ ਨਹੀਂ ਪੜ੍ਹਦੇ। ਫਿਰ ਖੁਦਾ ਦੀ ਆਵਾਜ਼ ਹੌਲੀ ਕੀ ਹੁੰਦੀ, ਸਾਡੇ ਕੰਨਾਂ ਦੇ ਅੱਗੇ ਪਰਤ ਬਣਨੀ ਸ਼ੁਰੂ ਹੋ ਜਾਂਦੀ ਹੈ, ਇੱਕ ਦੇ ਉੱਪਰ ਦੂਜੀ ਪਰਤ। ਫਿਰ ਖੁਦਾ ਤੁਹਾਨੂੰ ਆਵਾਜ਼ਾਂ ਮਾਰਦਾ, ਲੇਕਿਨ ਹੌਲੀ ਆਵਾਜ਼ ਉਹ ਘਟਣੀ ਸ਼ੁਰੂ ਹੋ ਜਾਂਦੀ, ਘਟਣੀ ਹੌਲੀ। ਫਿਰ ਇੱਕ ਦਿਨ ਇਦਾਂ ਦਾ ਆਉਂਦਾ ਕਿ ਤੁਹਾਨੂੰ ਆਵਾਜ਼ ਉਹ ਸੁਣਨੀ ਬੰਦ ਹੋ ਜਾਂਦੀ ਹੈ, ਔਰ ਖੁਦਾ ਫਿਰ ਤੁਹਾਨੂੰ ਆਵਾਜ਼ ਮਾਰਨਾ ਕੀ ਕਰ ਦਿੰਦਾ, ਉਹ ਬੰਦ ਕਰ ਦਿੰਦਾ, ਕਹਿੰਦਾ ਹੁਣ ਇਹ ਮਰ ਚੁੱਕਾ, ਹੁਣ ਇਹ। ਕਿਉਂਕਿ ਵਚਨ ਦੱਸਦਾ, ਕਹਿੰਦੇ ਜਿੱਦਾਂ ਮੈਂ ਜਿੰਦਾ ਹੋਇਆ ਤੁਸੀਂ ਵੀ ਜਿੰਦੇ ਹੋਵੋਗੇ, ਲੇਕਿਨ ਤੁਹਾਨੂੰ ਪਹਿਲੇ ਆਪਣੀ ਆਤਮਿਕ ਜ਼ਿੰਦਗੀ, ਜੇ ਸਾਡਾ ਆਤਮਿਕ ਮਨੁੱਖ ਅੰਦਰੋਂ ਜਿੰਦਾ ਹੈਗਾ ਨਾ, ਸਾਡਾ ਸਰੀਰਕ ਮਨੁੱਖ ਵੀ ਜੀਊਗਾ। ਆਤਮਿਕ ਹੱਤਿਆ ਕਿੱਦਾਂ ਕਰਦੇ ਹਾਂ ਅਸੀਂ? ਜਦੋਂ ਅਸੀਂ ਸਹਿਭਾਗਿਤਾ ਨਹੀਂ ਕਰਦੇ, ਆਪਣੇ ਅਸੀਂ ਪ੍ਰੇਅਰ ਨਹੀਂ ਬੈਠਦੇ, ਅਸੀਂ ਫਾਸਟਿੰਗ ਨਹੀਂ ਕਰਦੇ, ਅਸੀਂ ਆਪਣੇ ਲੋਕਾਂ ਦੇ ਨਾਲ ਉੱਠਦੇ ਬੈਠਦੇ ਨਹੀਂ, ਅਸੀਂ ਬਾਈਬਲ ਨਹੀਂ ਪੜ੍ਹਦੇ, ਅਸੀਂ ਉਹ ਆਪਣਾ ਬਾਈਬਲ ਸਟੱਡੀ 'ਚ ਨਹੀਂ ਜਾਂਦੇ, ਜਦੋਂ ਅਸੀਂ ਉਹ ਗੱਲਾਂ ਨਹੀਂ ਕਰਦੇ ਜਿਹੜੀਆਂ ਗੱਲਾਂ ਸਾਨੂੰ ਖੁਦਾ ਦੇ ਕਰੀਬ ਲੈ ਕੇ ਜਾਂਦੀਆਂ, ਉਹਨਾਂ ਗੱਲਾਂ ਨੂੰ ਜੋ ਛੱਡਦੇ ਰਹਿੰਦੇ ਅਸੀਂ, ਬਾਕੀ ਗੱਲਾਂ ਅਸੀਂ ਪਿਕ ਕਰਦੇ ਹਾਂ। ਇਹ ਕਿੱਥੇ ਗੱਲ ਹੈ? ਇਹ ਵੀ ਗੱਲ ਕਿੱਥੇ ਪੈਦਾ ਹੁੰਦੀ ਹੈ? ਸਾਡੇ ਮਨ ਦੇ ਵਿੱਚ, ਕਿ ਨਹੀਂ ਮੈਨੂੰ ਅੱਜ ਲੋੜ ਨਹੀਂ ਹੈ ਕਿ ਮੈਂ ਅਗਲੀ ਵਾਰੀ ਕਰੂੰਗੀ ਮੈਂ, ਕੋਈ ਗੱਲ ਨਹੀਂ ਨਾ। ਲੇਕਿਨ ਵਚਨ ਦੱਸਦਾ ਹੈ ਕਿ ਇਹ ਇੱਕ ਹੱਤਿਆ ਦੇ ਬਰਾਬਰ ਹੈ। ਤੁਸੀਂ ਆਪਣੀ ਹੱਤਿਆ ਕਰ ਰਹੇ ਹੋ, ਤੁਸੀਂ ਆਪਣੀ ਉਹ ਆਤਮ ਹੱਤਿਆ ਕਰ ਰਹੇ ਹੋ ਜਿਹੜੀ ਤੁਹਾਨੂੰ ਖੁਦਾ ਤੋਂ। ਫਿਰ ਤੁਹਾਨੂੰ ਚਰਚਾਂ ਦਾ ਕੋਈ ਫਾਇਦਾ ਨਹੀਂ। ਫਿਰ ਤਾਂ ਮੈਂ ਇਹੀ ਕਹਿੰਦਾ ਕਿ ਤੁਸੀਂ ਵੀ ਬਾਹਰ ਜਾਇਆ ਕਰੋ, ਬਾਹਰ ਰਹੋ ਤੁਸੀਂ, ਅੱਛੀ ਗੱਲ ਹੈ, ਤੁਹਾਨੂੰ ਬਾਈਬਲ ਪੜ੍ਹਨ ਦੀ ਲੋੜ ਨਹੀਂ ਕੋਈ ਵੀ।
ਲੇਕਿਨ ਕਿਉਂਕਿ ਖੁਦਾ ਕਹਿੰਦਾ ਕਿ ਸਾਰੇ ਖੂਨੀਆਂ ਦਾ ਭਾਗ ਇਹ ਹੋਗਾ ਵੀ ਉਹ ਅਨੰਤ ਕਾਲ ਦਾ ਜੀਵਨ ਕਦੇ ਨਹੀਂ ਦੇਖਣਗੇ। ਇੱਕ ਅਸੀਂ ਗੱਲ ਪੜਾਂਗੇ ਹੁਣ ਅਗਲੀ, ਉਹ ਹੈਗਾ ਲੋਭ ਯਾਨੀ ਕਿ ਲਾਲਚ। ਜੀ। ਲਾਲਚ ਇੱਕ ਇਦਾਂ ਦਾ ਵਿਚਾਰ ਹੈਗਾ ਆ ਜਿਹੜਾ ਇਨਸਾਨ ਦੇ ਜੀਵਨ ਦੇ ਵਿੱਚ, ਇਹ ਵੀ ਇੱਕ ਇਦਾਂ ਦਾ ਪਾਪ ਹੈਗਾ ਜਿਹੜਾ ਇਨਸਾਨ ਦੇ ਜੀਵਨ ਦੇ ਵਿੱਚ ਬਹੁਤ ਜ਼ੋਰਾਂ ਨਾਲ ਕੰਮ ਕਰਦਾ ਪਿਆ। ਲਾਲਚ ਹੈਗਾ ਆ, ਕਿਉਂਕਿ ਬਾਈਬਲ ਦੱਸਦੀ ਆ ਜੇ ਅਸੀਂ ਲਾਲਚ ਕਰਦੇ ਆ ਤੁਸੀਂ ਖੁਦਾ ਦੇ ਖਿਲਾਫ ਖੜੇ ਹੁੰਦੇ ਹੋ, ਉਹਦੇ ਅਗੇਂਸਟ, ਜੇ ਉਸ ਕਿਸੇ ਚੀਜ਼ ਦਾ ਲਾਲਚ ਕਰਦੇ ਆ। ਔਰ ਲਾਲਚ ਜਿਹੜਾ ਹੈਗਾ ਉਹ ਮੂਰਤੀ ਪੂਜਾ ਦੇ ਬਰਾਬਰ ਹੈ। ਲਾਲਚ ਕੀ ਹੈਗਾ? ਮੂਰਤੀ ਪੂਜਾ ਦੇ ਬਰਾਬਰ ਹੈ। ਮੂਰਤੀ ਪੂਜਾ ਮਤਲਬ ਕਿ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਤੁਸੀਂ ਖੁਦਾ ਤੋਂ ਪਹਿਲ ਦਿੰਦੇ ਆ, ਉਹ ਤੁਹਾਡੇ ਵਾਸਤੇ ਇੱਕ ਲਾਲਚ ਬਣ ਜਾਂਦੀ ਹੈ। ਲਾਲਚ ਇਨਸਾਨ ਦਾ ਸਭ ਕੁਝ ਕਰਨ ਨੂੰ ਕੀ ਕਰਦਾ? ਉਹ ਪ੍ਰੇਰਨਾ ਦਿੰਦਾ ਲਾਲਚ। ਜੀ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਟਿਕਟੌਕ ਦੇ ਉੱਪਰ, ਫੇਸਬੁੱਕ ਦੇ ਉੱਪਰ, ਹਨਾ, ਸੋਹਣੇ ਕੁੜੀਆਂ ਕੀ ਕਰਦੀਆਂ ਮੇਕਅਪ ਕਰਕੇ, ਹੁਣ ਮੈਨੂੰ ਪਤਾ ਨਹੀਂ ਅੰਦਰੋਂ ਸੋਹਣੀ ਹੁੰਦਾ ਕੀ ਕਰਦੀ, ਪਰ ਬਾਹਰੋਂ ਤਾਂ ਸੋਹਣੀ ਲੱਗਦੀਆਂ ਉਹ, ਮੇਕਅਪ ਕਰਕੇ ਪੂਰਾ ਉਹ ਕੀ ਕਰਦੀਆਂ, ਉਹ ਮੂੰਹ ਬਣਾਉਂਦੀਆਂ, ਚੰਗਾ ਭਲਾ ਮੂੰਹ ਦਿੱਤਾ ਖੁਦਾ ਨੇ ਤਾਂ ਵੀ ਉਹ ਟੇਢੇ ਮੇਢੇ ਮੂੰਹ ਬਣਾ ਕੇ, ਠੀਕ ਹੈ ਜੀ, ਉਹ ਆਪਣੇ ਆਪ ਨੂੰ ਪ੍ਰਸਿੱਧੀ। ਮੇਰੀ ਇੱਕ ਸਟੂਡੈਂਟ ਆਉਂਦੀ ਹੈ, ਉਹਨੂੰ 1 ਮਿਲੀਅਨ ਪੀਪਲ ਉਹਨੂੰ ਫੋਲੋ ਕਰਦੇ ਆ, 1 ਲੱਖ ਬੰਦਾ ਉਹਨੂੰ ਫੋਲੋ ਕਰਦਾ ਹੈ, ਠੀਕ ਹੈ ਜੀ। ਤੇ ਉਹਦੀ ਜਿਹੜੀ ਲਾਈਫ ਹੈਗੀ ਪਰਸਨਲ ਲਾਈਫ, ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਉਹਦੀ ਲਾਈਫ ਟੋਟਲੀ ਖਰਾਬ ਆ। ਉਹਦੇ ਜੀਵਨ ਦੇ ਵਿੱਚ ਪੂਰਾ ਸ਼ੈਤਾਨ ਨੇ ਫੜਿਆ ਹੋਇਆ ਉਹਨੂੰ, ਲੇਕਿਨ ਉਹ ਇੱਕ ਮੇਕਅਪ ਜਿਹਾ ਲਗਾ ਕੇ ਉਹ ਟਿਕਟੋਕ ਤੇ ਬਹਿ ਜਾਂਦੀ, ਮੈਨੂੰ ਦਿਖਾਈ, ਕਹਿੰਦੀ ਆ ਮੇਰੇ, ਕਹਿੰਦੀ 1 ਮਿਲੀਅਨ, ਕਹਿੰਦੀ ਮੇਰੇ ਜਿਹੜੇ ਮੇਰੇ ਫੋਲੋਅਰ ਆ ਮੇਰੇ। ਮੈਂ ਕਿਹਾ ਕੀ ਫਾਇਦਾ? ਪਿਓ ਉਹਦਾ ਨਹੀਂ ਹੈਗਾ ਉਹਦੇ ਨਾਲ, ਬੱਚੇ ਉਹਦੇ ਰੋਲਦੇ ਪਏ ਆ, ਠੀਕ ਹੈ ਜੀ। ਮਤਲਬ ਸਾਰੀ ਗੱਲਾਂ, ਉਹਦਾ ਜੀਵਨ ਪੂਰਾ ਖਰਾਬ ਹੋਇਆ, ਪਰ ਲੇਕਿਨ ਤਾਂ ਵੀ ਉਹ ਲੋਕ, ਕਿਉਂਕਿ ਇਹ ਕੀ ਕਰਦੇ ਕਿ ਲਾਲਚ ਹੈਗਾ ਇੱਕ, ਲਾਲਚ ਭਲਾ ਕਾਹਦਾ ਹੈ ਕਿ ਲੋਕ ਮੈਨੂੰ ਪਸੰਦ ਕਰਨ, ਲੋਕ ਮੈਨੂੰ ਪ੍ਰੇਜ਼ ਕਰਨ ਕਿ ਹਾਂ ਤੂੰ ਬਹੁਤ ਸੋਹਣੀ ਆ, ਹਾਂ ਤੂੰ ਬਹੁਤ ਅੱਛਾ ਗੀਤ ਗਾਣੀ, ਤੂੰ ਬੜਾ ਅੱਛਾ ਡਾਂਸ ਕਰਦੀ ਹੈ। ਇਦਾਂ ਲਾਲਚ ਦੀਆਂ ਕਈ ਜਿਹੜੀਆਂ ਹੈਗੀਆਂ ਉਹ ਕਿਸਮਾਂ ਆ ਲਾਲਚ ਦੀਆਂ। ਕਈ ਲੋਕਾਂ ਨੂੰ ਆਪਣੀ ਜੌਬ ਦਾ ਲਾਲਚ ਹੁੰਦਾ ਹੈ, ਕਈ ਲੋਕਾਂ ਨੂੰ ਲਾਲਚ ਹੁੰਦਾ ਹੈਗਾ ਕਿ ਮੈਂ ਵੱਡੇ ਤੋਂ ਵੱਡਾ ਘਰ ਬਣਾਵਾਂ, ਉਹ ਲਾਲਚ ਵਿੱਚ ਫਸੇ। ਔਰ ਕਈ ਲੋਕਾਂ ਦਾ ਕਿ ਮੈਂ ਲਾਲਚ ਵਿੱਚ, ਉਹ ਲਾਲਚ ਇਦਾਂ ਦੀ ਗੱਲ ਹੁੰਦੀ ਕਿ ਲਾਲਚ ਦੇ ਵਿੱਚ ਇਨਸਾਨ ਸਭ ਕੁਝ ਕਿਸੇ ਵੀ ਹੱਦ ਤੇ ਜਾਣ ਨੂੰ ਤਿਆਰ ਹੋ ਜਾਂਦਾ। ਲਾਲਚ ਫਿਲਮਾਂ ਦੇ ਵਿੱਚ ਜਾਣ ਨੂੰ ਲੋਕ ਲਾਲਚ ਹੁੰਦੇ, ਉਹ ਕਿਸੇ ਵੀ ਹੱਦ ਤੱਕ ਚੱਲ ਜਾਂਦੇ, ਉਹ ਕਿਸੇ ਨਾਲ ਵੀ ਸੌਣ ਨੂੰ ਤਿਆਰ ਹੋ ਜਾਂਦੇ ਆ ਲਾਲਚ ਕਰਕੇ ਕਿ ਮੈਂ ਇੱਕ ਲੈਵਲ ਤੇ ਪਹੁੰਚਣਾ। ਸ਼ੈਤਾਨ ਨੇ ਕੀ ਕੀਤਾ ਸੀ ਤੁਹਾਨੂੰ ਪਤਾ? ਜਦੋਂ ਅਸੀਂ ਮਤੀ 4:10 ਪੜ੍ਹਦੇ ਹਾਂ, ਉਸ ਲਿਖਿਆ ਹੈ ਸ਼ੈਤਾਨ ਖੁਦਾ ਦੇ ਸਾਹਮਣੇ ਆਇਆ, ਇਦਾਂ ਪ੍ਰਭੂ ਯਿਸੂ ਮਸੀਹ ਸਾਹਮਣੇ, ਉਹਨੂੰ ਕਹਿੰਦਾ ਕਿ ਤੈਨੂੰ ਮੈਂ, ਉਹਨੂੰ ਪ੍ਰਭੂ ਨੂੰ ਸਾਰੇ ਵੈਭਵ ਦਿਖਾਏ, ਵੈਭਵ ਉਹਨੇ ਸਾਰਾ ਕੁਝ ਦਿਖਾਇਆ, ਪੂਰੀ ਦੁਨੀਆ ਦਾ ਵੈਭਵ ਦਿਖਾਇਆ, ਪੂਰੀ ਦੁਨੀਆ ਦਾ ਦਿਖਾਇਆ, ਧਨ ਦੌਲਤ ਦਿਖਾਇਆ। ਕਹਿੰਦਾ ਇੱਕ ਵਾਰੀ ਮੈਨੂੰ ਆਪਣੀ ਸੋਲ ਦੇ ਦੇ, ਤੂੰ ਇੱਕ ਵਾਰੀ ਤੂੰ ਮੈਨੂੰ ਨਮਸਕਾਰ ਕਰ ਦੇ, ਇੱਕ ਵਾਰ ਤੂੰ ਮੇਰੇ ਅੱਗੇ ਝੁਕ ਜਾ ਤੇ ਮੈਂ ਤੈਨੂੰ ਸਭ ਕੁਝ ਦਊਂਗਾ। ਤੁਹਾਨੂੰ ਪਤਾ ਵੀ ਪ੍ਰਭੂ ਨੇ ਕੀ ਕਿਹਾ ਉਹਨੂੰ ਫਿਰ? ਕਿਉਂਕਿ ਪ੍ਰਭੂ ਦੇ ਮਨ ਦੇ ਵਿੱਚ ਵੀ ਗੱਲ ਨਿਕਲੀ ਸੀ ਇੱਕ, ਕਿਉਂਕਿ ਪ੍ਰਭੂ ਬਾਈਬਲ ਨੂੰ ਪੜ੍ਹਦੇ ਹੁੰਦੇ ਸੀਗੇ। ਤੁਹਾਨੂੰ ਪਤਾ ਇਸ ਗੱਲ ਦਾ? ਪ੍ਰਭੂ ਯਿਸੂ ਮਸੀਹ ਨੇ ਬਾਈਬਲ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਸੀਗਾ, ਸਾਰੇ ਤੋਰਾ, ਸਾਰੇ ਤਨਕ ਪ੍ਰਭੂ ਨੇ ਚੰਗੀ ਤਰ੍ਹਾਂ ਪੜ੍ਹੇ ਸੀਗੇ। ਪ੍ਰਭੂ ਨੇ ਉਹਦੇ ਵਿੱਚੋਂ ਜਵਾਬ ਦਿੱਤਾ, ਕਿਉਂਕਿ ਉਹ ਖੁਦਾ ਦੇ ਕਿੱਥੇ ਸੀਗੇ? ਉਹ ਮਨ ਦੇ ਵਿੱਚ ਸੀਗੇ, ਹਿਰਦੇ ਦੇ ਵਿੱਚ। ਉਹਨੇ ਹਿਰਦੇ 'ਚ ਉਹ ਗੱਲ ਕੱਢੀ, ਕਹਿੰਦੇ ਉਹ 'ਚ ਲਿਖਿਆ ਕਿ ਤੂੰ ਆਪਣੇ ਪਰਮੇਸ਼ਵਰ ਨੂੰ ਛੱਡ ਕੇ ਹੋਰ ਕਿਸੇ ਦੇ ਅੱਗੇ ਵੀ ਤੂੰ ਮੱਥਾ ਨਾ ਟੇਕੀ। ਤੇ ਕਹਿੰਦੇ ਸ਼ੈਤਾਨ ਫਿਰ ਕੀ ਹੋਇਆ? ਕਹਿੰਦੇ ਸ਼ੈਤਾਨ ਚਲਾ ਗਿਆ। ਅੱਜ ਅਸੀਂ ਜੋ ਸਾਡੇ ਸਾਹਮਣੇ ਕੋਈ ਆਫਰਾਂ ਆਉਂਦੀਆਂ, ਅਸੀਂ ਕੀ ਕਰਦੇ ਹਾਂ? ਅਸੀਂ ਉਹਨੂੰ ਐਕਸੈਪਟ ਕਰ ਲੈਂਦੇ ਹਾਂ। ਉਹ ਤੁਹਾਨੂੰ ਪਤਾ ਆਫਰਾਂ ਕੌਣ ਭੇਜਦਾ ਪਿਆ? ਉਹ ਸ਼ੈਤਾਨ ਭੇਜਦਾ ਆਫਰਾਂ। ਜਦੋਂ ਵੀ ਤੁਹਾਨੂੰ ਖੁਦਾ ਤੋਂ ਖਿਲਾਫ ਕਰਨ ਦੇ ਵਾਸਤੇ, ਤੁਹਾਨੂੰ ਦੂਰ ਕਰਨ ਵਾਸਤੇ, ਤੁਹਾਡੇ ਕੋਲ ਹਮੇਸ਼ਾ ਇੱਕ ਆਫਰ ਆਊਗੀ ਤੁਹਾਡੀ ਲਾਈਫ ਦੇ ਵਿੱਚ ਕਿ ਤੂੰ ਚਰਚ ਨਾ ਜਾ, ਤੂੰ ਪਹਿਲੇ ਕੰਮ ਤੇ ਚੱਲ ਜਾ, ਤੂੰ ਬਾਈਬਲ ਸਟੱਡੀ ਨਾ ਜਾ, ਤੂੰ ਪਹਿਲੇ ਆਹ ਕੰਮ ਕਰ ਲੈ, ਤੂੰ ਬਾਈਬਲ ਬਾਅਦ ਚ ਪੜ੍ਹ ਲਈ, ਪਹਿਲੇ ਆਹ ਕੰਮ ਕਰ ਲੈ। ਤੁਹਾਡੇ ਕੋਲ ਹਮੇਸ਼ਾ ਇੱਕ ਆਫਰ ਰਹੂਗੀ, ਆਲਵੇਜ਼ ਤੁਹਾਡੇ ਕੋਲ ਇੱਕ ਆਫਰ ਰਹੂਗੀ, ਇੱਕ ਆਫਰ ਕਿ ਆਹ ਕਰ ਲੈ, ਆਹ ਕਰ ਲੈ, ਆਹ ਕਰ ਲੈ। ਕਿਉਂਕਿ ਉਹਨੂੰ ਪਤਾ ਆ ਜਿੱਦਣ ਇਹਨੇ ਭਰਾ ਨੇ ਜਾਂ ਭੈਣ ਨੇ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ ਜਾਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ, ਇਹਦੇ ਜੀਵਨ ਦੇ ਵਿੱਚ ਖੁਦਾ ਦੇ ਪਲਾਨ ਕੀ ਹੋ ਜਾਣੇ? ਉਹ ਪੂਰੇ ਹੋਣੇ ਸ਼ੁਰੂ ਹੋ ਜਾਣੇ, ਹੌਲੀ ਹੌਲੀ ਇੱਕ ਬਾਏ ਇੱਕ। ਇਸ ਕਰਕੇ ਸ਼ੈਤਾਨ ਤੁਹਾਡੇ ਜੀਵਨ ਦੇ ਵਿੱਚ ਕੀ ਭੇਜਦਾ? ਉਹ ਲਾਲਚ ਭੇਜਦਾ ਉਹ, ਠੀਕ ਆ। ਔਰ ਵਚਨ ਦੱਸਦਾ, ਕਹਿੰਦੇ ਹਰੇਕ ਬੁਰੇ ਕੰਮ ਦੀ ਜਿਹੜੀ ਜੜ ਹੈਗੀ ਨਾ, ਉਹ ਕੀ ਹੈਗਾ? ਉਹ ਪੈਸਾ, ਲਾਲਚ ਆ। ਜਿੰਨੀ ਬੁਰਾਈ ਤੁਸੀਂ ਦੁਨੀਆ ਦੇਖਦੇ ਨਾ, ਜਿੰਨੀ ਬੁਰਾਈ ਦੁਨੀਆ ਦੀ ਹੁੰਦੀ ਹੈ, ਉਹ ਕਾਹਦੇ ਲਈ ਪਤਾ ਹੁੰਦੀ ਹੈ? ਉਹ ਪੈਸੇ ਵਾਸਤੇ। ਪੈਸਾ ਕਹਿੰਦੇ, ਪੈਸਾ ਔਰ ਖੁਦਾ ਕਹਿੰਦੇ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਕਦੇ ਨਹੀਂ ਰਹਿ ਸਕਦੀਆਂ। ਜਾਂ ਤੁਸੀਂ ਰੱਖੋਗੇ ਪੈਸੇ ਨੂੰ, ਜਾਂ ਤੁਸੀਂ ਰੱਖੋਗੇ ਖੁਦਾ ਨੂੰ। ਲਾਲਚ ਦੇ ਵਿੱਚ ਪੈਸਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਅੜਚਨ ਆ ਇੱਕ ਮਸੀਹ ਜੀਵਨ ਦੇ ਵਿੱਚ, ਉਹਨੂੰ ਜੀਣ ਵਾਸਤੇ, ਠੀਕ ਹੈ ਜੀ। ਅਸੀਂ ਲਾਸਟ ਮੈਂ ਤੁਹਾਨੂੰ ਇੱਕ ਆਇਤ ਪੜ੍ਹਾਉਂਗਾ ਅੱਜ ਦੀ, ਕਿਉਂਕਿ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਉਹਨੇ ਕਿਹਾ ਸੀ ਕਿ ਪ੍ਰਭੂ ਦਾ ਮਨ ਕੀ ਸੀਗਾ? ਭਲਾ ਪਿਓਰ ਸੀਗਾ ਉਹਦੇ ਵਚਨਾਂ ਦੀ। ਅਸੀਂ ਪੜਾਂਗੇ ਮਤੀ ਉਹਦੀ 5, ਅਸੀਂ ਉਹਦੀ 8 ਆਇਤ ਪੜਾਂਗੇ ਤੇ ਅਸੀਂ ਅੱਜ ਦੇ ਇਸ ਕਲਾਮ ਨੂੰ ਇੱਥੇ ਫਿਨਿਸ਼ ਕਰਾਂਗੇ। ਮਤੀ ਦੀ ਅੰਜੀਲ 5 ਅਧਿਆਏ, ਉਹਦੀ 5 ਅਧਿਆਏ ਤੇ ਉਹਦਾ 8 ਬਾਬ ਦੇਖਾਂਗੇ ਅਸੀਂ। ਤੇ ਮੈਂ ਆਸ਼ਾ ਰੱਖਦਾ ਕਿ ਤੁਹਾਨੂੰ ਅੱਜ ਜ਼ਰੂਰ ਇਹ ਗੱਲ ਸਮਝ ਆਈ ਹੋਵੇਗੀ। ਧੰਨ ਉਹ ਜਿਹੜੇ ਸ਼ੁੱਧ ਮਨ ਹਨ,
ਹਾਂਜੀ ਕਿਉਂ ਜੋ ਉਹ ਪਰਮੇਸ਼ਰ ਨੂੰ ਵੇਖਣਗੇ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਕਹਿੰਦੇ ਧੰਨ ਹੈਗੇ ਆ ਉਹ ਜਿਨ੍ਹਾਂ ਦੇ ਮਨ ਕੀ ਹੈਗੇ ਆ, ਸ਼ੁੱਧ ਆ, ਸ਼ੁੱਧ ਮਨ ਹੈਗੇ ਆ। ਤੇ ਉਹ ਕਿਹਨੂੰ ਦੇਖਣਗੇ? ਦੋ ਗੱਲਾਂ ਆ ਇੱਥੇ। ਪਰਮੇਸ਼ਰ ਨੂੰ। ਕਹਿੰਦੇ ਉਹ ਦੇਖਣਗੇ ਪਰਮੇਸ਼ਵਰ ਨੂੰ। ਜਦੋਂ ਅਸੀਂ ਪ੍ਰਕਾਸ਼ਿਤ ਵਾਕਿਆ ਪੜ੍ਹਦੇ ਉਹ 'ਚ ਲਿਖਿਆ ਕਹਿੰਦੇ ਕਿ ਪਰਮੇਸ਼ਵਰ ਦਾ ਡੇਰਾ ਮਨੁੱਖਾਂ ਦੇ ਨਾਲ ਹੋਊਗਾ। ਹਾਲੇਲੂਇਆ। ਲੇਕਿਨ ਕਿਹਨਾਂ ਮਨੁੱਖਾਂ ਦਾ? ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨਾਂ ਨੂੰ ਕੀ ਕੀਤਾ ਹੈ? ਸ਼ੁੱਧ ਕੀਤਾ ਹੈ। ਉਹਨਾਂ ਨੇ ਇੱਕ ਫੈਸਲਾ ਕੀਤਾ ਹੈ, ਇੱਕ ਸੰਕਲਪ ਲਿਆ ਉਹਨਾਂ ਨੇ ਆਪਣੇ ਮਨ ਦੇ ਵਿੱਚੋਂ ਕਿ ਅੱਜ ਮੈਂ ਆਪਣੀ ਬਾਈਬਲ ਦੇ ਨਾਲ ਰਿਸ਼ਤਾ ਮੇਰਾ ਖਰਾਬ ਆ ਤੇ ਮੈਂ ਅੱਜ ਵਚਨ ਸੁਣਿਆ ਤੇ ਮੈਂ ਅੱਜ ਜਾ ਕੇ ਅੱਜ ਤੋਂ ਹੀ ਮੈਂ ਆਪਣੇ ਉਹਨੂੰ ਕੀ ਕਰਨਾ, ਰਿਸ਼ਤੇ ਨੂੰ ਹੈ ਠੀਕ ਕਰਨਾ ਹੈ। ਅੱਜ ਮੈਂ ਵਚਨ ਸੁਣਿਆ, ਅੱਜ ਮੈਂ ਦੇਖਣਾ ਕਿ ਮੇਰੇ ਮਨ ਦੇ ਵਿੱਚ ਲਾਲਚ ਹੈਗਾ ਆ। ਕੋਈ ਗੱਲ ਨਹੀਂ ਖੁਦਾ, ਮੈਂ ਤੇਰੇ ਅੱਗੇ ਬੇਨਤੀ ਕਰਦੀ ਹਾਂ, ਮੈਂ ਤੇਰੇ ਅੱਗੇ ਪ੍ਰੇ ਕਰਦੀ ਕਿ ਤੂੰ ਇਸ ਗੱਲ ਨੂੰ ਮੇਰੇ ਜੀਵਨ ਦੇ ਵਿੱਚੋਂ ਕੀ ਕਰ ਦੇ, ਅੱਜ ਦੂਰ ਕਰ ਦੇ। ਜੇ ਮੇਰੇ ਮਨ ਦੇ ਵਿੱਚ, ਜੇ ਮੇਰੇ ਮਨ 'ਚ ਇੱਦਾਂ ਦੇ ਵਿਚਾਰ ਆਉਂਦੇ ਆ ਕਿ ਮੈਂ ਕਿਸੇ ਨੂੰ ਅੱਛਾ ਨਹੀਂ ਸਮਝਦੀ ਜਾਂ ਨਹੀਂ ਸਮਝਦਾ, ਤੇ ਮੇਰੇ ਮਨ ਦੇ ਵਿੱਚੋਂ ਵਿਚਾਰ ਦੂਰ ਕਰ ਦੇ। ਔਰ ਮਾਫੀ ਜਿਹੜੀ ਹੈਗੀ ਆ, ਮਾਫੀ ਤੁਹਾਡੇ ਜੀਵਨ ਦੇ ਵਿੱਚ ਬੰਧਨਾਂ ਨੂੰ ਤੋੜ ਸਕਦੀ ਹੈ ਜੇ ਤੁਸੀਂ ਕਿਸੇ ਨੂੰ ਮਾਫ ਕਰਦੇ ਆ, ਕਿ ਉਹ ਸਾਰੀ ਗੱਲਾਂ ਕਨੈਕਟਡ ਹੈਗੀਆਂ ਆਪਸ ਵਿੱਚ। ਇਹ ਅੰਤ ਦੇ ਵਿੱਚ ਪਰਮੇਸ਼ਰ ਦਾ ਵਚਨ ਹੈਗਾ ਜਿਹੜਾ ਸਾਨੂੰ ਕੀ ਕਰਦਾ ਹੈ? ਇਹਨਾਂ ਸਾਰੀ ਗੱਲਾਂ ਤੋਂ ਬਚਾਉਣ ਦੀ ਤਾਕਤ ਰੱਖਦਾ ਹੈ। ਆਈਏ ਅਸੀਂ ਖੜੇ ਹੋਵਾਂਗੇ ਤੇ ਅਸੀਂ ਦੁਆ ਜਾਵਾਂਗੇ। ਅੱਜ ਅਸੀਂ ਸਾਰੇ ਆਪਣਾ ਮੂੰਹ ਖੋਲ ਕੇ ਦੁਆ 'ਚ ਅਸੀਂ ਬਣਾਂਗੇ, ਦੁਆ ਕਰਾਂਗੇ। ਆਈਏ ਸਭ ਅਸੀਂ ਆਪਣਾ ਮੂੰਹ ਖੋਲ ਕੇ ਦੁਆ ਕਰਾਂਗੇ ਤਾਂ ਕਿ ਖੁਦਾ ਜੋ ਅਸੀਂ ਵਚਨ ਸੁਣਿਆ ਹੈ ਸਾਡੇ ਦਿਲ ਨੂੰ ਖੁਦਾ ਜਾਂਚੇ। ਔਰ ਜੇ ਸਾਡੇ ਦਿਲ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੈਗੀ ਆ ਤੇ ਅਸੀਂ ਅੱਜ ਉਹਨੂੰ ਛੱਡ ਦਿੰਨੇ ਆ। ਆਈਏ ਅਸੀਂ ਦੁਆ